ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਅੱਜ ਇੱਕ ਵਾਰ ਫਿਰ ਤੋਂ ਲੈ ਕੇ ਹਾਜ਼ਰ ਹਾਂ ਜੀ। ਪ੍ਰੋਗਰਾਮ 2 ਦਿਨ ਮੇਰੀ ਗੈਰ ਹਾਜ਼ਰੀ ਸੀ, ਉਹਦੇ ਲਈ ਮਾਫੀ। ਤੇ ਨਾਲ ਆਪਣੇ ਵੀਰ ਪਰਮਵੀਰ ਬਾਠ ਹੋਰੀ ਨੇ। ਕੀ ਹਾਲ ਨੇ ਬਾਠ ਸਾਹਿਬ? ਚੜ੍ਹਦੀ ਕਲਾ ਸੰਧਾਲੀਆ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਸਿਹਤਾਂ ਕਿਵੇਂ? ਸਿਹਤ ਹੁਣ ਠੀਕ ਹੈ ਕੁਛ, ਹੁਣ ਠੀਕ ਹੈ ਕੁਛ। ਮੈਂ ਮਹਾਰਾਜ 2 ਦਿਨ ਤੁਹਾਡੇ ਵੱਲੋਂ ਮਾਫੀ ਮੰਗਦਾ ਰਿਹਾ, ਤੇ ਮੈਂ ਕੱਲ੍ਹ ਕਿਹਾ ਸੀ, ਮੈਂ ਕਿਹਾ ਸਿਰ ਢੱਕ ਕੇ ਮਾਫੀ ਮੰਗਣਗੇ ਤੁਹਾਡੇ ਕੋਲੋਂ 2 ਦਿਨ। ਮੈਂ ਤੇ ਮਾਫੀ ਵੀ ਮੰਗੀ ਹੈ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਵੇਖੋ ਇੱਦਾਂ ਹੀ ਚੱਲਦਾ ਦੁਨੀਆਦਾਰੀ ਦੁਨੀਆਦਾਰੀ। ਮਾੜਾ ਮੋੜ ਕਿਤੇ ਕੋਈ ਉੱਚ ਨੀਚ ਹੋ ਜਾਂਦੀ। ਇਹ ਮਸ਼ੀਨ ਆ ਜੀ, ਮਸ਼ੀਨ ਦਾ ਕੋਈ ਪੁਰਜਾ ਨਟ ਕੋਈ ਢਿੱਲਾ ਹੋ ਗਿਆ ਕਿਤੇ, ਕਿਤੇ ਮੀਂਹ ਪੈ ਗਿਆ, ਫਿਰ ਕੰਬਾਈਨ ਲੱਗਣੀ ਬੰਦ ਹੋ ਜਾਂਦੀ ਹੈ। ਕਈ ਵਾਰੀ ਚੱਲਦੀ ਕੰਬਾਈਨ ਦੇ ਵਿੱਚ ਹੀ ਉਹ ਕਹਿੰਦੇ 1000 ਰੁਪਏ ਦਾ ਤਾਂ ਇੱਕ ਪੁਰਜਾ ਮਿਲਣਾ ਪਟਿਆਲਿਓਂ। ਇਹਨੂੰ ਡੱਕਣਾ ਪੈਣਾ 2 ਦਿਨ, ਇਹਨੂੰ 2 ਨਹੀਂ ਚਲੋ ਕੋਈ ਨਹੀਂ, ਠੀਕ ਆ, ਇਟਸ ਓਕੇ। ਮੈਨੂੰ ਲੱਗਦਾ ਹੁੰਦਾ ਵੀ ਜਿੱਦਾਂ ਹੁਣ ਕੰਮ ਆਪਣਾ 7 ਦਿਨ ਆ ਜੀ, ਕੋਈ ਛੁੱਟੀ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਹੁਣ 7 ਦਿਨਾਂ ਦੇ ਵਿੱਚ ਵੈਸੇ ਵੀ ਵੇਖਿਆ ਜਾਵੇ ਤੇ ਵੈਸੇ ਤੇ ਜੇ ਬੰਦੇ ਕੋਲ ਕੋਈ ਦਿਨ ਤਿਉਹਾਰ ਹੋਵੇ ਤੇ ਉਹਦੇ ਵਿੱਚ ਵੀ ਕੋਈ ਨਾ ਕੋਈ ਫਿੱਟ ਹੋ ਜਾਂਦਾ। ਨਹੀਂ ਤੇ ਢਿੱਲ ਮੱਠ ਦਾ ਤਾਂ ਕੋਈ ਇਲਾਜ ਨਹੀਂ ਨਾ, ਉਹ ਤੇ ਜਦੋਂ ਆ ਗਈ ਨਹੀਂ, ਇਲਾਜ ਵੀ ਕੋਈ ਨਹੀਂ। ਪਰ ਬੰਦੇ ਦੇ ਆਪਣੇ ਬੋਲਣ ਚੱਲਣ ਦਾ ਤਰੀਕਾ ਤਾਂ ਠੀਕ ਹੁੰਦਾ। ਜੈਸਚਰ ਜਿਹਨੂੰ ਤੁਸੀਂ ਕਹਿੰਦੇ ਹੁੰਦੇ ਆ ਵੀ, ਜਾਣੀ ਇੱਕ ਪਾਸੇ ਤਾਂ ਬੰਦਾ ਇਕੱਲਾ ਪ੍ਰੋਗਰਾਮ ਕਰਕੇ ਆਇਆ, 1 ਘੰਟਾ ਬੰਦਾ ਗੱਲਬਾਤ ਕਰਕੇ ਆਇਆ, ਤੇ ਦੂਜੇ ਪਾਸੇ ਜਾਂਦੇ ਨੂੰ ਠੀਕ ਕਰਿਆ, ਠੀਕ ਹੋ ਗਿਆ, ਟੈਲੀਫੋਨ ਜਾਣੀ ਬੰਦਾ ਕਹਿੰਦਾ ਯਾਰ ਚੰਗਾ ਹੋਇਆ ਕਰਿਆ, ਪਾਣੀ ਪਿਲਾਓ ਇਹਨੂੰ, ਨਿੰਬੂ ਪਾਣੀ ਪਿਲਾਓ। ਇਹਨੇ ਵੇਖੋ ਆਸ ਇਹ ਹੁੰਦੀ ਆ ਵੀ ਜੇ ਪਰਿਵਾਰ ਦੇ ਮੈਂਬਰਾਂ ਨੂੰ ਕੋਈ ਲੈਣਾ ਦੇਣਾ ਨਹੀਂ ਵੀਰ ਜੀ, ਉਹਦਾ ਹੈ ਨਾ ਵੀ ਟਾਈਮ ਨਾਲ ਬੰਦੇ ਪਹੁੰਚਣੇ ਚਾਹੀਦੇ। ਚਲੋ 2 ਨਹੀਂ ਤੇ 1 ਤੇ ਪਹੁੰਚੇ ਨਾ, ਵੀ ਕੋਈ ਨਾ ਕੋਈ ਹੋਣਾ ਚਾਹੀਦਾ। ਸੋ ਇਸ ਕਰਕੇ ਚਲੋ ਸਾਰਾ ਕੁਛ ਠੀਕ ਠਾਕ ਆ। ਸੰਧਾਲੀਆ ਸਾਹਿਬ ਟੱਬਰ ਦੇ ਜੀਵ ਇਹ ਚਿੰਤਾ ਕਰਨ ਲੱਗ ਪੈਂਦੇ ਹੁੰਦੇ ਆ, ਇਸ ਕਰਕੇ ਅੱਗੋਂ ਤੋਂ ਜਾਣਾ ਤੇ ਦੱਸ ਕੇ ਜਾਣਾ। ਜਿੱਦਣ ਲੇਟ ਆਉਣਾ ਆ ਪਹਿਲਾਂ ਦੱਸ ਦੇਣਾ ਵੀ ਅੱਜ ਸ਼ੈਂਤ ਦਾ ਮਾਮਲਾ, ਸ਼ੈਂਤ ਦਾ ਮਾਮਲਾ ਅੱਜ ਲੇਟ। ਮੈਨੂੰ ਲੱਗਦਾ ਮੋਸਟ ਲਾਈਕਲੀ ਆਪਾਂ ਕਦੀ ਕੋਈ ਛੁੱਟੀ ਵਾਲਾ ਕੰਮ ਤੇ ਹੋਇਆ ਹੀ ਨਹੀਂ ਜੀ। ਇਹ ਤੇ ਚਲੋ ਕਦੀ ਕਦਾਈ ਕਿਤੇ ਉਹ ਵਰੇ ਸ਼ਮਾਈ ਨਹੀਂ ਹੁੰਦਾ, ਇੱਕ ਵਰੇ ਸ਼ਮਾਈ ਕਿਤੇ ਇਹੋ ਜਿਹੀ ਕੋਈ ਮਾੜੀ ਮੋਟ ਭੰਨ ਘਾਟ ਹੋ ਜਾਂਦੀ। ਬਾਕੀ ਠੀਕ ਆ, ਨਹੀਂ ਬਾਕੀ ਠੀਕ ਆ, ਚਲੋ ਵਧੀਆ। ਬਾਕੀ ਅੱਜ ਦੇ ਪ੍ਰੋਗਰਾਮ 'ਚੋਂ ਸਾਰਿਆਂ ਨੂੰ ਪਤਾ ਲੱਗ ਜਾਣਾ। ਸੰਧਾਲੀਆ ਸਾਹਿਬ ਮੈਂ 2 ਦਿਨ ਨਾ ਪੂਰਾ ਰੌਲਾ ਪਾਇਆ ਕਿ ਕੋਈ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਲੀਡਰ ਤੇ ਕੋਈ ਕਾਂਗਰਸੀ ਲੀਡਰ ਪੰਜਾਬ ਦਾ ਢਿੱਡੋਂ ਖੁਸ਼ ਨਹੀਂ ਹੈਗਾ। ਯਾਨੀ ਇੱਕ ਹੁੰਦਾ ਖੁਸ਼ ਹੋਣਾ, ਇੱਕ ਹੁੰਦਾ ਢਿੱਡੋਂ ਖੁਸ਼ ਹੋਣਾ, ਦੋਨਾਂ 'ਚ ਫਰਕ ਬੜਾ। ਆਮ ਹੀ ਤੁਸੀਂ ਦੇਖੋ ਕਿ ਗਰੁੱਪ ਫੋਟੋ ਖਿੱਚ ਹੁੰਦੀ ਹੈ, ਉਹਦੇ ਵਿੱਚ ਸਾਰੇ ਹੀ ਐਂ ਕਰਕੇ ਖਿਚਾਉਂਦੇ ਆ, ਪਰ ਢਿੱਡੋਂ ਉਹਨਾਂ ਦੇ ਵਿੱਚੋਂ ਕੋਈ ਖੁਸ਼ ਹੁੰਦਾ। ਪਰਿਵਾਰ ਦੇ ਵਿੱਚ ਕੋਈ ਪ੍ਰਾਹੁਣਾ ਆ ਜਾਵੇ, ਪਹਿਲਾਂ ਕਈ ਵਾਰੀ ਦਰਾਣੀ ਜਠਾਣੀ ਦਾ ਪੇਚਾ ਪਿਆ ਹੁੰਦਾ ਉੱਥੇ, ਤੇ ਜਦੋਂ ਆ ਕੇ ਬਾਹਰ ਖੜਕਾਉਣ ਘਰੇ ਹੀ ਹੋ, ਫਿਰ ਦੋਨੇ ਖੁਸ਼ ਹੁੰਦੀਆਂ, ਪਰ ਦੋਨਾਂ ਦੇ ਵਿੱਚੋਂ ਢਿੱਡੋਂ ਕੌਣ ਖੁਸ਼ ਆ ਪਤਾ ਨਹੀਂ। ਹੁਣ ਇੱਥੇ ਪੰਜਾਬ ਦੇ ਵਿੱਚ ਜਿਹੜਾ ਪਤਾ ਨਹੀਂ ਹੁਣ ਸੀਟ ਸ਼ੇਅਰਿੰਗ ਹੈ, ਪਤਾ ਨਹੀਂ ਗੱਠਜੋੜ ਹੈ, ਪਤਾ ਨਹੀਂ ਕੀ ਹੈ, ਆ ਕਿ ਉਹ ਆ, ਪਰ ਉਹਦੇ ਕਰਕੇ ਕੋਈ ਕਾਂਗਰਸੀ ਢਿੱਡੋਂ ਖੁਸ਼ ਨਹੀਂ, ਕੋਈ ਆਮ ਆਦਮੀ ਪਾਰਟੀ ਦਾ ਲੀਡਰ ਢਿੱਡੋਂ ਖੁਸ਼ ਨਹੀਂ। ਜੇ ਢਿੱਡੋਂ ਖੁਸ਼ ਹੁੰਦੇ ਸਾਰਿਆਂ ਦੇ ਹੁਣ ਤੱਕ ਟਵੀਟ ਆ ਜਾਣੇ ਸੀ। ਟਵਿੱਟਰ ਤਾਂ ਸਾਰੇ ਵਰਤਦੇ ਆ, ਚਾਹੇ ਆਪ ਲਿਖਦੇ ਆ ਚਾਹੇ ਕਿਸੇ ਤੋਂ ਲਿਖਾਉਂਦੇ ਆ। ਜੇ ਇਹ ਢਿੱਡੋਂ ਖੁਸ਼ ਹੁੰਦੇ, ਇਹਨਾਂ ਦੀਆਂ ਵੀਡੀਓਜ਼ ਆ ਜਾਣੀ, ਚੱਲਦੀਆਂ ਗੱਡੀਆਂ 'ਚ ਵੀਡੀਓ ਬਣਾਉਂਦੇ ਲੀਡਰ ਅੱਜ ਕੱਲ੍ਹ। ਯਾਨੀ ਇੰਨਾ ਵੀ ਵਸਾਹ ਨਹੀਂ ਖਾਂਦੇ ਕਿ ਭਾਈ ਕੋਈ ਗੱਲ ਨਹੀਂ ਆਪਾਂ ਗੱਡੀ ਰੋਕ ਲੈਂਦੇ ਹਾਂ ਜਾਂ ਘੰਟੇ ਤੱਕ ਕਿਤੇ ਪਹੁੰਚ ਜਾਣਾ, ਆਪਾਂ ਵੀਡੀਓ ਜਾਰੀ ਕਰ ਦਾਂਗੇ ਨਾ। ਫਿਰ ਚੱਲਦੀਆਂ ਗੱਡੀਆਂ 'ਚ ਵੀਡੀਓ ਆਉਣੀ ਸੀ। ਇਹ ਇੱਕ ਕ੍ਰਾਂਤੀਕਾਰੀ ਕਦਮ ਹੈ, ਇਹ ਪੰਜਾਬ ਨੂੰ ਅੱਗੇ ਲਿਜਾਣ ਵਾਲਾ ਕਦਮ ਹੈ। ਮੈਂ ਇਸ ਕਦਮ ਦੀ ਪੁਰਜੋਰ ਸ਼ਲਾਘਾ ਕਰਦਾ। ਮੈਂ ਆਪਣੀ ਪਾਰਟੀ ਦੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਦੂਰ ਦੀ, ਬਹੁਤ ਲੰਮੀ, ਬਹੁਤ ਚੌੜੀ, ਬਹੁਤ ਡੂੰਘੀ ਸੋਚ ਸੋਚੀ ਹੈ। ਲੰਮੀ ਚੌੜੀ ਡੂੰਘੀ ਤਾਂ ਹੈਗਾ, ਨਹਿਰ ਪੁੱਟੀ ਹੁੰਦੀ ਹਾਈ ਕਮਾਂਡ। ਨਹੀਂ ਇੱਦਾਂ ਹੀ ਹੋਣਾ ਸੀ ਨਾ, ਹੈ ਗੱਲ, ਕੋਈ ਨਹੀਂ ਬੋਲਿਆ, ਇੱਦਾਂ ਹੀ ਆ। ਮਤਲਬ ਇਹ ਜਿੱਦਾਂ ਦੀ ਸੁੰਨ ਪਸਰੀ ਹੈ ਨਾ, ਉਹ ਹੈ ਤੇ ਸ਼ੱਕੀ ਜੀ। ਪਰ ਮੈਨੂੰ ਲੱਗਦਾ ਵੀ ਵਿੱਚ ਹੁਣ ਹੌਲੀ ਹੌਲੀ ਇਹਦੇ ਇਸ ਚੀਜ਼ ਦਾ ਉਬਾਲ ਜਿਹਾ ਵੀ ਆਉਣ ਲੱਗ ਪਿਆ ਵੀ ਨਹੀਂ ਵੀ ਇੱਦਾਂ ਕਿੱਦਾਂ। ਹੁਣ ਮੈਨੂੰ ਲੱਗਦਾ ਆਪਾਂ ਸਾਰੇ ਐਂਗਲ ਉਹਦੇ ਵਿੱਚ ਵਿਚਾਰ ਲਈਏ। ਪਹਿਲਾਂ ਤਾਂ ਟਵੀਟ ਵਾਲੀ ਗੱਲ ਕਰ ਲਈਏ। ਟਵੀਟ ਤੁਸੀਂ ਡੀਕਦੇ ਸੀ, ਨਵਜੋਤ ਸਿੰਘ ਸਿੱਧੂ ਸਾਹਿਬ ਨੇ ਤੇ ਕਰਤਾ ਕਿ ਨਹੀਂ ਦੱਸੋ। ਉਹਨਾਂ ਦੇ ਢਿੱਲ ਨਹੀਂ ਕੀਤੀ, ਪੂਰੀ ਅੰਗਰੇਜ਼ੀ ਮਾਰੀ ਉਹਨਾਂ ਨੇ। ਅਤੇ ਉਸ ਸੰਪੂਰਨ ਅੰਗਰੇਜ਼ੀ ਦਾ ਜੇ ਪੰਜਾਬੀ ਵਾਲਾ ਤੱਤਸਾਰ ਕੱਢਣਾ ਹੋਵੇ ਤਾਂ ਉਹ ਇਹ ਕਹਿੰਦਾ ਕਿ ਵੀ ਹਾਈ ਕਮਾਂਡ ਸੁਪਰੀਮ ਹੈ ਮਹਾਰਾਜ, ਅਤੇ ਜੋ ਉਹਨਾਂ ਨੂੰ ਲੱਗਦਾ ਉਹ ਠੀਕ ਹੈ। ਦੇਸ਼ ਦੀ ਸੰਵਿਧਾਨ ਦੀ ਸਪਿਰਿਟ ਦੇ ਹਿਸਾਬ ਨਾਲ ਜੋ ਜਿਵੇਂ ਲੱਗਣਾ ਚਾਹੀਦਾ, ਹੋਣਾ ਚਾਹੀਦਾ, ਉਹ ਉਹਨਾਂ ਨੇ ਜੇ ਤੈਅ ਕੀਤਾ ਤਾਂ ਫਿਰ ਨਾਲ ਤੁਰਨਾ ਚਾਹੀਦਾ। ਸੋ ਮੋਟਾ ਇੱਕ ਲਾਈਨ 'ਚ ਕਹਿਣਾ ਹੋਵੇ ਤਾਂ ਸਿੱਧੂ ਸਾਹਿਬ ਜਿੱਦਾਂ ਹਾਈ ਕਮਾਂਡ ਦੇ ਇਸ ਫੈਸਲੇ ਦੀ ਹਾਮੀ ਭਰਦੇ ਆ ਵੀ ਮੈਂ ਨਾਲ ਆ ਜੀ, ਕੋਈ ਨਹੀਂ ਗੱਠਜੋੜ ਕਰ ਲਿਆ ਅਤੇ ਕਰ ਲਓ, ਕੀ ਫਰਕ ਪੈਂਦਾ। 2 ਬੰਦੇ ਕਲੀਅਰ ਹੋ ਗਏ। ਆਮ ਆਦਮੀ ਪਾਰਟੀ ਵੱਲੋਂ ਸਰਦਾਰ ਹਰਪਾਲ ਸਿੰਘ ਚੀਮਾ, ਕਾਂਗਰਸ ਪਾਰਟੀ ਵੱਲੋਂ ਸਰਦਾਰ ਨਵਜੋਤ ਸਿੰਘ ਸਿੱਧੂ। ਚੀਮਾ ਸਾਹਿਬ ਕੈਬਨਿਟ ਮਿਨਿਸਟਰ ਨੇ, ਪਹਿਲਾਂ ਵਿਰੋਧੀ ਧਿਰ ਦੇ ਨੇਤਾ ਰਹੇ ਅਤੇ ਹਾਈ ਕਮਾਂਡ ਦੇ ਨੇੜੇ ਨੇ। ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਰਹੇ ਨੇ, ਕੈਬਨਿਟ ਮਿਨਿਸਟਰ ਰਹੇ ਨੇ, ਮੈਂਬਰ ਪਾਰਲੀਮੈਂਟ ਰਹੇ ਨੇ, ਤੇ ਮੁੱਖ ਮੰਤਰੀ ਦੀ ਕੁਰਸੀ ਦੇ ਦਾਅਵੇਦਾਰ ਵੀ ਰਹੇ ਨੇ। ਤੇ ਉਹ ਇੱਧਰਲੇ ਪਾਸੇ ਨਿੱਤਰ ਕੇ ਸਾਹਮਣੇ ਆ, ਕਿਉਂਕਿ ਤੁਸੀਂ ਇਹ ਦੇਖੋ ਕਿ ਕਹਾਣੀ ਕਿੱਥੇ ਜਾ ਕੇ ਫਿੱਟ ਹੁੰਦੀ ਹੈ।
ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿਹੜੀ ਗੱਲ ਕਹੀ ਹੈ ਉਹ ਕਹਿੰਦੇ ਜੀ ਇਲੈਕਸ਼ਨ, ਤੁਸੀਂ ਦੇਖੋ ਕਿ ਉਹਦੀ ਸਟੇਟਮੈਂਟ ਕੀ ਹੈ। ਕਹਿੰਦੇ ਇਲੈਕਸ਼ਨ ਲੜਨ ਲਈ ਨਹੀਂ ਲੜੀ ਜਾਂਦੀ, ਯਾਨੀ ਚੋਣ ਜਿਹੜੀ ਹੈ ਉਹ ਕੁਰਸੀ ਲਈ, ਜੇ ਚੋਣਾਂ ਲੜਨ ਲਈ ਅਗਲੀ ਪੀੜ੍ਹੀ ਦੇ ਲਈ ਲੜੀ ਜਾਂਦੀ ਹੈ ਚੋਣ, ਕਿ ਭਾਈ ਆਹ ਅੱਜ ਚੋਣ ਹੈ, ਉਸ ਚੋਣ ਦੇ ਵਿੱਚੋਂ ਜਿਹੜਾ ਬੰਦਾ ਜਿੱਤਣਾ ਹੈ ਉਹਨੇ 5 ਸਾਲ ਦੇ ਲਈ ਨੀਤੀ ਨਿਰਧਾਰਿਤ ਕਰਨੀ ਹੈ, ਤੇ ਉਹਨਾਂ 5 ਸਾਲਾਂ ਦੀਆਂ ਨੀਤੀਆਂ ਦਾ ਅਸਰ ਜਿਹੜਾ ਸਾਡੇ ਬੱਚਿਆਂ ਦੇ ਉੱਤੇ ਪੈਣਾ, ਸਾਡੀ ਆਉਣ ਵਾਲੀ ਪੀੜ੍ਹੀ ਤੇ ਪੈਣਾ। ਦੂਸਰਾ, ਉਹ ਕਹਿੰਦੇ ਜੀ ਕੁਰਸੀ ਦੀ ਝਾਕ ਨਹੀਂ ਰੱਖਣੀ ਚਾਹੀਦੀ ਲੀਡਰਸ਼ਿਪ ਨੂੰ, ਗੈਰ ਸਿਧਾਂਤਕ ਰਾਜਨੀਤੀ ਨਹੀਂ ਕਿਸੇ ਨੂੰ ਵੀ ਕਰਨੀ ਚਾਹੀਦੀ, ਇੱਥੇ ਦੇਸ਼ ਦੇ ਵਡੇਰੇ ਹਿੱਤਾਂ ਦਾ ਖਿਆਲ ਰੱਖਣਾ ਚਾਹੀਦਾ। ਜਾਣੀ ਗੱਲ ਉਹੀ ਕਿ ਭਾਈ ਲੋਕਤੰਤਰ ਬਚਾਉਣਾ ਹੈ। ਹੁਣ ਇਹਦਾ ਮਤਲਬ ਹੈ ਕਿ ਜੇ ਨਵਜੋਤ ਸਿੰਘ ਸਿੱਧੂ ਦਾ ਟਵੀਟ ਆ ਸਕਦਾ ਤਾਂ ਬਾਕੀ ਲੀਡਰਸ਼ਿਪ ਦਾ ਟਵੀਟ ਕਿਉਂ ਨਹੀਂ ਆਇਆ? ਜੇ ਹਰਪਾਲ ਸਿੰਘ ਚੀਮਾ ਸਾਹਿਬ ਆ ਕੇ ਕਹਿ ਸਕਦੇ ਆ ਕਿ ਭਾਈ ਥੋੜੇ ਬਹੁਤ ਵਖਰੇਵੇਂ ਹੁੰਦੇ, ਉਹ ਕਹਿੰਦੇ ਦੂਰ ਹੋ ਜਾਂਦੇ ਹੁੰਦੇ ਆ, ਇਹ ਉੱਪਰਲੇ ਪਾਸੇ ਜੇ ਫੈਸਲਾ ਕੀਤਾ ਤਾਂ ਦੇਸ਼ ਹਿੱਤ ਦੇ ਲਈ ਫੈਸਲਾ ਕੀਤਾ। ਹੁਣ ਤੁਸੀਂ ਦੇਖੋ ਕਿ 1-2 ਲੀਡਰ ਆਏ ਆ, ਲੀਡਰ ਤਾਂ 200 250 ਸਟੇਟ ਪੱਧਰ ਦਾ ਲੀਡਰ ਹੈ ਦੋਨਾਂ ਪਾਰਟੀਆਂ ਦਾ, ਬਾਕੀ ਕੋਈ ਨਹੀਂ ਬੋਲਿਆ। ਇਹਦਾ ਮਤਲਬ ਹੈ ਕਿ ਪਤੀਲਾ ਇਹਦੇ ਉੱਤੇ ਢੱਕਣ ਰੱਖਿਆ ਤੇ ਕਿਸੇ ਨੇ ਕਹਿ ਦਿੱਤਾ ਕਿ ਉਹਦੇ ਵਿੱਚ ਸਾਗ ਬਣਿਆ ਪਿਆ, ਚੱਕ ਲਓ, ਤੇ ਪਤਾ ਸਾਰਿਆਂ ਨੂੰ ਕੁਝ ਸਾਗ ਹੈ ਨਹੀਂ, ਉਹ 'ਚ ਪਾਣੀ ਉਬਲਦਾ ਹੈ। ਹੁਣ ਤੁਸੀਂ ਦੇਖੋ ਕਾਂਗਰਸ ਪਾਰਟੀ ਦੇ ਸੰਧਾਲੀਆ ਸਾਹਿਬ 7 ਮੀਟਿੰਗਾਂ ਹੋਈਆਂ, 4 ਮੀਟਿੰਗਾਂ ਨਿਰਧਾਰਿਤ ਸੀ ਪਰ 7 ਕੀਤੀਆਂ ਉਹਨਾਂ ਨੇ ਇੱਕ ਦਿਨ ਦੇ ਵਿੱਚ। ਹੁਣ ਉਹਨਾਂ 7 ਮੀਟਿੰਗਸ ਦੇ ਵਿੱਚੋਂ ਨਿਕਲਦਾ ਕੀ ਹੈ? ਜੋ ਛਣ ਕੇ ਖਬਰਾਂ ਆ ਰਹੀਆਂ ਨੇ, ਥੋੜੀਆਂ ਖਬਰਾਂ ਆ ਰਹੀਆਂ ਨੇ, ਉਹਦੇ ਵਿੱਚੋਂ ਗੱਲ ਇਹ ਨਿਕਲਦੀ ਹੈ, ਕਹਿੰਦੇ ਆ ਕਿ ਇੱਕ ਮੌਜੂਦਾ MLA ਤਾਂ ਇਸ ਸੰਭਾਵੀ ਗੱਠਜੋੜ ਤੋਂ ਜਾਂ ਸੰਭਾਵੀ ਸੀਟ ਸ਼ੇਅਰਿੰਗ ਤੋਂ, ਕਾਂਗਰਸ ਪਾਰਟੀ ਦੇ ਬੰਦੇ ਮੌਜੂਦਾ MLA ਸਾਹਿਬ ਉਹ ਇੰਨੇ ਨਾਖੁਸ਼ ਸੀ, ਉਹ ਕਹਿੰਦੇ ਜੀ ਮੈਂ ਪਾਰਟੀ ਨਹੀਂ ਛੱਡਣਾ ਚਾਹੁੰਦਾ, ਬੜੇ ਬੰਦੇ ਪਾਰਟੀ ਛੱਡ ਕੇ ਚਲੇ ਗਏ, ਮੈਂ ਪਾਰਟੀ ਦੇ ਨਾਲ ਖਲੋਤਾ ਹੈ, ਪਰ ਜੇ ਆਹ ਕੰਮ ਹੋ ਗਿਆ ਕਹਿੰਦੇ ਪਾਰਟੀ ਛੱਡਣ ਤੋਂ ਬਿਨਾਂ ਸਾਡੇ ਕੋਲ ਰਾਹ ਕਿਹੜਾ ਹੈ? ਦੂਸਰਾ, ਕਹਿੰਦੇ ਆ ਕਿ 3 ਸਾਬਕਾ ਮੰਤਰੀ ਜਿਹੜੇ ਆ ਕਾਂਗਰਸ ਪਾਰਟੀ ਦੀ ਮੀਟਿੰਗ ਦੇ ਵਿੱਚ, ਉਹਨਾਂ ਨੇ ਵੀ ਇੱਥੋਂ ਤੱਕ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਕਿ ਭਾਈ ਉਹ ਕਹਿੰਦੇ ਜੀ ਆਪਣਾ ਵਰਕਰਾਂ ਦਾ ਜਿਹੜਾ ਕਾਡਰ ਹੈ ਉਹ ਵੀ ਲੈ ਜਾਣਾ ਅਗਲਿਆਂ ਨੇ, ਸਰਕਾਰ ਉਹਨਾਂ ਦੇ ਕੋਲ ਹੈ, ਆਪਣੀ ਲੀਡਰਸ਼ਿਪ ਦਾ ਵੀ ਇੱਕ ਹਿੱਸਾ ਜਾ ਸਕਦਾ ਹੈ। ਤੇ ਸਭ ਤੋਂ ਵੱਡੀ ਗੱਲ ਸੰਧਾਲੀਆ ਸਾਹਿਬ, ਜਿਹੜੇ ਕਾਂਗਰਸ ਪਾਰਟੀ ਦੇ ਲੀਡਰਾਂ ਦਾ ਇੱਕ ਤੌਖਲਾ ਹੈ ਇਹਦੇ ਵਿੱਚ, ਇਸ ਵੇਲੇ ਕਾਂਗਰਸ ਪਾਰਟੀ ਕੀ ਹੈ? ਵਿਰੋਧੀ ਧਿਰ, ਤੇ ਵਿਰੋਧੀ ਧਿਰ ਦੇ ਸਭ ਤੋਂ ਵੱਧ ਚਾਂਸ ਹੁੰਦੇ ਆ ਕਿ ਜੇ ਸਰਕਾਰ ਠੀਕ ਕੰਮ ਨਹੀਂ ਕਰਦੇ ਤਾਂ ਫਿਰ ਵਿਰੋਧੀ ਧਿਰ ਆ ਸਕਦੀ ਹੁੰਦੀ ਹੈ। ਆਮ ਆਦਮੀ ਪਾਰਟੀ ਵਿਰੋਧੀ ਧਿਰ ਸੀ, ਕਾਂਗਰਸ ਪਾਰਟੀ ਦੀ ਸਰਕਾਰ ਸੀ, ਕਾਂਗਰਸ ਪਾਰਟੀ ਦੀ ਸਰਕਾਰ ਲੋਕਾਂ ਦੇ ਮਨਾਂ ਤੋਂ ਲੈ ਗਈ, ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ। ਹੁਣ ਉਹਨਾਂ ਨੂੰ ਲੱਗਦਾ ਕਿ ਬਣਿਆ ਬਣਾਇਆ ਮਿਲਿਆ ਵਿਰੋਧੀ ਧਿਰ ਦਾ ਰੁਤਬਾ, ਜੇ ਤੁਸੀਂ ਗੱਠਜੋੜ ਕਰ ਲਿਆ, ਜੇ ਸਰਕਾਰ ਦੇ ਵਿੱਚ ਜਿਹੜੀ ਧਿਰ ਹੈ ਉਹਦੇ ਨਾਲ ਸੀਟ ਸ਼ੇਅਰਿੰਗ ਹੀ ਕਰ ਲਈ, ਤਾਂ ਵਿਰੋਧੀ ਧਿਰ ਦਾ ਰੁਤਬਾ ਅਕਾਲੀ ਲੈ ਜਾਣਗੇ ਜਾਂ BJP ਵਾਲੇ ਲੈ ਜਾਣਗੇ, ਫਿਰ ਅਸੀਂ ਵਿਰੋਧ ਥੋੜ੍ਹੀ ਕਰ ਸਕਾਂਗੇ। ਉਹ ਕਹਿੰਦੇ ਜੀ ਉਸ ਤਰੀਕੇ ਦੇ ਨਾਲ ਕਿ ਇੱਕ ਪਾਸੇ ਲੋਕਾਂ ਨੂੰ ਕਹਾਂਗੇ ਜੀ ਇਹਨਾਂ ਦੇ ਬੰਦਿਆਂ ਨੂੰ ਵੋਟ ਪਾਓ, ਇਹ ਚੰਗੇ ਬੰਦੇ ਨੇ, ਦੂਜੇ ਦਿਨ ਜਾ ਕੇ ਜੀ ਇਹ ਤਾਂ ਬਹੁਤ ਮਾੜੇ ਬੰਦੇ ਨੇ, ਇਹ ਇੰਨੇ ਮਾੜੇ ਬੰਦੇ ਨੇ ਕਿ ਇਹਨਾਂ ਨੂੰ ਮੂੰਹ ਨਾ ਲਾਓ। ਹੁਣ ਬਣਿਆ ਬਣਾਇਆ ਵਿਰੋਧੀ ਧਿਰ ਦਾ ਰੁਤਬਾ ਜਿਹੜਾ ਹੈ ਉਹ ਬਹੁਤ ਸਾਰੇ ਕਾਂਗਰਸੀਆਂ ਨੂੰ ਖੁੱਸਦਾ ਨਜ਼ਰ ਆਇਆ। ਹਾਲਾਂਕਿ ਹੋ ਸਕਦਾ ਕਿ 1-2 ਮੈਂਬਰ ਪਾਰਲੀਮੈਂਟ ਖੁਸ਼ ਹੋਣ, ਜਿਹੜੇ ਲੋਕਾਂ ਦੇ ਵਿੱਚ ਘੱਟ ਵੱਧ ਹੀ ਵਿਚਰੇ ਹੋਣੇ ਆ, ਜਿਨ੍ਹਾਂ ਨੂੰ ਹੁਣ 25 ਸਾਲੀ ਫਤਵਾ ਲੈਣਾ ਥੋੜ੍ਹਾ ਜਿਹਾ ਔਖਾ ਜਾਪਦਾ ਹੋਣਾ, ਉਹ ਜ਼ਰੂਰ ਖੁਸ਼ ਹੋਣਗੇ, ਯਾਰ ਵੋਟਾਂ ਜੁੜ ਜਾਣ, ਸ਼ਾਇਦ ਫਿਰ MP ਬਣ ਜੀ। ਨਹੀਂ ਠੀਕ ਹੈ ਗੱਲ। ਹੁਣ ਦੇਖੋ ਕਾਂਗਰਸ ਪਾਰਟੀ ਵੱਲੋਂ ਇੱਕ ਟਵੀਟ ਇਹ ਆ ਗਿਆ ਤੇ ਦੂਜੇ ਪਾਸੇ ਵਿਰੋਧ ਦੀਆਂ ਸੁਰਾਂ ਵਾਵਾ ਆ ਗਈਆਂ ਜੀ ਵੀ ਅਸੀਂ ਸਹਿਮਤ ਨਹੀਂ, ਅਸੀਂ ਪਾਰਟੀ ਛੱਡ ਜਾਵਾਂਗੇ, ਵੀ ਇਹ ਬਿਲਕੁਲ ਗਲਤ ਹੈ, ਇਹਦੀ ਕੋਈ ਸੈਂਸ ਨਹੀਂ ਬਣਦੀ। ਪਰ ਮੈਨੂੰ ਲੱਗਦਾ ਕਿ ਵੀ ਇਹ ਰੌਲਾ ਜ਼ਿਆਦਾ ਰਹਿਣਾ। ਹਾਲਾਂਕਿ ਜਦੋਂ ਉਹਨਾਂ ਨੇ ਕਿਹਾ ਕਿ ਵੀ ਅਸੀਂ ਦੁਬਾਰਾ ਜਾ ਕੇ ਹਾਈ ਕਮਾਂਡ ਨਾਲ ਗੱਲ ਸਾਫ਼ ਕਰਨੀ ਆ ਵੀ ਵੀਰ ਇਹ ਪੁੱਗਦਾ ਨਹੀਂ ਸਾਨੂੰ, ਜੇ ਤੁਸੀਂ ਇਸੇ ਰਾਹ ਚੱਲਣਾ ਤਾਂ ਫਿਰ ਸਾਨੂੰ ਕੁਝ ਹੋਰ ਸੋਚਣਾ ਪੈਣਾ। ਮੈਨੂੰ ਲੱਗਦਾ ਕਿ ਵੀ ਇਹ ਜੋ ਮਰਜ਼ੀ ਕਰ ਲੈਣ, ਜਿੱਦਾਂ ਉੱਤੇ ਕੰਮ ਨਿਬੜ ਗਿਆ ਨਾ ਹੁਣ, ਇਹ ਹੁਣ ਹੋ ਕੇ ਰਹਿਣਾ। ਹੋ ਸਕਦਾ ਮਤਲਬ ਆਉਣ ਵਾਲੇ ਟਾਈਮ ਦੇ ਵਿੱਚ ਵਿਰੋਧੀ ਧਿਰਾਂ ਜਾਂ ਪੰਜਾਬ ਦੀ ਸਿਆਸਤ ਵਿਧਾਨ ਸਭਾ 'ਚ ਇਹ ਤੁਸੀਂ ਇਹ 2 ਦਿਨ 'ਚ ਪਤਾ ਕਰ ਰਹੇ ਹੋ ਜਾ ਕੇ, ਜਾਣੀ ਉਹਨਾਂ ਨੂੰ ਨਹੀਂ ਮੈਂ ਕਲੀਅਰ, ਮੈਂ ਤਾਂ ਜੋ ਆਪਣੇ ਜਿੰਨਾ ਕੁ ਮੈਨੂੰ ਜੋ ਮੈਂ ਕੰਨੀ ਸੁਣਿਆ ਤੇ ਅੱਖੀਂ ਵੇਖਿਆ ਉੱਥੇ ਨਹੀਂ ਉਹ ਨਹੀਂ ਗੱਲ, ਪਰ ਮੈਨੂੰ ਲੱਗਦਾ ਵੀ ਹੁਣ ਇਹ ਬੱਚਤ ਨਹੀਂ ਹੋਣੀ। ਹੁਣ ਤੇ ਮੈਨੂੰ ਇਹ ਲੱਗਦਾ ਕਿ ਹੋ ਸਕਦਾ ਪੰਜਾਬ ਵਿਧਾਨ ਸਭਾ ਦੇ ਵਿੱਚ ਸਾਰਾ ਟਾਈਮ ਤਾਂ ਨਹੀਂ ਮੈਂ ਕਹਿੰਦਾ, ਕੁਝ ਸਮੇਂ ਦੇ ਲਈ ਇਹ ਵੀ ਚਰਚਾ ਚੱਲੇ ਵੀ ਯਾਰ 110 ਦੇ ਕਰੀਬ MLA ਨੇ ਸਰਕਾਰ ਕੋਲੇ ਤੇ ਦੂਸਰੇ ਪਾਸੇ 6-7 ਹੀ ਰਹਿ ਗਏ ਨੇ। 110 ਮੈਂ ਤਾਂ ਕਹਿਣਾ ਵੀ 92 ਹੋ ਗਏ, 17-18 ਕਾਂਗਰਸ ਵਾਲੇ ਵੀ ਤੁਸੀਂ ਵਿੱਚ ਪਾ ਲਓ, ਤੇ ਉਹ ਇੱਕ ਪਾਸੇ ਨਿਬੜਿਆ ਕਰਨਗੇ ਤੇ ਦੂਸਰੇ ਕਹਿਣਗੇ ਵੀ ਬਾਕੀ ਹੀ ਇਹ ਪਾਸੇ ਰਹਿ ਗਏ। ਇਹ ਹੋ ਸਕਦਾ ਚੰਦ ਮਹੀਨਿਆਂ ਲਈ ਹੋਵੇ, ਪਰ ਇਹ ਹੋਊਗਾ ਜ਼ਰੂਰ। ਉਹਦੇ ਪਿੱਛੇ ਕਾਰਨ ਮੈਨੂੰ ਇਹ ਜਾਪਦਾ ਕਿ ਵੀ ਜਿੱਥੇ ਇਸ ਵਕਤ ਇਹਨਾਂ ਦੀ ਤਾਰ ਟੁਣਕਦੀ ਹੈ ਨਾ, ਉਹਦੇ ਨਾਲ ਸਿਰਫ ਇੱਕ ਪੰਜਾਬ ਹੀ ਆ ਜਿਹੜਾ ਕਿ ਪਾਸੇ ਖੜਾ। ਦਿੱਲੀ ਚਲੋ ਕੁਛ ਹੱਦ ਤੱਕ ਆਪਾਂ ਕਹਿ ਲੈਂਦੇ, ਪਰ ਉੱਥੇ ਫਰਕ ਪੈਂਦਾ ਨਹੀਂ ਕਿਉਂਕਿ ਲੋਕ ਸਭਾ ਜਮਾਂ ਹੀ ਇੱਕ ਪਾਸੇ ਕਲੀਨ ਸਵੀਪ ਚਲੇ ਜਾਂਦੀ ਹੈ। ਤੇ ਹੁਣ ਤੁਸੀਂ ਦੇਖੋ ਬੈਨੀਫਿਟ ਆਮ ਆਦਮੀ ਪਾਰਟੀ ਵਾਲੇ ਹੋ ਸਕਦਾ ਇਹ ਸੋਚਦੇ ਹੋਣ ਵੀ ਯਾਰ ਹੋਵੇ ਨਾ ਇੱਕੋ ਟਾਈਮ 'ਤੇ ਪੂਰੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ
ਸਾਡੀ ਹਾਜ਼ਰੀ ਮੌਜੂਦਗੀ, ਕਾਡਰ ਜਿੱਥੇ ਸਾਡਾ ਨਹੀਂ ਹੈਗਾ ਉੱਥੇ ਬਾਕੀ ਪਾਰਟੀਆਂ ਦੇ ਕਾਡਰ ਦੇ ਸਿਰ ਦੇ ਉੱਪਰ ਜਾ ਕੇ ਪਹੁੰਚ, ਤੇ ਇੱਕ ਵਾਰ ਸਾਡੀ ਉੱਥੇ ਜੜ ਲੱਗ ਜੂਗੀ, ਕੋਈ ਬੂਟਾ ਲੱਗ ਜੂਗਾ। ਉੱਦਾਂ ਹੀ ਹੋ ਗਿਆ ਨਾ ਵੀ ਜਿੱਦਾਂ ਕਿਸੇ ਵੇਲੇ ਨਾ, ਜੇ ਤੁਹਾਨੂੰ ਯਾਦ ਹੋਵੇ ਪਿੰਡਾਂ 'ਚ ਪਹਿਲਾਂ ਨਾ ਨਿੱਕੇ ਨਿੱਕੇ ਜਿਹੇ ਪੈਕਟ ਦੇ ਕੇ ਜਾਂਦੇ ਹੁੰਦੇ ਸੀ ਉਹ ਬੀਜ ਦੇ, ਇੱਕ ਰਾਂ ਲਾ ਕੇ ਵੇਖੋ ਜੀ ਇਹ ਤੁਹਾਨੂੰ ਠੀਕ ਲੱਗੇ। ਸ਼ਹਿਰ ਵੀ ਸ਼ਿਕੂ ਜਿਹੇ ਰੱਖੇ ਹੁੰਦੇ ਸੀ, ਉੱਥੇ ਹਿੰਦੀ ਲਿਖਦੇ ਮੂਲੀ। ਉਹ ਜਿਹੜੇ ਪੈਕਟ ਆ ਨਾ, ਮੈਨੂੰ ਲੱਗਦਾ ਵੀ ਉਹ ਉਹਨਾਂ ਨੂੰ ਇਹ ਆ ਵੀ ਇੱਕ ਰਾਂ ਬੀਜ ਸਾਡਾ ਪਹੁੰਚ ਜਾਵੇ, ਬਾਕੀ ਅਸੀਂ ਫੇਰ ਵੇਖ ਲਾਂਗੇ। ਰਹੀ ਗੱਲ ਕਾਂਗਰਸ ਪਾਰਟੀ, ਦੇਖੋ ਇੱਕ ਗੱਲ ਤੇ ਪੱਕੀ ਆ ਵੀ ਹੁਣ 2 ਵਾਰੀਆਂ ਹੋ ਗਈਆਂ, ਮੋਦੀ ਸਾਹਿਬ ਲਗਾਤਾਰ ਆ ਗਏ, ਤੇ ਤੀਜੀ ਵਾਰੀ ਵੀ ਅੱਜ ਦੀ ਡੇਟ 'ਚ ਕੋਈ ਪੁੱਛੇ ਵੀ ਕੋਈ ਐਸੀ ਹੈਂਡ ਬ੍ਰੇਕ, ਕੋਈ ਡਬਲ ਬ੍ਰੇਕ, ਕੋਈ ਡਿਸਕ ਬ੍ਰੇਕ ਹੈਗੀ ਆ ਕਾਂਗਰਸ ਪਾਰਟੀ ਵਾਲਿਆਂ ਕੋਲ ਵੀ ਉਹ ਮੋਦੀ ਸਾਹਿਬ ਜਾਂ ਬੀਜੇਪੀ ਦੀ ਲਵਾ ਦੇਣਗੇ, ਇਹੋ ਜਿਹੀ ਗੱਲ ਕੋਈ ਨਹੀਂ। ਹੁਣ ਉਹਨਾਂ ਨੂੰ ਵੀ ਕੋਈ ਨਾ ਕੋਈ ਸਪੋਰਟ ਚਾਹੀਦੀ ਵੀ ਚੱਲ ਯਾਰ ਜੇ ਹੋਰ ਕੁਛ ਨਾ ਚੱਲੇ ਤੇ ਗੰਨੇ ਵਾਲੀ ਟਰਾਲੀ ਮਗਰ ਪਾ ਲਿਓ, ਜਿਹਨੇ ਭਾਰ ਭੂਰ ਨਾਲ ਹੀ ਕਿਤੇ ਕੁਛ ਨਾ ਕੁਛ ਖਿੱਚਿਆ ਜਾਵੇ। ਇਸ ਕਰਕੇ ਉਹਨਾਂ ਨੂੰ ਵੀ ਜਾਪਦਾ ਵੀ ਯਾਰ ਇਕੱਲੇ ਇੱਕ ਪੰਜਾਬ ਜਾਂ ਪੰਜਾਬ ਦੇ ਚੰਦ ਲੀਡਰਾਂ ਜਾਂ ਕਹਿ ਲਓ ਕਿ ਵੀ 10-12 ਸੀਟਾਂ ਦਾ ਕਰਕੇ ਆਪਾਂ ਬਾਕੀ ਦੀਆਂ ਜਿਹੜੀਆਂ ਸੀਟਾਂ ਨੇ ਉਹਨਾਂ ਦੇ ਚੱਕਰ 'ਚ ਨਾ ਪਈ। ਹੁਣ ਦੇਖੋ ਨਾ 13 ਸੀਟਾਂ ਨੇ, ਹੁਣ ਜੇ 13 ਸੀਟਾਂ ਵਾਲੇ ਬੰਦੇ ਆਖਣਗੇ ਵੀ ਜਾ ਕੇ ਅਸੀਂ ਇੱਦਾਂ ਨਹੀਂ ਕਰਨਾ, ਉਹਨਾਂ ਕਹਿਣਾ ਵੀਰ ਚਲੋ 13 ਤੁਹਾਡੀਆਂ ਹੀ ਮੰਨ ਲੈਂਦੇ ਹਾਂ, 272 ਚਾਹੀਦੀਆਂ, ਉਹ ਕਿੱਥੋਂ ਪੂਰੀਆਂ ਕਰਕੇ ਦਿਓਗੇ ਸਾਡੀਆਂ? ਸੋਚਣ ਵਾਲੀ ਗੱਲ ਆ ਨਾ। ਹੁਣ ਤੁਸੀਂ ਦੇਖੋ ਵੀ ਮੋਟੀਆਂ 259 ਬਣ ਗਈਆਂ, 259 ਮੰਨ ਲਓ ਸਵੇਰੇ ਪ੍ਰਤਾਪ ਸਿੰਘ ਬਾਜਵਾ ਸਾਹਿਬ, ਰਾਜਾ ਵੜਿੰਗ ਸਾਹਿਬ ਜਾਂ ਹੋਰ ਬੰਦੇ ਜਾ ਕੇ ਉੱਥੇ ਬਹਿ ਜਾਂਦੇ ਆ, ਇੱਦਾਂ ਖੜਗੇ ਸਾਹਿਬ ਬੈਠੇ ਹੋਣ, ਰਾਹੁਲ ਗਾਂਧੀ ਸਾਹਿਬ ਬੈਠੇ ਹੋਣ, ਇੱਧਰੋਂ ਐਂ ਕਹਿਣਾ ਵੀ ਸਰਦਾਰ ਜੀ ਸਾਡੀ ਨਹੀਂ ਇਹ ਪੁੱਗਦੀ, ਆਹ ਚੁੱਕ ਲਓ ਕਾਗਜ਼, ਜਾਂ ਤੁਸੀਂ ਇਸ ਤੋਂ ਪਾਸੇ ਹੋ ਜਾਓ, ਤੇ ਨਹੀਂ ਤਾਂ ਫਿਰ ਅਸੀਂ ਪਾਰਟੀ ਛੱਡੀ। ਅਗਲੇ ਹੋ ਸਕਦਾ ਇੱਧਰੋਂ ਉੱਧਰੋਂ ਪਤਾ ਕਰਾ ਲੈਣ ਵੀ ਪਾਰਟੀ ਤੇ ਅੱਗੇ ਆਉਣ ਨੂੰ ਬੜੇ ਰਾਜੀ ਨੇ, ਤੁਸੀਂ ਉਹ ਚਿੰਤਾ ਛੱਡ ਦਿਓ, ਤੁਸੀਂ ਇਹ ਦੱਸੋ ਵੀ ਆਹ 259 ਬਾਕੀ ਦੀਆਂ ਇਹ ਕੌਣ ਪੂਰੀਆਂ ਕਰਕੇ ਦਿਓ, ਅਸੀਂ ਤੁਹਾਡੀਆਂ 13 ਤੇ ਰਹਿ ਗਈ। ਨਹੀਂ, ਇਹ ਗੱਲ ਸੰਧਾਲੀਆ ਸਾਹਿਬ ਤੁਹਾਡੀ ਠੀਕ ਹੈ। ਮੈਨੂੰ ਇੱਕ ਹੋਰ ਐਂਗਲ ਲੱਗਦਾ, ਇਹਦਾ ਪੱਖ, ਇੱਕ ਦ੍ਰਿਸ਼ਟੀਕੋਣ ਹੋਰ ਵੀ ਲੱਗਦਾ ਹੈ, ਕਿਉਂਕਿ ਕਾਂਗਰਸ ਪਾਰਟੀ ਦੀਆਂ ਸਾਰੀਆਂ ਮੀਟਿੰਗਾਂ ਦੇ ਵਿੱਚੋਂ ਜਦੋਂ ਸਾਰੇ ਵਰਕਰਾਂ ਤੋਂ, ਸਾਰੇ ਬੰਦਿਆਂ ਤੋਂ ਰਾਏ ਲੈ ਲਈ ਗਈ, ਤਾਂ ਮੈਨੂੰ ਲੱਗਦਾ ਕਿ 95% ਕਾਂਗਰਸੀ ਲੀਡਰ, ਚਾਹੇ ਕੋਈ ਖੁੱਲ੍ਹ ਕੇ ਪ੍ਰੈਸ ਦੇ ਵਿੱਚ ਨਹੀਂ ਬੋਲ ਰਿਹਾ, ਉਹ ਇਸ ਗੱਠਜੋੜ ਦੇ ਖਿਲਾਫ ਹੋਣਗੇ ਪੰਜਾਬ ਦੇ ਲੀਡਰ। ਹੁਣ ਉੱਥੇ ਇੱਕ ਤਰੀਕਾ ਹੈਗਾ ਜਿਹਦਾ ਰੌਲਾ ਰੱਪਾ 16 ਤਰੀਕ ਨੂੰ ਮੀਟਿੰਗ ਹੈ ਹੈਦਰਾਬਾਦ ਤੇਲੰਗਾਨਾ ਦੇ ਵਿੱਚ, ਮੱਲਿਕਾਰਜੁਨ ਖੜਗੇ ਸਾਹਿਬ ਨੇ ਸੱਦੀ ਹੈ, ਜਿੰਨੇ ਕਾਂਗਰਸ ਦੇ ਸੂਬਿਆਂ ਦੇ ਪ੍ਰਧਾਨ ਨੇ, ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਨੇ, ਉਹ ਇੱਕ ਤਰ੍ਹਾਂ ਦੇ ਨਾਲ ਫੈਸਲਾਕੁਨ ਮੀਟਿੰਗ ਹੈ ਕਾਂਗਰਸ ਦੀ, ਉਹਦੇ ਵਿੱਚ ਸਾਰਾ ਕੁਝ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ। ਮੈਨੂੰ ਲੱਗਦਾ ਕਿ ਇੱਕ ਤਰੀਕਾ ਵਰਤਿਆ ਜਾ ਸਕਦਾ, ਤੇ ਪੰਜਾਬ ਦੇ ਕਾਂਗਰਸੀ ਲੀਡਰ ਚਾਹੁੰਦੇ ਆ ਕਿ ਉਹੀ ਤਰੀਕਾ ਹੋਵੇ। ਪ੍ਰਤਾਪ ਸਿੰਘ ਬਾਜਵਾ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ ਉਹ ਜਾ ਕੇ ਹਾਈ ਕਮਾਂਡ ਦੇ ਇੱਕ ਪ੍ਰੈਸ਼ਰ ਜ਼ਰੂਰ ਪਾਉਣਗੇ ਕਿ ਅਸੀਂ 6, 7 ਜਾਂ 8 ਸੀਟਾਂ ਤੇ ਬੰਦੇ ਨਹੀਂ ਖੜੇ ਕਰਨੇ। ਉਹ ਉੱਥੇ ਜਾ ਕੇ ਕਹਿਣਗੇ ਕਿ ਅਸੀਂ 13 ਦੀਆਂ 13 ਸੀਟਾਂ ਲੜਨੀਆਂ। ਉਹ ਇਹ ਵੀ ਕਹਿਣਗੇ ਕਿ ਆਮ ਆਦਮੀ ਪਾਰਟੀ ਵੀ 13 ਦੀਆਂ 13 ਸੀਟਾਂ ਲੜੇ, ਤੁਸੀਂ ਹਰਿਆਣੇ 'ਚ ਸਮਝੌਤਾ ਕਰ ਲਓ, ਰਾਜਸਥਾਨ 'ਚ ਕਰ ਲਓ, ਦਿੱਲੀ 'ਚ ਕਰ ਜਾਓ, ਸਾਨੂੰ ਕੋਈ ਇਤਰਾਜ਼ ਨਹੀਂ, ਅਸੀਂ ਪੰਜਾਬ 'ਚ ਸਮਝੌਤਾ ਨਹੀਂ ਕਰਨਾ। ਤੇ ਉਹਦਾ ਤਰਕ ਕੀ ਦੇਣਗੇ? ਉਹ ਤਰਕ ਦਿੰਦੇ ਵੀ ਹੈ ਰਾਜਾ ਵੜਿੰਗ ਤੇ ਬਾਜਵਾ ਸਾਹਿਬ ਕਿ ਪੰਜਾਬ ਦੇ ਵਿੱਚ ਜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹਰਦੇ ਆ ਜਾਂ ਕਾਂਗਰਸ ਪਾਰਟੀ ਦੇ ਕੈਂਡੀਡੇਟ ਹਰਦੇ ਆ ਤਾਂ ਜਿੱਤਦਾ ਕੌਣ ਹੈ? ਬੀਜੇਪੀ ਜਾਂ ਅਕਾਲੀ ਦਲ ਤਾਂ ਸਾਰੀਆਂ ਸੀਟਾਂ ਦੇ ਉੱਤੇ ਅੱਗੇ ਨਜ਼ਰ ਨਹੀਂ ਆਉਂਦੀ। ਉਹ ਕਹਿੰਦੇ ਆ ਕਿ ਜੇ ਕਾਂਗਰਸ ਹਰਦੀ ਹੈ ਤਾਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਤਦਾ ਹੈ, ਜੇ ਆਮ ਆਦਮੀ ਪਾਰਟੀ ਹਰਦੀ ਹੈ ਤਾਂ ਕਾਂਗਰਸ ਦਾ ਉਮੀਦਵਾਰ ਜਿੱਤਦਾ ਹੈ। ਉਹ ਮੈਨੂੰ ਲੱਗਦਾ ਕਿ ਚਾਹੇ ਇਹ ਗੱਲ ਜਨਤਕ ਹੋਵੇ ਚਾਹੇ ਨਾ ਹੋਵੇ, ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਦੇ ਵਿੱਚ ਜਾ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਇਹ ਗੱਲ ਉੱਥੇ ਜ਼ਰੂਰ ਆਖਣਗੇ ਕਿ ਸਾਨੂੰ 13 ਦੀਆਂ 13 ਸੀਟਾਂ ਲੜਨ ਦਿਓ, 13 ਦੀਆਂ 13 ਸੀਟਾਂ ਉਹਨਾਂ ਨੂੰ ਲੜਨ ਦਿਓ, ਤੇ ਬਹੁਤੀਆਂ ਅਸੀਂ ਉਹ ਜਿੱਤਣੀਆਂ, ਜਾਂ ਆਮ ਆਦਮੀ ਪਾਰਟੀ ਨੇ ਜਾਂ ਕਾਂਗਰਸ ਨੇ ਅੱਜ ਦੀ ਤਰੀਕ 'ਚ। ਤੇ ਆਪਾਂ ਜਦੋਂ ਜਿੱਤ ਗਏ ਤੇ ਉਹਦੇ ਤੋਂ ਬਾਅਦ ਸਪੋਰਟ ਤੁਸੀਂ ਕਰਨੀ ਹੋਈ ਹੁੰਦੀ ਆ ਲੋਕ ਸਭਾ ਦੇ ਵਿੱਚ ਜਾ ਕੇ, ਦਿੱਲੀ ਵਾਲੇ ਆਰਡੀਨੈਂਸ ਦੇ ਮੁੱਦੇ ਤੇ ਕਿਹੜਾ ਨਹੀਂ ਕੀਤੀ, ਉਦੋਂ ਕਰ ਦਿਓ। ਪਰ ਪਹਿਲਾਂ ਪੰਜਾਬ ਦੇ ਲੋਕਾਂ ਦੇ ਵਿੱਚ ਜੇ ਅਸੀਂ ਕਹਾਂਗੇ ਕਿ ਤੁਸੀਂ ਝਾੜੂ ਨੂੰ ਵੋਟਾਂ ਪਾਓ, ਜਾਂ ਝਾੜੂ ਵਾਲੇ ਕਹਿਣਗੇ ਤੁਸੀਂ ਪੰਜੇ ਨੂੰ ਵੋਟਾਂ ਪਾਓ, ਕਿ ਸਾਨੂੰ ਇਹ ਸਥਿਤੀ ਮਾਫਕ ਨਹੀਂ, ਕਿ ਜਾਣੀ ਜਿੱਥੇ ਬਾਕੀ ਸਾਰੇ ਦੇਸ਼ ਦੇ ਵਿੱਚ ਪ੍ਰੀ ਇਲੈਕਸ਼ਨ ਚੋਣਾਂ ਤੋਂ ਪਹਿਲਾਂ ਗੱਠਜੋੜ ਹੋਵੇ, ਉੱਥੇ ਪੰਜਾਬ ਦੇ ਵਿੱਚ ਲੋਕਾਂ ਦੇ ਲਈ ਉਹ ਪੂਰਾ ਗਹਿ-ਗੱਚ ਮੁਕਾਬਲਾ ਹੋਵੇ, ਪਰ ਅੰਦਰ ਖਾਤੇ ਇਸ ਗੱਲ ਦੇ ਉੱਤੇ ਸਹਿਮਤੀ ਬਣੇ ਕਿ ਭਾਈ ਕੋਈ ਗੱਲ ਨਹੀਂ, ਇਲੈਕਸ਼ਨ ਸਾਰੀਆਂ ਸੀਟਾਂ ਤੇ ਲੜਦੇ ਆ, ਕਿਉਂਕਿ ਬੀਜੇਪੀ ਮੁੱਖ ਧਾਰਾ ਦੇ ਵਿੱਚ ਨਹੀਂ। ਇਸ ਕਰਕੇ ਜਦੋਂ ਇਲੈਕਸ਼ਨ ਜਿੱਤੀ ਗਈ ਉਦੋਂ ਤੁਸੀਂ ਜੋ ਵੀ ਹਾਈਕਮਾਂਡ ਨੇ ਫੈਸਲਾ ਨਾ ਲੈ ਲਿਓ, ਕਿਉਂਕਿ ਜਦੋਂ ਵਿੱਪ ਹੀ ਜਾਰੀ ਕਰ ਦਿੱਤਾ ਉਦੋਂ ਭੱਜ ਸਕਦਾ ਕੋਈ ਐਮਪੀ। ਇਹ ਆਈਡੀਆ ਤੁਹਾਡਾ ਠੀਕ ਹੈ, ਇਹ ਤਰੀਕਾ ਹੋ ਸਕਦਾ ਠੀਕ, ਪਰ ਇਹ ਤਰੀਕਾ ਅੱਜ ਤੋਂ 20 ਸਾਲ ਪਹਿਲਾਂ ਤੇ ਹੋ ਸਕਦਾ ਹੈ। ਜਦੋਂ ਮਤਲਬ ਸਵੇਰੇ 7:30 ਵਜੇ ਅਖਬਾਰ ਜਿਹਨੇ ਸੁੱਟ ਕੇ ਜਾਣੀ, ਉਸ ਅਖਬਾਰ 'ਚ ਜਿਹੜੀਆਂ 10 ਕੁ ਖਬਰਾਂ ਤੋਂ ਪਤਾ ਲੱਗਦਾ ਹੁੰਦਾ ਹੈ ਵੀ ਹਾਂ ਅੱਛਾ ਫਲਾਣੇ ਨੇ ਕੀ ਕਿਹਾ ਤੇ ਇਹਨੇ ਕੀ ਕਿਹਾ, ਤੇ ਉਦੋਂ ਬਾਅਦ ਡੀਕਦੇ ਰਹਿਣਾ, ਤੇ ਸ਼ਾਮ ਨੂੰ 7 ਕੁ ਵਜੇ ਦੂਰਦਰਸ਼ਨ ਵਾਲਿਆਂ ਨੇ ਕਹਿਣਾ ਕਿ ਹੁਣ ਤੁਸੀਂ ਇਸ ਵੇਲੇ ਦੀਆਂ ਮੁੱਖ ਖਬਰਾਂ ਸੁਣੋ, ਤੇ ਉਸ ਮੁੱਖ ਖਬਰਾਂ ਦੇ ਵਿੱਚੋਂ ਕੋਈ ਇੱਕ ਅੱਧੀ ਖਬਰ ਦੇ ਵਿੱਚ ਪਤਾ ਲੱਗ ਜਾਣਾ ਵੀ ਇੱਦਾਂ ਦੇ ਇੱਦਾਂ, ਤੇ ਉਹ ਵੀ ਕਿਸੇ ਵੇਲੇ ਜੇ ਲੰਘ ਜਾਣੀਆਂ, ਬੱਤੀ ਨਾ ਆਉਂਦੀ ਹੋਣੀ, ਤੇ ਜਾਂ ਬਾਪੂ ਨੇ ਅਜੇ ਕਿਤੇ ਬਾਹਰੋਂ ਲੇਟ ਹੋ ਜਾਣੇ ਰੋਟੀ ਖਾਣ ਦੇ ਚੱਕਰ 'ਚ, ਤੇ ਉਹ ਵੀ ਲੰਘ ਜਾਣੀਆਂ, ਫਿਰ ਅਗਲੇ ਦਿਨ ਅਖਬਾਰ 'ਤੇ ਚੱਲ ਜਾਣੀ, ਤੇ ਅਖਬਾਰ ਵੀ ਉਦੋਂ ਕੋਈ ਸਾਰੇ ਨਹੀਂ ਪੜ੍ਹਦੇ ਹੁੰਦੇ।
ਅੱਜ ਦੀ ਡੇਟ 'ਚ ਜਿੱਦਾਂ ਸੋਸ਼ਲ ਮੀਡੀਆ ਚੱਲਦਾ ਤੇ ਖਾਸ ਕਰਕੇ ਸੋਸ਼ਲ ਮੀਡੀਆ ਦੇ ਵਿੰਗ ਚੱਲਦੇ ਨੇ ਪੋਲੀਟੀਕਲ ਪਾਰਟੀਆਂ ਦੇ, ਈਵਨ ਪੋਲੀਟੀਕਲ ਪਾਰਟੀਆਂ ਤਾਂ ਹੁਣ ਆਪਣੇ ਪ੍ਰੋਗਰਾਮ ਚਲਾਉਣ ਲੱਗ ਪਈਆਂ ਉੱਤੇ ਵੀ ਹਾਂਜੀ ਪ੍ਰੋਗਰਾਮ ਵੀ ਚਲਾਓ ਮਹਾਰਾਜ ਸੋਸ਼ਲ ਮੀਡੀਆ 'ਤੇ। ਆਹ ਜਿਹੜਾ ਤਰੀਕਾ ਜੇ ਇਹਨਾਂ ਨੇ ਕੀਤਾ ਵੀ ਹੋ ਸਕਦਾ ਕਰ ਲੈਣ, ਮੈਂ ਨਹੀਂ ਕਹਿੰਦਾ ਨਹੀਂ ਕਰਨਗੇ। ਅਗਲਿਆਂ ਨੇ ਇਹਨਾਂ ਨੂੰ ਛਿਲਣਾ ਬਹੁਤ ਆ, ਗੱਲੀ ਬਾਤੀ ਰਗੜਨਾ ਬਹੁਤ ਨਾ, ਕਹਿਣਾ ਅੱਛਾ ਇਹ ਵੀ ਇੱਕ ਇੱਥੇ ਝਾੜੂ ਵਾਲਾ ਖਲੋਤਾ ਇੱਕ ਪੰਜੇ ਵਾਲਾ, ਇਹ ਦੋਵੇਂ ਇੱਕ ਦੂਜੇ ਨੂੰ ਗਾਲਾਂ ਕੱਢਦੇ ਆ ਤੇ ਇੱਥੋਂ ਮਾੜਾ ਸ਼ੰਭੂ ਵਾਲਾ ਬਾਰਡਰ ਟੱਪਿਓ ਜੱਫੀ ਪਾ ਕੇ ਖਲੋਤੇ ਜੇ, ਹੈ ਨਾ। ਉਹਦਾ ਜਵਾਬ 13 ਦੀਆਂ 13 ਸੀਟਾਂ 'ਤੇ ਹੋ ਸਕਦਾ ਇਹਨਾਂ ਨੂੰ ਦੇਣਾ ਔਖਾ ਹੋ ਜਾਏ, ਕਿਉਂਕਿ ਜਦੋਂ ਅਗਲਿਆਂ ਨੇ ਵਾਰ-ਵਾਰ ਇਹ ਸਵਾਲ ਕੀਤਾ ਵੀ ਚਲੋ ਜੀ ਬਾਕੀ ਸਾਰਾ ਕੁਛ ਛੱਡਿਆ, ਤੁਸੀਂ ਇਹ ਦੱਸ ਦਿਓ ਵੀ ਕੀ ਇਹਨਾਂ ਦਾ ਗੱਠਜੋੜ ਨਹੀਂ, ਇਹ ਮੁੱਕਰ ਜਾਣ ਵੀ ਹਾਂ ਇਹ ਇਕੱਠੇ ਨਹੀਂ ਆ। ਜਦੋਂ ਇਹ ਇਕੱਠੇ ਆ ਤੇ ਇਹ ਲੋਕੋ ਤੁਹਾਡੇ ਇਹ ਘੱਟਾ ਪਾਉਂਦੇ ਨੇ ਅੱਖਾਂ ਦੇ ਵਿੱਚ, ਉਹ ਜਿਹੜੀਆਂ ਚੀਜ਼ਾਂ ਉਹਨਾਂ ਦਾ ਇਹਨਾਂ ਨੂੰ ਸਾਹਮਣਾ ਕਰਨਾ ਪਿਆ ਇਹਦਾ। ਬਾਕੀ ਹੋ ਸਕਦਾ ਗੱਲ ਬਣ ਜੇ। ਨਹੀਂ, ਗੱਲ ਤੁਹਾਡੀ ਠੀਕ ਹੈ। ਉਹਦਾ ਇੱਕ ਜਵਾਬ ਹੈਗਾ ਉਹਨਾਂ ਦੇ ਕੋਲ, ਇੱਕ ਬਹੁਤ ਸ਼ਾਨਦਾਰ ਜਵਾਬ ਜਿਹੜਾ, ਕਿਉਂਕਿ ਭਾਰਤ ਦੇ ਜਿਹੜੇ ਲੋਕ ਨੇ ਨਾ ਵੋਟਰ ਨੇ ਸਿਆਣੇ ਬੜੇ ਆ, ਪਰ ਕਈ ਐਗਜ਼ਾਮਪਲਾਂ ਕਈ ਉਦਾਹਰਨਾਂ ਉਹਨਾਂ ਦੇ ਕੋਲੇ ਹੁੰਦੀਆਂ। ਆ ਪਿੱਛੇ ਜਿਹੇ ਜਿਹੜੀ ਸਭ ਤੋਂ ਲੇਟੈਸਟ ਉਦਾਹਰਣ ਹੈ ਆਦਮਪੁਰ, ਇੱਕ ਵਿਧਾਨ ਸਭਾ ਹਲਕਾ ਹਰਿਆਣੇ ਦਾ, ਉੱਥੇ ਕੁਲਦੀਪ ਬਿਸ਼ਨੋਈ ਬੜੇ ਵੱਡੇ ਲੀਡਰ ਹੈ, ਆਪਣੀ ਪਾਰਟੀ ਵੀ ਉਹਨਾਂ ਦੀ ਹੁੰਦੀ ਸੀ। ਉਹ ਆਪਣੀ ਸੀਟ ਛੱਡ ਕੇ ਅਸਤੀਫਾ ਦੇ ਕੇ ਪਾਰਟੀ ਵੀ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਿਆ। ਭਾਜਪਾ ਨੇ ਜ਼ਿਮਨੀ ਚੋਣ ਹੋਈ, ਉਹਨਾਂ ਨੂੰ ਉਮੀਦਵਾਰ ਬਣਾਇਆ ਤੇ ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਇਆ। ਆ ਮੋਗੇ ਦੇ ਵਿੱਚ ਜੋਗਿੰਦਰਪਾਲ ਜੈਨ ਸਾਹਿਬ ਕਾਂਗਰਸੀ ਹੁੰਦੇ ਸੀ, ਉਹਨਾਂ ਨੇ ਪਾਰਟੀ ਛੱਡੀ, ਅਕਾਲੀ ਦਲ 'ਚ ਆਏ, ਚੰਦ ਮਹੀਨਿਆਂ ਬਾਅਦ ਅਕਾਲੀ ਦਲ ਨੇ ਟਿਕਟ ਦਿੱਤੀ, ਮੋਗੇ ਦੇ ਲੋਕਾਂ ਨੇ ਵੋਟਾਂ ਪਾਈਆਂ। ਇੱਧਰਲੇ ਪਾਸੇ ਤਲਵੰਡੀ ਸਾਬੋ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਸਾਹਿਬ ਹੁੰਦੇ ਸੀ, ਉਹਨਾਂ ਨੇ ਕਾਂਗਰਸ ਪਾਰਟੀ ਛੱਡੀ, ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਏ ਤੇ ਅਕਾਲੀ ਦਲ ਦੀ ਟਿਕਟ ਦੇ ਉੱਤੇ ਉਸੇ ਹੀ ਹਲਕੇ 'ਚ ਚੰਦ ਮਹੀਨਿਆਂ ਬਾਅਦ ਚੋਣ ਲੜੀ, ਲੋਕਾਂ ਜਿਤਾਏ। ਜਲੰਧਰ ਦੀ ਜ਼ਿਮਨੀ ਚੋਣ ਹੁਣੇ ਹੋ ਕੇ ਹਟੀ ਆ, ਕਾਂਗਰਸ ਪਾਰਟੀ ਵੱਲੋਂ ਸਾਲ ਕੁ ਪਹਿਲੇ ਚੋਣ ਲੜੀ ਸੀ, ਸੁਸ਼ੀਲ ਰਿੰਕੂ ਸਾਹਿਬ ਨੇ MLA ਨਹੀਂ ਸੀ ਬਣੇ, ਪਰ ਉਹਨਾਂ ਨੇ ਚੰਦ ਦਿਨਾਂ ਦੇ ਵਿੱਚ ਹੀ ਪਲਟੀ ਮਾਰੀ, ਆਮ ਆਦਮੀ ਪਾਰਟੀ 'ਚ ਆਏ, ਉਮੀਦਵਾਰ ਬਣੇ, ਲੋਕਾਂ ਵੋਟਾਂ ਪਾਈਆਂ, ਜਿਤਾਏ। ਉਧਰਲੇ ਪਾਸੇ ਮੱਧ ਪ੍ਰਦੇਸ਼ ਦੇ ਵਿੱਚ ਜੋਤਿਰਾਦਿੱਤਿਆ ਸਿੰਧੀਆ, ਉਹ ਆਪਣੇ ਕਿੰਨੇ ਹੀ MLA ਕਾਂਗਰਸੀ ਸਾਥੀਆਂ ਨੂੰ ਨਾਲ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਸੀ ਤੇ ਉਹਨਾਂ ਸਾਰਿਆਂ ਨੇ ਅਸਤੀਫੇ ਦਿੱਤੇ ਸੀ। BJP ਦੀ ਟਿਕਟ 'ਤੇ ਮੁੜ ਕੇ ਉਹਨਾਂ ਦੇ ਵਿੱਚੋਂ ਬਹੁਤੇ ਚੋਣ ਲੜੇ ਤੇ ਬਹੁਤੇ ਜਿੱਤੇ। ਜਾਣੀ ਮੈਂ ਨਹੀਂ ਕਹਿੰਦਾ ਕਿ ਇਹ ਚੀਜ਼ਾਂ ਠੀਕ ਨੇ, ਮੈਂ ਬਿਲਕੁਲ ਨਹੀਂ ਕਹਿੰਦਾ, ਪਰ ਜਦੋਂ ਇੰਨੀਆਂ ਸਾਰੀਆਂ ਉਦਾਹਰਨਾਂ ਹੁੰਦੀਆਂ ਤੇ ਹੋ ਸਕਦਾ ਕਿ ਅਗਲੇ ਪ੍ਰੈਜੈਂਟੇਸ਼ਨ ਦੇ ਕੇ ਦੱਸਣ, ਮੈਂ ਤਾਂ ਮੂੰਹ ਤੋਂ ਬੋਲ ਕੇ ਦੱਸਿਆ। ਇਹ ਹੋ ਸਕਦਾ, ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਉਹਦੇ 'ਚ ਇੱਕੋ ਗੱਲ ਹੈ ਨਾ, ਉਹਦੇ 'ਚ ਅਗਲਾ ਬੰਦਾ ਨਹਾ ਕੇ ਆਉਂਦਾ ਨਾ ਵੀ ਮੈਂ ਵੀਰ ਕੱਲ ਉਹਨਾਂ ਨਾਲ ਸੀ, ਅੱਜ ਮੈਂ ਨਹਾ ਲਿਆ, ਹੁਣ ਮੈਂ ਇਹਨਾਂ ਨਾਲ ਹੋ ਗਿਆ। ਨਿੰਬੂ ਵਾਲੇ ਸਾਬੁਨ ਸੀ, ਹਾਂ, ਉਹ ਕਲੀਅਰ ਹੋ ਜਾਂਦਾ ਵੀ ਮੈਂ ਇਹਨਾਂ ਨਾਲ ਸੀ, ਅੱਜ ਮੈਂ ਇਹਨਾਂ ਨਾਲ ਹੋ ਗਿਆ ਜੀ। ਪਰ ਜਦੋਂ ਇਹ ਕਹਿਣਗੇ ਵੀ ਅੰਦਰ ਖਾਤੇ ਹੀ ਨਾਲ ਆ, ਉੱਦਾਂ ਹੀ ਵਿਰੋਧ 'ਚ ਆ, ਉਹ ਆਪਣੇ ਪੰਜਾਬੀ ਕਿੰਨਾ ਕੁ ਮੰਨਣਗੇ ਨਹੀਂ ਮੰਨਣਗੇ, ਮੈਨੂੰ ਉੱਤੇ ਸ਼ੱਕ ਆ। ਪਰ ਇਹ ਇੱਕ ਗੱਲ ਤਾਂ ਹੈਗੀ ਆ ਵੀ ਇਹ ਐਸਾ ਪੇਚ ਫਸ ਗਿਆ ਜੀ, ਜਿਹੜਾ ਪੇਚ ਨਿਕਲਦਿਆਂ ਜੇ ਦਿਨ ਵਾਹਵਾ ਲੱਗ ਜਾਣੇ ਆ, ਤੇ ਹੋ ਸਕਦਾ ਵੀ ਜਦੋਂ ਤੱਕ ਇਹ ਪੇਚ ਨਿਕਲੇ ਉਦੋਂ ਤੱਕ ਕੁਛ ਲੀਡਰ ਸਾਹਿਬਾਨ ਭਾਵੁਕ ਹੋ ਜਾਣ। ਉਹ ਬਹੁਤਾ ਕਰਕੇ ਮੈਨੂੰ ਕਾਂਗਰਸ 'ਚੋਂ ਆਸ ਆ, ਆਮ ਆਦਮੀ ਪਾਰਟੀ ਵਾਲੇ ਦਾ ਕਿਸੇ ਨੇ ਕੁਛਕਣਾ ਨਹੀਂ, ਵੀ ਉਹ ਭਾਵੁਕ ਹੋ ਕੇ ਆਖਣ ਵੀ ਮੈਂ ਪਾਰਟੀ ਛੱਡੀ, ਮੇਰਾ ਅਸਤੀਫਾ ਆ ਗਿਆ। ਹੋ ਸਕਦਾ ਇੱਕ ਦੋ ਵਾਰ ਪਾਰਟੀ ਵਾਲੇ ਮਨਾਉਣ ਵੀ ਆਉਣ, ਮੰਨਣ ਦੀ ਆਸ ਵੀ ਮੈਨੂੰ ਬਾਅਦ 'ਚ ਘੱਟ ਲੱਗਦੀ, ਕਿਉਂਕਿ ਜਦੋਂ ਬੰਦਾ ਸਟੈਂਡ ਹੀ ਲੈ ਗਿਆ ਤੇ ਲੈ ਗਿਆ, ਤੇ ਫਿਰ ਹੋ ਸਕਦਾ ਵੀ ਉਹ ਵੀ ਬਾਅਦ ਦੇ ਵਿੱਚ ਆਖਣ ਵੀ ਚੰਗਾ ਯਾਰ ਚਲੇ ਤੇ ਪਹਿਲਾਂ ਹੀ ਜਾਣਾ ਸੀ, ਜਦੋਂ ਦੇ ਕੈਪਟਨ ਸਾਹਿਬ ਹੋਣੀ ਜੈਕਟ ਸਾਹਿਬ ਹੋਣੀ ਗਏ ਆ, ਸੂਤ ਜਿਹਾ ਨਹੀਂ ਆਉਣ ਡਿਆ। ਨਹੀਂ, ਆ ਜਿਹੜੀ ਤੁਸੀਂ ਗੱਲ ਕਹੀ ਨਾ ਕਿ ਫਿਰ ਮੰਨਣ ਦੀ ਆਸ ਘੱਟ ਆ, ਫਿਰ ਜਿਹੜਾ ਬੰਦਾ ਸਟੈਂਡ ਲੈ ਗਿਆ ਤੇ ਲੈ ਗਿਆ। ਅੱਜ ਜਦੋਂ ਜਲੰਧਰ ਦੀ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਸੀ, ਕਰਤਾਰਪੁਰ ਦੇ ਸਾਬਕਾ ਵਿਧਾਇਕ ਜਿਹੜੇ ਚੌਧਰੀ ਸਾਹਿਬ ਸੁਰਿੰਦਰ ਸਿੰਘ ਹੋਰੀ, ਉਹ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਗਿਆ ਸੀ, ਸਟੈਂਡ ਲੈ ਗਿਆ ਸੀ, ਫਿਰ ਲੈ ਗਏ, ਹਫ਼ਤੇ 'ਚ ਹੀ ਮੁੜ ਕੇ ਆ ਗਏ। ਨਹੀਂ, ਉਹ ਗਏ ਵੀ ਐਂ ਸੀ ਨਾ, ਆਏ ਵੀ ਇਹ ਬੇਸ ਵਾਹਵਾ ਬਣ ਰਿਹਾ। ਇਹ ਤੇ ਹੁਣ ਤੁਸੀਂ ਵੇਖੋ ਲਗਭਗ ਮੇਰਾ ਮਹੀਨਾ ਕੁ ਹੋ ਗਿਆ ਇਹ ਚੀਜ਼ ਨੂੰ, ਤੇ ਜੇ 15-20 ਦਿਨ ਇਹ ਹੋਰ ਰਿੱਝਦਾ ਰਿਹਾ ਕੰਮ, ਤੇ ਤੁਸੀਂ ਵੇਖੋ ਵੀ 1.5 ਮਹੀਨੇ ਦਾ ਚੰਗਾ ਕੜਿਆ ਦੁੱਧ ਜਿਹੜਾ ਉਹ ਐਡੀ ਛੇਤੀ ਤੁਸੀਂ ਆਖੋ 2 ਦਿਨ ਤੁਸੀਂ ਛੁੱਟੀ ਦੇ ਰਹੇ। ਮੈਂ ਕਿਹਾ ਪਤਾ ਨਹੀਂ ਕਿਹੜਾ ਸਟੈਂਡ ਦੇਖਿਆ ਤੁਸੀਂ ਵੀ। ਅੱਛਾ, ਮੈਨੂੰ ਆਸ ਲੱਗਦੀ, ਕਿਉਂਕਿ ਕਾਰਨ ਹੈ ਨਾ, ਮੈਂ ਸਟੈਂਡ ਦੇ ਬਾਅਦ ਅਗਲੀ ਐਗਜ਼ਾਮਪਲ ਵੀ ਦਿੱਤੀ ਨਾ ਵੀ ਉਹ ਕਿਸੇ ਵੇਲੇ ਉਹਦਾ ਬਹਾਨਾ ਹੀ ਹੁੰਦਾ ਸਟੈਂਡ ਦਾ, ਚੜ੍ਹਨਾ ਤੇ ਬੱਸੇ ਹੋਰ ਹੁੰਦਾ। ਅੱਛਾ ਸੰਧਾਲੀਆ ਸਾਹਿਬ, ਇਸ ਸੰਭਾਵੀ ਸੀਟ ਸ਼ੇਅਰਿੰਗ ਦੇ ਵਿੱਚ ਜਾਂ ਕਿਸੇ ਵੀ ਚੀਜ਼ ਦੇ ਵਿੱਚ ਬਹੁਤ ਸਾਰੇ ਲੋਕ ਆਪਾਂ ਵੀ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਇਸ ਗੱਠਜੋੜ ਦੀ ਤੁੱਕ ਜਾਂ ਲੋੜ ਨਹੀਂ, ਪਰ ਕੀ ਬਾਕੀ ਸੂਬਿਆਂ ਦੇ ਵਿੱਚ ਇਹ ਗੱਠਜੋੜ ਜਾਣੀ ਅਰਵਿੰਦ ਕੇਜਰੀਵਾਲ ਸਾਹਿਬ ਜਾਂ ਬੀਬੀ ਸੋਨੀਆ ਗਾਂਧੀ, ਪ੍ਰਿਯੰਕਾ ਗਾਂਧੀ, ਰਾਹੁਲ ਗਾਂਧੀ ਸਾਹਿਬ, ਉਹ ਕਿਉਂ ਸੋਚ ਰਹੇ ਆ ਕਿ ਗੱਠਜੋੜ ਕਰੀਏ? ਕਿੱਥੇ ਸੰਭਾਵਨਾ ਹੋ ਸਕਦੀ ਹੈ? ਆਪਾਂ ਦਿੱਲੀ ਦੀਆਂ 7 ਲੋਕ ਸਭਾ ਦੀਆਂ ਸੀਟਾਂ ਲੈਂਦੇ ਹਾਂ, ਉੱਥੇ ਜ਼ੋਰ ਕਾਂਗਰਸ ਨੇ ਵੀ ਲਾਇਆ, ਸਿਰੇ ਦੇ ਲੀਡਰਾਂ ਨੂੰ ਟਿਕਟਾਂ ਦਿੱਤੀਆਂ ਪਿਛਲੀਆਂ 2 ਇਲੈਕਸ਼ਨਸ। ਆਮ ਆਦਮੀ ਪਾਰਟੀ ਨੇ ਵੀ ਕਸਰ ਕੋਈ ਨਹੀਂ ਛੱਡੀ, ਬੰਦੇ ਬਦਲ ਕੇ ਲੋਕ ਸਭਾ ਦੀ ਚੋਣ ਲੜਾਈ, ਖਾਤਾ ਨਹੀਂ ਖੁੱਲਿਆ। 7 ਦੀਆਂ 7 BJP ਜਿੱਤ ਲੈਂਦੀ ਹੈ। ਹੋ ਸਕਦਾ ਕਿ ਕੋਈ ਤੁਹਾਡੇ ਵਰਗਾ ਜਿਹੜਾ ਸਿਆਣਾ ਸਿਆਸੀ ਸਲਾਹਕਾਰ ਪ੍ਰੈਜੈਂਟੇਸ਼ਨ ਬਣਾ ਕੇ ਲੈ ਜਾਂਦੇ ਹੁੰਦੇ ਆ ਕਿ 1 ਮਿੰਟ ਜੀ ਮੈਂ ਦਿਖਾਣਾ ਹੈ ਕਿ ਆਹ ਦਿੱਲੀ ਦੇ ਪੂਰਬੀ ਲੋਕ ਸਭਾ ਹਲਕੇ ਤੋਂ BJP ਦੀਆਂ ਵੋਟਾਂ ਸੀ ਮੰਨ ਲਓ 4 ਲੱਖ, ਆਮ ਆਦਮੀ ਪਾਰਟੀ ਦੀਆਂ ਸੀ 3 ਲੱਖ, ਇਹਨਾਂ ਦੀਆਂ 1.5 ਲੱਖ,
ਇਹਨਾਂ ਦੀ 1.5 ਲੱਖ ਤੇ 3 ਲੱਖ ਮਿਲਾ ਕੇ 4.5 ਲੱਖ, ਉਹਨਾਂ ਦੀ 4 ਲੱਖ, ਵੀ ਜਿੱਦਾਂ ਐਂ ਕਰਕੇ ਪਾ ਦੇਣੀਆਂ ਹੁੰਦੀਆਂ। ਯਾਨੀ ਹੋ ਸਕਦਾ ਕਿ ਉਹ ਦਿਖਾਇਆ ਹੋਵੇ। ਦੂਸਰਾ, ਕਾਂਗਰਸ ਪਾਰਟੀ ਇਹ ਵੀ ਸੋਚਦੀ ਹੋ ਸਕਦੀ ਹੈ ਕਿ ਅਸੀਂ ਗੁਜਰਾਤ ਦੇ ਵਿੱਚ ਹਰਦੇ ਨਹੀਂ ਸੀ ਜੇ ਆਮ ਆਦਮੀ ਪਾਰਟੀ ਨਾਲ ਖੜੀ ਹੁੰਦੀ। ਹੋ ਸਕਦਾ ਉਹ ਇਹ ਵੀ ਸੋਚਦੇ ਹੋਣ ਕਿ ਅਸੀਂ ਹਿਮਾਚਲ ਪ੍ਰਦੇਸ਼ ਦੇ ਵਿੱਚ ਹੋਰ ਸੀਟਾਂ ਜਿੱਤ ਸਕਦੇ ਸੀ ਜੇ ਆਮ ਆਦਮੀ ਪਾਰਟੀ ਵੋਟਾਂ ਨਾਲ ਲੈਂਦੀ। ਉਹਨਾਂ ਨੂੰ ਇਸ ਗੱਲ ਦਾ ਹੋ ਸਕਦਾ ਕਿ ਐਮਪੀ ਦੇ ਵਿੱਚ, ਯਾਨੀ ਮੱਧ ਪ੍ਰਦੇਸ਼ 'ਚ, ਰਾਜਸਥਾਨ 'ਚ, ਗੁਜਰਾਤ ਦੇ ਵਿੱਚ ਜੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੀਆਂ ਵੋਟਾਂ ਜੁੜਦੀਆਂ ਹੈ ਤੇ ਸ਼ਾਇਦ ਅਸੀਂ ਅੱਧੋ-ਅੱਧ ਤੱਕ ਆ ਜਾਈਏ। ਆਸ ਹੁੰਦੀ ਨਾ ਇੱਕ। ਤੇ ਦੂਜੇ ਪਾਸੇ ਇਹ ਵੀ ਹੋ ਸਕਦਾ ਕਿ ਆਮ ਆਦਮੀ ਪਾਰਟੀ ਵਾਲੇ ਸਿਆਸੀ ਤੌਰ ਤੇ ਲਾਹਾ ਕੀ ਦੇਖਦੇ ਆ। ਉੱਦਾਂ ਤਾਂ ਉਹਨਾਂ ਦੇ ਕੋਲੇ ਪੰਜਾਬ ਹੈ, ਪੰਜਾਬ 'ਚੋਂ ਕਿੰਨੀਆਂ ਜਿੱਤਦੇ ਪਤਾ ਨਹੀਂ, ਦਿੱਲੀ ਦੇ ਵਿੱਚ ਤਾਂ ਆਪਾਂ ਨੂੰ ਪਤਾ ਹੀ ਹੈ ਕੀ ਹੁੰਦਾ। ਹੋ ਸਕਦਾ ਕਿ ਕੱਲ੍ਹ ਨੂੰ ਉਹ ਸੀਟ ਸ਼ੇਅਰਿੰਗ ਦੇ ਵਿੱਚ ਇਹ ਕਹਿਣ ਕਿ ਭਾਈ ਸਾਡੇ ਵੀ ਗੁਜਰਾਤ ਦੇ ਵਿੱਚ 5 MLA ਆ, ਤੁਹਾਡੇ ਕਿੰਨੇ ਕਿਹਾ 12-13 ਤੁਹਾਡੇ ਹੋਣੇ ਆ, ਇਸ ਕਰਕੇ 5-7 ਸੀਟਾਂ ਜਾਂ 2 ਸੀਟਾਂ ਜਾਂ 3 ਸੀਟਾਂ ਸਾਨੂੰ ਵੀ ਛੱਡੋ। ਅਗਲੇ ਕਹਿ ਸਕਦੇ ਆ, ਕਿਉਂਕਿ 3 ਹੀ ਤਾਂ ਪਾਰਟੀਆਂ ਨੇ ਗੁਜਰਾਤ ਦੇ ਵਿੱਚ, ਜਾਂ ਬੀਜੇਪੀ ਹੈ, ਜਾਂ ਕਾਂਗਰਸ ਹੈ, ਜਾਂ ਆਮ ਆਦਮੀ ਪਾਰਟੀ ਹੈ। ਤੇ ਜੇ ਸੀਟਾਂ ਦੀ ਆਪਾਂ ਰੇਸ਼ੋ ਦੇਖੀਏ, ਜੇ ਉਹ ਕਹਿਣ ਕਿ MLA ਸੀਟਾਂ ਦੀ ਜੇ ਰੇਸ਼ੋ ਦੇ ਹਿਸਾਬ ਨਾਲ ਦੇਖ ਲਈਏ 3-4 ਸੀਟਾਂ ਦੇ ਉੱਤੇ ਦਾਅਵਾ ਐਵੇਂ ਹੀ ਕਰਦੇ ਆ। ਇਸੇ ਤਰੀਕੇ ਗੋਆ ਦੇ ਵਿੱਚ 2 MLA ਨੇ, ਤਾਂ ਗੋਆ ਦੀਆਂ ਸੀਟਾਂ ਵੀ ਲੋਕ ਸਭਾ ਦੀਆਂ 2 ਨੇ, ਉੱਥੋਂ ਤਾਂ ਕੁਝ ਮਿਲਣਾ ਨਹੀਂ। ਉਹਦੇ ਤੋਂ ਪਹਿਲਾਂ ਰਾਜਸਥਾਨ ਦੇ ਨਤੀਜੇ ਆ ਜਾਣੇ ਆ, ਮੱਧ ਪ੍ਰਦੇਸ਼ ਦੇ ਨਤੀਜੇ ਆ ਜਾਣੇ ਆ। ਹੁਣ ਦੋਨਾਂ ਸੂਬਿਆਂ ਦੇ ਵਿੱਚ ਜ਼ੋਰ ਆਮ ਆਦਮੀ ਪਾਰਟੀ ਨੇ ਲਾਇਆ। ਜੇ 2-3-4% ਵੋਟਾਂ ਉੱਥੋਂ ਲੈ ਗਏ, ਇੱਕ ਸੀਟ ਦੇ ਉੱਤੇ ਹੱਥ ਮਾਰਨ ਦੀ ਤਾਂ ਅਗਲੇ ਵੀ ਕੋਸ਼ਿਸ਼ ਕਰਨਗੇ। ਸੋ ਅਰਵਿੰਦ ਕੇਜਰੀਵਾਲ ਸਾਹਿਬ ਜਦੋਂ ਸਿਆਸੀ ਤੌਰ ਤੇ ਫੈਸਲਾ ਲੈਂਦੇ, ਮੈਂ ਨਹੀਂ ਕਹਿੰਦਾ ਲੋਕ ਹੈ ਤਾਂ ਫੈਸਲਾ ਨਾ ਕਾਂਗਰਸ ਵੱਲੋਂ ਨਾ ਆਮ ਆਦਮੀ ਪਾਰਟੀ ਵੱਲੋਂ, ਹਾਂ ਸਿਆਸਤ ਦੇ ਹਿੱਤ ਫੈਸਲਾ ਤਾਂ ਹੈਗਾ ਹੀ ਹੈ ਨਾ। ਹੈ ਤਾਂ ਸਿਆਸੀ ਫੈਸਲਾ। ਮੈਂ ਮੋਟਾ ਹਿਸਾਬ ਲਾਉਂਦਾ ਵੀ 8 ਤੋਂ 10 ਰਾਜ ਐਸੇ ਹੋ ਸਕਦੇ ਜਿੱਥੇ ਆਮ ਆਦਮੀ ਪਾਰਟੀ ਵਾਲੇ ਕਹਿਣ ਵੀ ਸਾਡੀ 1 ਅੱਧੀ 2 ਕਿਤੇ 3, ਜਦੋਂ ਪੰਜਾਬ ਜਾਂ ਦਿੱਲੀ ਵਾਲੇ ਪਾਸੇ ਤੋਂ ਸਦਾ ਵੱਧ ਵੀ ਅਸੀਂ ਆਪਣਾ ਜਿਹੜਾ ਉਹ ਮਤਲਬ ਬੰਦਾ ਖੜਾ ਕਰਨਾ, ਤੇ ਉਹ ਬੰਦੇ ਦੀ ਹੋ ਸਕਦਾ ਵੀ, ਕਿਉਂਕਿ ਹੁਣ ਨੈਸ਼ਨਲ ਪਾਰਟੀ ਆ ਵੀ ਚੋਣ ਨਿਸ਼ਾਨ ਵੀ ਝਾੜੂ ਹੋਊਗਾ ਜੀ। ਤੇ ਮੈਂ ਅੰਦਾਜ਼ਾ ਲਾਉਣਾ ਵੀ ਜੇ ਮੰਨ ਲਓ ਵੀ ਟੋਟਲ ਇਹਨਾਂ ਦੀ ਖਿੱਚ ਧੂ ਕੇ ਜੇ 5, 7, 8, 10 ਦੀ ਤੱਕ ਵੀ ਗੱਲ ਬਣ ਜੇ, ਬਹੁਤ ਹੈ। ਜੇ ਮੈਂ ਘੱਟ ਲਾ ਰਿਹਾ ਕਿਉਂਕਿ ਅਜੇ ਜਿਸ ਹਿਸਾਬ ਦੇ ਹਾਲਾਤ ਬਣਦੇ ਪਏ ਨੇ ਉਸ ਹਿਸਾਬ ਨਾਲ ਤੇ ਇੰਨਾ ਕੀ ਬਣਦਾ। ਕਿਸੇ ਵੇਲੇ ਹੁੰਦਾ ਨਾ ਮੰਨ ਲਓ ਉਹ ਕਹਿੰਦਾ ਯਾਰ ਇੰਨਾ ਕੀ, ਕਹਿੰਦਾ ਵੀ ਅਜੇ ਤੇ ਇੰਨਾ ਕੀ ਹੈ। ਸੋ ਮੈਂ ਨਾ ਵੀ ਜੇ 10-12 ਬੰਦੇ ਵੀ ਇਹਨਾਂ ਦੇ ਉੱਥੇ ਪਹੁੰਚਦੇ ਹੋ ਜਾਂਦੇ, ਤੁਸੀਂ ਇਹ ਦੇਖੋ ਵੀ 7 ਇਹਨਾਂ ਕੋਲੇ ਰਾਜ ਸਭਾ 'ਚ ਹੈਗੇ ਆ, 10 ਹੈਗੇ ਹਾਂ ਜੀ। ਤੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਗੱਲ-ਗੁਲ ਬਣ ਗਈ ਕਿਸੇ ਪਾਸੇ, ਤੇ ਹੋ ਸਕਦਾ ਕਿ ਵੀ ਇੱਕ ਅੱਧਾ ਹੋਰ ਵੱਜ ਵੀ ਰਾਜ ਸਭਾ ਦੇ ਵਿੱਚ। ਤੇ ਜੇ 10-12 ਉੱਧਰੋਂ ਬਣ ਜਾਂਦੇ, ਤੁਸੀਂ ਆਪ ਹਿਸਾਬ ਲਾਓ ਵੀ ਜਿਹੜੀ ਲੋਕ ਸਭਾ ਦੇ ਵਿੱਚ ਪਹਿਲਾਂ ਜ਼ਰੂਰ 2014 'ਚ 4 ਬੰਦੇ ਪੰਜਾਬੀਆਂ ਨੇ ਜਿਤਾ ਕੇ ਘੱਲੇ ਸੀ, ਉਦੋਂ ਬਾਅਦ ਮੁੜ ਕੇ ਸਮਾਂ ਇੱਕ ਉਹ ਵੀ ਆ ਗਿਆ ਸੀ ਵੀ ਇਕਲੌਤੇ ਭਗਵੰਤ ਮਾਨ ਹੋਰੀ ਉੱਥੇ ਹੁੰਦੇ ਸੀ, ਉਹ ਵੀ ਵਾਪਸ ਆ ਗਏ। ਹੁਣ ਦੁਬਾਰਾ ਜੇ ਉਹਨਾਂ ਦਾ ਦਾ ਲੱਗਦਾ ਤੇ ਅਗਲੇ 20-22 ਬੰਦੇ ਉਹਨਾਂ ਦੇ ਉੱਥੇ ਬੋਲਣ ਵਾਲੇ ਹੋ ਜਾਣ, ਤੇ ਅਗਲੇ ਕਹਿਣਗੇ ਤਾਂ ਸਹੀ ਵੀ ਅਸੀਂ ਹੁਣ ਰੜਕਣ ਲੱਗ ਪਏ ਹਾਂ। ਸੋ ਉਹਨਾਂ ਨੂੰ ਇਹ ਦਵਾਈ ਸੂਟ ਕਰਦੀ। ਮੈਂ ਤਾਂ ਹੀ ਕਿਹਾ ਵੀ ਸ਼ਾਇਦ ਵਿਰੋਧ ਵਾਲੀ ਗੱਲ ਆਮ ਆਦਮੀ ਪਾਰਟੀ ਵਾਲੇ ਪਾਸੋਂ ਨਾ ਹੋਵੇ। ਇੱਕ ਮੈਨੂੰ ਹੋਰ ਵੀ ਲੱਗਦਾ, ਕਾਂਗਰਸ ਪਾਰਟੀ ਤੋਂ ਪਰੇ ਰੱਖ ਲੈਂਦੇ ਆ, ਸ਼੍ਰੋਮਣੀ ਅਕਾਲੀ ਦਲ ਦੇ 2 MP ਸੀ, ਉਹਨਾਂ ਦੇ ਵਿੱਚੋਂ ਇੱਕ ਨੂੰ ਕੈਬਨਿਟ ਮੰਤਰੀ ਦਾ ਦਰਜਾ ਮਿਲਿਆ ਸੀ, ਬੀਬੀ ਹਰਸਿਮਰਤ ਕੌਰ ਬਾਦਲ ਹੋਰਾਂ ਨੂੰ। ਉਦੋਂ ਇਹ ਵੀ ਇੱਕ ਰੱਖਿਆ ਗਿਆ ਸੀ ਕਿ ਭਾਈ ਭਾਰਤੀ ਜਨਤਾ ਪਾਰਟੀ ਵੱਲੋਂ ਕਿ ਜੇ ਭਾਈ ਤੁਹਾਡੇ 10 MP ਨੇ ਤਾਂ ਤੁਹਾਡਾ ਇੱਕ ਕੈਬਨਿਟ ਤੇ ਇੱਕ ਰਾਜ ਸਭਾ ਦਾ ਮੰਤਰੀ ਬਣਾਵਾਂਗੇ। ਇਹਨਾਂ ਦੇ ਚਲੋ ਸੀਗੇ ਹੀ 2 ਤਾਂ ਬਣਾਤੇ, ਹੋਰ ਵੀ ਕਈਆਂ ਦੇ ਬਣਾਏ। ਯਾਨੀ ਇਸ ਹਿਸਾਬ ਦੇ ਨਾਲ ਵੀ ਉਹ ਸੋਚਦੇ ਹੋਣਗੇ ਕਿ ਜੇ ਕਿਤੇ ਕੋਲੀਸ਼ਨ ਸਰਕਾਰ ਅੱਗੇ ਬਣਦੀ ਹੈ, ਜੇ ਕਿਤੇ ਸਾਡੇ 20 ਤੋਂ ਉੱਪਰ MP, ਹੁਣ ਤਾਂ ਸਾਡੇ 2-3 ਤਾਂ ਵੱਟਦੇ ਪਏ ਆ ਫਿਰ ਮੰਤਰੀ, ਅਗਲੇ 2 ਤਾਂ ਬਣ ਗਏ। ਆਹੋ, ਤੇ ਜੇ 2 ਮੰਤਰੀ ਆਮ ਆਦਮੀ ਪਾਰਟੀ ਦੇ ਬਣ ਜਾਂਦੇ, ਹੋਰ ਉਹਨਾਂ ਨੂੰ ਕੀ ਚਾਹੀਦਾ? ਫਿਰ ਉਹਨਾਂ ਨੇ ਕਹਿਣਾ ਇਹੀ ਆ ਵੀ ਤੁਸੀਂ ਦੇਖੋ ਕਿੰਨੇ ਥੋੜੇ ਸਮੇਂ 'ਚ ਪਾਰਟੀ ਆਈ ਤੇ ਅਸੀਂ ਇੱਥੋਂ ਤੱਕ ਪਹੁੰਚ ਗਏ। ਹਰਪਾਲ ਸਿੰਘ ਚੀਮਾ ਸਾਹਿਬ ਨੂੰ ਇੱਕ ਪੱਤਰਕਾਰ ਸਾਹਿਬ ਨੇ ਸਵਾਲ ਪੁੱਛ ਲਿਆ ਜਦੋਂ ਕਾਂਗਰਸ ਪਾਰਟੀ ਵਾਲੇ ਕੁਝ ਘੰਟੇ ਪਹਿਲਾਂ ਆਪਸ ਵਿੱਚ ਬੈਠਕਾਂ ਕਰਕੇ ਹਟੇ ਆ, ਤੇ ਉਹਨਾਂ ਨੇ ਕਿਹਾ ਸੀ ਅਸੀਂ ਤਾਂ ਸਾਰੀਆਂ ਸੀਟਾਂ ਤੇ ਤਿਆਰੀ ਕਰ ਰਹੇ ਹਾਂ, ਅਸੀਂ ਤਾਂ ਜਾ ਕੇ ਹਾਈ ਕਮਾਂਡ ਨੂੰ ਦੱਸਾਂਗੇ ਕਿ ਭਾਈ ਪੰਜਾਬ 'ਚ ਠੀਕ ਨਹੀਂ, ਸਾਨੂੰ ਲੋੜ ਨਹੀਂ। ਹਰਪਾਲ ਸਿੰਘ ਚੀਮਾ ਸਾਹਿਬ ਨੂੰ ਪੁੱਛਿਆ, ਉਹ ਕਹਿੰਦੇ ਨੈਸ਼ਨਲ ਲੈਵਲ 'ਤੇ ਗੱਲ ਹੋ ਗਈ ਆ, ਨੈਸ਼ਨਲ ਲੈਵਲ 'ਤੇ ਸਹਿਮਤੀ ਬਣ ਗਈ ਹੈ। ਇਹ ਕੀ ਕਹਿੰਦੇ ਇਹਨਾਂ ਕੋਈ ਫਰਕ ਨਹੀਂ ਪੈਣ ਵਾਲਾ। ਮੈਂ ਸੋਚਦਾ ਸੀ ਕਿ ਤੁਸੀਂ ਇਕੱਠੀਆਂ ਚੋਣਾਂ ਲੜਨੀਆਂ, ਸੀਟ ਸ਼ੇਅਰਿੰਗ ਹੋਣੀ ਹੈ, ਜੇ ਹੁੰਦੀ ਹੈ ਤਾਂ, ਤੇ ਹਾਈ ਕਮਾਂਡ ਨੇ ਥੋੜ੍ਹੀ ਆ ਕੇ ਪ੍ਰਚਾਰ ਕਰਨਾ ਬੂਥ ਲੈਵਲ ਦੇ ਉੱਤੇ। ਕਿਹਨੇ ਕਹਿਣਾ ਜਾ ਕੇ ਕਿ ਵੋਟਾਂ ਪਾਇਓ ਇਹਨਾਂ ਨੂੰ ਜਾਂ ਉਹਨਾਂ ਨੂੰ? ਜਾਣੀ ਜੇ ਉੱਪਰਲੇ ਪਾਸਿਓਂ ਹੁਕਮ ਆ ਵੀ ਗਏ, ਮੈਨੂੰ ਪਤਾ ਕਿ ਸੰਧਾਲੀਆ ਸਾਹਿਬ ਕੈਨੇਡਾ ਰਹਿੰਦੇ ਆ, ਮੈਨੂੰ ਤੁਸੀਂ ਇੱਥੇ ਰੱਖਿਆ ਕਿ ਤੂੰ ਭਾਈ ਮੇਰੇ ਖੇਤ ਦੇਖਣੇ ਆ, ਫਸਲਾਂ ਭਾਅ ਬੀਜਣੀਆਂ, ਤੇਰੀ ਤਨਖਾਹ ਪੂਰੀ ਹੈ। ਜੇ ਮੈਨੂੰ ਤੁਸੀਂ ਦਬ ਕੇ ਮਾਰੋਗੇ ਕਿ ਭਾਈ ਠੀਕ ਆ ਤੂੰ ਹੁਣ ਐਂ ਨਹੀਂ ਕੀਤਾ, ਉਹ ਨਹੀਂ ਕੀਤਾ, ਅਸੀਂ ਕੈਮਰੇ ਲਵਾ ਲੈਣੇ ਹੈ ਕਰਨੇ, ਮੈਂ ਠੀਕ ਹੈ ਕੋਈ ਗੱਲ ਨਹੀਂ, ਗੋਡੀ ਕਰਾਉਣੀ ਹੈ ਨਾ, ਉਹ ਤਾਂ ਮੇਰੀ ਇੱਛਾ ਕਿ ਮੈਂ ਕਈ 1 ਇੰਚ ਮਾਰਨੀ ਹੈ ਕਿ 7 ਇੰਚ ਮਾਰਨੀ ਹੈ। ਇਸ ਕਰਕੇ ਫਿਰ ਕਈ ਇੱਥੇ 1 ਇੰਚ ਚਾਹੀਦੀ ਹੈ ਕਿ 7 ਇੰਚ ਚਾਹੀਦੀ ਹੈ। ਆ ਜਿਹੜੇ ਹਾਲਾਤ ਨੇ ਬੜੇ ਅਜੀਬੋ ਗਰੀਬ ਨੇ। ਇਹ ਦੇਖੋ ਜੇ ਚੀਮਾ ਸਾਹਿਬ ਦੀ ਗੱਲ ਕਰੀਏ ਨਾ, ਚੀਮਾ ਸਾਹਿਬ ਗੱਠਜੋੜ ਤੇ ਹੁਣ ਉੱਤੋਂ ਹੋਣ ਡਿਆ, ਤੇ ਉਹ ਵੀ ਆਪਾਂ ਨੂੰ ਪਤਾ ਵੀ 24 ਦੀਆਂ ਇਲੈਕਸ਼ਨਾਂ ਤੱਕ ਹੀ ਹੋ ਰਿਹਾ। 24 ਤੋਂ ਬਾਅਦ 24 ਲੰਘ ਜਾਣੀ ਹੈ, ਕੋਈ ਬਣਦਾ ਕੀ ਨਹੀਂ ਬਣਦਾ ਉਹ ਟਾਈਮ ਦੱਸੂਗਾ, ਪਰ 27 'ਚ ਤੇ ਫਿਰ ਲੜਾਈ ਇਹਨਾਂ ਨਾਲ ਹੀ ਪੈਣੀ ਨੇ। ਇਸ ਕਰਕੇ ਉਹ ਭਵਿੱਖ ਦੀ ਜਿਹੜੀ ਲੜਾਈ ਹੈ ਉਹਨੂੰ ਜ਼ਰੂਰ ਬਰਕਰਾਰ ਰੱਖ ਰਹੇ। ਇਹ ਨਾ ਗੱਠਜੋੜ ਮੈਨੂੰ ਪਤਾ ਕਿੱਦਾਂ ਦਾ ਲੱਗਦਾ,
ਜਿਹੜਾ ਜਿੱਦਾਂ ਅਕਾਲੀ ਭਾਜਪਾ ਦਾ ਗੱਠਜੋੜ ਸੀ ਜਾਂ ਅਕਾਲੀ ਬਸਪਾ ਦਾ ਗੱਠਜੋੜ ਹੈ, ਉਹ ਗੱਠਜੋੜ ਇਦਾਂ ਸੀਗਾ ਕਿ ਭਾਈ ਆਪਾਂ ਜਿੱਤਣਾ ਹੈ, ਆਪਾਂ ਜਿਤਾਉਣਾ ਹੈ, ਆਪਾਂ ਆਹ ਕਰਨਾ ਹੈ, ਬੂਥ ਤੇ ਮਿਹਨਤ ਕਰਨੀ ਹੈ, ਇਕੱਠੀਆਂ ਰੈਲੀਆਂ ਕਰਨੀਆਂ। ਇੱਦਾਂ ਪੰਜਾਬ 'ਚ ਪਹਿਲਾਂ ਪਿੰਡਾਂ ਦੇ ਵਿੱਚ ਵਿਆਹ ਹੁੰਦੇ ਸੀ ਕਿ ਭਾਈ ਆਪਾਂ ਬਰਾਤ ਨੂੰ ਰੋਟੀ ਪਾਣੀ ਵੀ ਆਪ ਛਕਾਉਣਾ, ਆਪਾਂ ਟੈਂਟ ਵੀ ਆਪ ਲਾਉਣਾ ਹੈ, ਆਪਾਂ ਮੰਜੇ ਬਿਸਤਰੇ ਵੀ ਆਪ ਇਕੱਠੇ ਕਰਨੇ ਆ। ਫਿਰ ਹੌਲੀ ਹੌਲੀ ਮੈਰਿਜ ਪੈਲੇਸ ਜਾਂ ਬੈਂਕਟ ਹਾਲ ਦਾ ਕਲਚਰ ਆ ਗਿਆ। ਉੱਥੇ ਕਹਿੰਦਾ ਕੁਛ ਨਹੀਂ ਕਰਨਾ ਜੀ, ਤੁਸੀਂ ਆਪਾਂ ਉੱਕਾ ਪੋਕਾ ਕਰ ਲਿਆ, ਤੁਸੀਂ ਬਾਅਦ ਤਿਆਰ ਤਿਉਰ ਹੋ ਕੇ ਉੱਥੇ ਜਾ ਕੇ ਛਕਣਾ ਛਕਾਉਣਾ, ਹੋਰ ਤੁਸੀਂ ਕੁਛ ਵੀ ਨਹੀਂ ਕਰਨਾ। ਮੈਨੂੰ ਲੱਗਦਾ ਕਿ ਜੇ ਦੋਨਾਂ ਪਾਰਟੀਆਂ ਦੀ ਹਾਈਕਮਾਂਡ ਨੇ ਹੁਕਮ ਦਿੱਤਾ ਕਿ ਚੋਣਾਂ ਇਕੱਠੀਆਂ ਲੈਣੀਆਂ, ਇਹ ਬੈਂਕਟ ਹਾਲ ਵਾਲੇ ਵਿਆਹ ਵਰਗਾ ਹਾਲ ਉਹਨੇ ਚਲੋ ਅੱਛਾ ਨਹੀਂ, ਪਰ ਇੱਕ ਗੱਲ ਇਹ ਵੀ ਆ ਵੀ ਜਿਹੜਾ ਇਹਨਾਂ ਦਾ ਗੱਠਜੋੜ ਹੈ, ਇੰਡੀਆ ਗੱਠਜੋੜ, ਹਾਂਜੀ, ਉਸ ਗੱਠਜੋੜ ਦੇ ਦਾਅਵੇਦਾਰ ਇਹ ਕਹਿਣ ਲੱਗ ਪਏ ਵੀ ਅਸੀਂ ਬੀਜੇਪੀ ਨੂੰ ਡਰਾਤਾ, ਬੀਜੇਪੀ ਪੂਰੀ ਡਰ ਗਈ ਆ। ਖਾਸ ਕਰਕੇ ਉਹ ਕਹਿੰਦੇ ਵੀ ਮੋਦੀ ਸਾਹਿਬ ਨੂੰ ਤੇ ਲੱਗਣ ਲੱਗ ਪਿਆ ਵੀ ਹੁਣ ਉਹ ਗਾਂ ਪ੍ਰਧਾਨ ਮੰਤਰੀ ਨਹੀਂ ਬਣਦੇ। ਇਹਦੇ ਪਿੱਛੇ ਲੌਜਿਕ ਉਹ ਇਹ ਦਿੰਦੇ ਆ ਕਿ ਵੀ ਉਹ ਇੰਡੀਆ ਨਾਮ ਜਦੋਂ ਦਾ ਅਸੀਂ ਆਪਣੇ ਗੱਠਜੋੜ ਲਈ ਵਰਤ ਲਿਆ, ਉਹਦੇ ਤੋਂ ਬਾਅਦ ਬੀਜੇਪੀ ਇੰਡੀਆ ਦਾ ਨਾਮ ਹੀ ਖਤਮ ਕਰਨ ਦੇ ਚੱਕਰ 'ਚ ਪੈ ਗਈ। ਉਹਨਾਂ ਨੂੰ ਲੱਗਦਾ ਵੀ ਇੰਡੀਆ ਨਾਮ ਹੀ ਨਾ ਰਹਿਣ ਦਿੱਤਾ ਜਾਵੇ। ਅਤੇ ਹੁਣ ਜਿੱਦਾਂ ਦੋ ਕੁ ਚੀਜ਼ਾਂ ਹੋਈਆਂ, ਇੱਕ ਤਾਂ ਜਿਹੜਾ ਉਹ G20 ਸੰਮੇਲਨ ਵਾਲਾ ਸੀਗਾ, ਉਹਦੇ ਲਈ ਰਾਸ਼ਟਰਪਤੀ ਜੀ ਦੇ ਨਾਮ 'ਤੇ ਜਿਹੜਾ ਸੰਦੇਸ਼ ਆਉਂਦਾ, ਆਮ ਤੌਰ 'ਤੇ ਲਿਖਿਆ ਹੁੰਦਾ ਪ੍ਰੈਜ਼ੀਡੈਂਟ ਆਫ ਇੰਡੀਆ, ਅਤੇ ਪ੍ਰੈਜ਼ੀਡੈਂਟ ਆਫ ਭਾਰਤ ਜਿਹੜਾ ਲਿਖਿਆ ਹੈਗਾ ਉਹਦੇ 'ਤੇ ਗੱਲ ਚੱਲੀ। ਉਹ ਕਹਿੰਦੇ ਵੀ ਇਹ ਹੁਣ ਇੰਡੀਆ ਨਾਂ ਖਤਮ ਕੀ ਇਸੇ ਕਰਕੇ ਕਰ ਦਿੱਤਾ ਵੀ ਇੰਡੀਆ ਤੋਂ ਸਾਡਾ ਚੇਤਾ ਆਉਂਦਾ, ਸਾਡੀ ਲੋਕਾਂ 'ਚ ਹੁਣ ਪ੍ਰਵਾਨਗੀ ਹੋਣ ਲੱਗ ਪਈ, ਅਤੇ ਉਸ ਚੀਜ਼ ਨੂੰ ਬਦਲਣ ਦੇ ਲਈ ਜਿਹੜਾ ਉਹ ਭਾਰਤ ਦਾ ਨਾਂ ਸ਼ੁਰੂ ਕਰ ਲਿਆ। ਹੁਣ ਮੈਨੂੰ ਜਾਪਦਾ ਵੀ ਇਹ ਕੰਟਰੋਵਰਸੀ ਹੋ ਸਕਦਾ ਚੰਦ ਹੋਰ ਦਿਨ ਅਜੇ ਚੱਲੇ, ਕਿਉਂਕਿ ਜਿੰਨੇ ਕੁ ਬਿਆਨ ਆ ਇਸ ਵਕਤ ਇੱਧਰੋਂ ਆਏ ਨੇ, ਉਹ ਤੋਂ ਦੁੱਗਣੇ ਬਿਆਨ ਲਗਭਗ ਬੀਜੇਪੀ ਦੇ ਲੀਡਰਾਂ ਦੇ ਆ ਗਏ। ਉਹ ਕਹਿੰਦੇ ਐਵੇਂ ਗੱਲਾਂ ਮਾਰਦੇ ਨੇ ਇੰਡੀਆ ਦੇ, ਉਹ ਪੁਰਾਣੇ ਸਮੇਂ 'ਚ ਲਾਏ, ਕਹਿੰਦੇ ਪੁਰਾਣੇ ਤੁਸੀਂ ਵੇਦਾਂ ਦੇ ਸਮਝ ਅਤੇ ਪੁਰਾਣੀ ਹਿਸਟਰੀ ਕੱਢ ਕੇ ਵੇਖ ਲਓ, ਉਦੋਂ ਕੌਣ ਕਹਿੰਦਾ ਸੀ ਵੀ ਇੰਡੀਆ ਨਾਂ ਹੁੰਦਾ ਸੀ, ਇੰਡੀਆ ਦੇ ਕੱਲ੍ਹ ਨਾਂ ਆਇਆ, ਸ਼ੁਰੂ ਤੋਂ ਨਾਂ ਹੀ ਭਾਰਤ ਰਿਹਾ ਸੀ ਅਤੇ ਪੁਰਾਣਾ ਨਾਂ ਵਰਤਦੇ ਆ। ਇਹੀ ਲੋਕ ਨੇ ਜਿਹੜੇ ਕੁਛ ਨਵਾਂ ਨਾਂ ਅਤੇ ਗੋਰਿਆਂ ਵਾਲਾ ਨਾਂ ਵਰਤ ਕੇ ਰਾਜੀ ਨੇ। ਸੰਧਾਲੀਆ ਸਾਹਿਬ, ਜੇ ਨਾਮ ਦੀ ਤਬਦੀਲੀ ਹੁੰਦੀ ਹੈ ਜਾਂ ਜੇ ਕੋਈ ਨਾਮ ਮਨਫੀ ਕੀਤਾ ਜਾਂਦਾ ਹੈ, ਤੇ ਉਹ ਭਾਰਤ ਦੇ ਵਿੱਚ ਕੋਈ ਪਹਿਲੀ ਵਾਰ ਤਾਂ ਨਹੀਂ ਹੋਣਾ। ਬਹੁਤ ਸਾਰੇ ਸ਼ਹਿਰਾਂ ਦੇ, ਬਹੁਤ ਸਾਰੇ ਸੂਬਿਆਂ ਦੇ, ਬਹੁਤ ਸਾਰੀਆਂ ਥਾਵਾਂ ਦੇ ਨਾਂ ਜਿਹੜੇ ਉਹ ਬਦਲੇ ਗਏ। ਯਾਨੀ ਇਹ ਆਮ ਲੋਕਾਂ ਨੂੰ ਕੋਈ ਵੱਖਰੀ ਤਰ੍ਹਾਂ ਦੀ ਕਵਾਇਦ ਨਹੀਂ ਲੱਗਣੀ, ਪਹਿਲੀ ਗੱਲ ਇਹ। ਪਰ ਜਿਸ ਸਮੇਂ 'ਤੇ ਇਹ ਚਰਚਾ ਚੱਲੀ ਹੈ, ਉਹ ਸਮਾਂ ਕਈ ਤਰ੍ਹਾਂ ਦੀ ਚਰਚਾ ਦੀ ਮੰਗ ਕਰਦਾ। ਹੁਣ ਜਿਸ ਦਿਨ ਭਾਜਪਾ ਵਿਰੋਧੀ ਧਿਰਾਂ ਨੇ ਇਕੱਠਿਆਂ ਹੋ ਕੇ ਕਿਹਾ ਸੀ ਕਿ ਇੰਡੀਆ ਸਾਡੇ ਗੱਠਜੋੜ ਦਾ ਨਾਮ ਹੋਊਗਾ, ਹੋਰ ਕੁਛ ਵੀ ਹੁੰਦਾ, ਲੋਕਾਂ ਦੇ ਵਿੱਚ ਇੰਨੀ ਆਕਰਸ਼ਣ ਨਹੀਂ ਸੀ ਹੋਣਾ। ਤਾਂ ਮੈਂ ਤਾਂ ਕਹਿੰਦਾ ਕਿ ਉਹਨਾਂ ਦੇ ਕੋਲ ਇੱਕ ਤਕੜਾ ਸਲਾਹਕਾਰ ਜ਼ਰੂਰ ਹੈਗਾ, ਜਿਹਨੇ ਕਿਹਾ ਸੀ ਕਿ ਭਾਈ ਫੁੱਲ ਫਾਰਮ ਦੇ ਵਿੱਚ ਜੋ ਮਰਜ਼ੀ ਭਰ ਲਿਓ, ਪਰ ਆਪਾਂ ਗੱਠਜੋੜ ਦਾ ਨਾਮ ਇੰਡੀਆ ਰੱਖੀਏ, ਲੋਕਾਂ ਦੀ ਜ਼ੁਬਾਨ 'ਤੇ ਚੜ੍ਹਨਾ ਸੌਖਾ ਹੈ। ਐਨਡੀਏ ਨੂੰ ਤਾਂ ਬਹੁਤ ਦਹਾਕੇ ਹੋ ਗਏ ਬਣੇ ਨੂੰ, ਜਿਹੜਾ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੈ, ਉਹ ਤਾਂ ਲੋਕਾਂ ਨੂੰ ਚੇਤਾ, ਨਵੇਂ ਗੱਠਜੋੜ ਦਾ ਨਾਂ ਕਿਹਨੂੰ ਚੇਤਾ ਹੋਣਾ ਸੀ। ਉਹਨਾਂ ਨੇ ਨਾਮ ਰੱਖਿਆ ਸੋਚ ਸਮਝ ਕੇ, ਤੇ ਮੂਹਰਿਓਂ ਇਹਨਾਂ ਨੇ ਵੀ ਕੁਛ ਨਾ ਕੁਛ ਕਰਨਾ ਸੀ। ਹੁਣ ਤੁਸੀਂ ਦੇਖੋ, ਸਵਾਲ ਸਭ ਤੋਂ ਵੱਡਾ ਇਹ ਪੈਦਾ ਹੁੰਦਾ ਕਿ ਕੀ ਇੱਕ ਨਾਮ ਨੂੰ ਮਨਫੀ ਕੀਤਾ ਜਾ ਸਕਦਾ? ਸੰਵਿਧਾਨ ਦੇ ਵਿੱਚ ਸੋਧਾਂ ਹੋ ਜਾਂਦੀਆਂ, ਕੀਤਾ ਜਾ ਸਕਦਾ ਹੈ। ਉਹਦੇ ਲਈ ਬਹੁਤ ਸਾਰੀਆਂ ਟੈਕਨੀਕੈਲਿਟੀਜ਼ ਨੇ, ਤਕਨੀਕੀ ਜਿਹੜੀਆਂ ਉਹ ਨੁਕਤੇ ਨੇ, ਉਹਨਾਂ ਨੂੰ ਧਿਆਨ 'ਚ ਰੱਖਣਾ ਪਊਗਾ। ਦੂਸਰੀ ਗੱਲ ਇਹ ਕਿ ਇਹ ਪਹਿਲੀ ਵਾਰ ਨਹੀਂ ਹੋਣ ਲੱਗਾ। ਸੰਧਾਲੀਆ ਸਾਹਿਬ, 74 ਸਾਲ ਪਹਿਲਾਂ ਜਦੋਂ ਅਜੇ ਭਾਰਤ ਦਾ ਕੌਨਸਟੀਟਿਊਸ਼ਨ ਬਣ ਰਿਹਾ ਸੀ, ਜਦੋਂ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦੇ ਰਾਹੀਂ ਮਸੌਦਾ ਕਮੇਟੀ ਬਣੀ ਸੀ ਉਹਨਾਂ ਦੀ ਪ੍ਰਧਾਨਗੀ 'ਚ, ਉਹਨਾਂ ਨੇ 1947 ਤੋਂ 1950 ਦੇ ਵਿੱਚ ਸੰਵਿਧਾਨ ਬਣਾਇਆ। ਤੇ ਤੁਸੀਂ ਦੇਖੋ 74 ਸਾਲ ਪਹਿਲਾਂ 18 ਸਤੰਬਰ ਨੂੰ 1949 ਨੂੰ ਜਦੋਂ ਭਾਰਤ ਨੂੰ ਆਜ਼ਾਦ ਹੋਇਆ, ਅਜੇ 2 ਸਾਲ ਹੀ ਹੋਏ ਸੀ, ਜਦੋਂ ਉਹ ਮਸੌਦਾ ਕਮੇਟੀ ਜਿਹੜੀ ਭਾਰਤ ਦਾ ਕੌਨਸਟੀਟਿਊਸ਼ਨ ਤਿਆਰ ਕਰਦੀ ਸੀ, ਉਹਦੇ ਵਿੱਚ ਮੱਦ ਆਈ ਸੀ ਕਿ ਇੰਡੀਆ ਨਾਮ ਰੱਖਿਆ ਜਾਣਾ ਕਿ ਭਾਰਤੀ ਰੱਖਿਆ ਜਾਣਾ ਜਾਂ ਕੀ ਨਾਮ ਰੱਖਿਆ ਜਾਣਾ। ਤੇ ਉਦੋਂ ਕਿਉਂਕਿ ਮਸੌਦਾ ਕਮੇਟੀ ਦੇ ਵਿੱਚ ਜਿਹੜਾ ਵੀ ਕੋਈ ਮਤਾ ਆਉਂਦਾ ਸੀ ਕਿ ਆਹ ਕੀ ਕਰੀਏ ਕੌਨਸਟੀਟਿਊਸ਼ਨ 'ਤੇ, ਉਹ ਬਹੁਤ ਸੰਮਤੀ ਦੇ ਨਾਲ ਪਾਸ ਹੁੰਦਾ ਸੀ, ਤੇ ਉਦੋਂ ਇਹ ਮਤਾ ਡਿੱਗ ਪਿਆ ਸੀ ਇੰਡੀਆ ਵਾਲੇ ਨਾਂ ਨੂੰ ਪਰੇ ਕਰਨ ਦਾ। ਉਦੋਂ ਮਸੌਦਾ ਕਮੇਟੀ ਨੇ ਪਰੇ ਕਰਤਾ ਸੀ। ਹੁਣ ਠੀਕ 74 ਸਾਲ ਬਾਅਦ, ਮੈਂ ਫਿਰ ਡੇਟ ਦੱਸ ਦਿਆਂ ਕਿ 18 ਸਤੰਬਰ 1949 ਨੂੰ ਜਦੋਂ ਭਾਰਤ ਦਾ ਸੰਵਿਧਾਨ ਤਿਆਰ ਕੀਤਾ ਜਾ ਰਿਹਾ ਸੀ, ਉਦੋਂ ਇਹ ਮੱਦ ਆਈ ਸੀ। ਹੁਣ 18 ਸਤੰਬਰ 2023 ਨੂੰ ਭਾਰਤ ਦੀ ਪਾਰਲੀਮੈਂਟ ਦਾ ਸੈਸ਼ਨ ਹੈ, ਤੇ ਜੇ ਅਜੇ ਸਾਡੇ ਕੋਲ ਏਜੰਡਾ ਨਹੀਂ ਹੈ ਕਿ ਕੀ ਉਹਦੇ ਵਿੱਚ ਰੱਖਿਆ ਜਾਣਾ, ਕੀ ਨਹੀਂ ਰੱਖਣਾ, ਕਿਉਂਕਿ ਏਜੰਡਾ ਡਿਕਲੇਅਰ ਨਹੀਂ ਕੀਤਾ, ਪਰ ਜੇ 18 ਸਤੰਬਰ 2023 ਨੂੰ ਪਾਰਲੀਮੈਂਟ ਦੇ ਸਪੈਸ਼ਲ ਸੈਸ਼ਨ ਦੇ ਪਹਿਲੇ ਦਿਨ ਇਹੀ ਮਤਾ ਉੱਥੇ ਸਰਕਾਰ ਨੇ ਰੱਖ ਦਿੱਤਾ ਇੰਡੀਆ ਨਾਂ ਨੂੰ ਮਨਫੀ ਕਰਨ ਦਾ, ਤਾਂ ਠੀਕ 74 ਸਾਲ ਬਾਅਦ ਉਹੀ ਕਵਾਇਦ ਆਊਗੀ। ਤਾਂ ਅਗਲਿਆਂ ਦੇ ਕੋਲੇ ਪਾਰਲੀਮੈਂਟ ਦੇ ਵਿੱਚ ਬਹੁਮਤ ਹੈ। ਹੁਣ ਹੁੰਦਾ ਕੀ ਹੈ, ਦੇਖਦੇ ਹਾਂ ਕਿ ਇਤਿਹਾਸ 74 ਸਾਲ ਬਾਅਦ ਆਪਣੇ ਆਪ ਨੂੰ ਦੁਹਰਾਉਂਦਾ ਕਿ ਉਲਟਾਉਂਦਾ। ਹੁਣ ਹੁੰਦਾ ਕੀ ਹੈ ਕਿ G20 ਸੰਮੇਲਨ ਜਿਹੜਾ ਹੋਣ ਵਾਲਾ ਹੈ, ਉਹਦੇ ਵਿੱਚ ਸਿੱਧੇ ਤੌਰ ਦੇ ਉੱਤੇ ਜਦੋਂ ਰਾਸ਼ਟਰਪਤੀ ਸਾਹਿਬ ਸੱਦਦੇ ਆ ਬਾਕੀ ਸਾਰੇ G20 ਦੇ ਜਿਹੜੇ ਹੈੱਡ ਆਉਣੇ ਆ ਜਾਂ ਪ੍ਰਤੀਨਿਧ ਆਉਣੇ ਆ ਕਿ ਖਾਣਾ ਖੁਣਾ ਖਾਇਓ,
ਉਹਦਾ ਇੱਕ ਅਫੀਸ਼ੀਅਲ ਇਨਵੀਟੇਸ਼ਨ ਹੁੰਦਾ ਹੈ, ਉਹਦੇ ਵਿੱਚ ਲਿਖਿਆ ਗਿਆ ਪ੍ਰੈਜ਼ੀਡੈਂਟ ਆਫ ਭਾਰਤ, ਪਹਿਲਾਂ ਪ੍ਰੈਜ਼ੀਡੈਂਟ ਆਫ ਇੰਡੀਆ ਲਿਖਿਆ ਜਾਂਦਾ ਸੀ। ਦੋਏ ਨਾਂ ਚੱਲਦੇ ਆ, ਦੋਨਾਂ ਨਾਵਾਂ ਨੂੰ ਗਲਤ ਨਹੀਂ ਅੱਜ ਦੀ ਤਰੀਕ ਦੇ ਵਿੱਚ ਕਹਿ ਸਕਦੇ। ਉਦੋਂ ਰੌਲਾ ਪਿਆ ਸਭ ਤੋਂ ਪਹਿਲਾਂ। ਹੁਣ ਪ੍ਰਧਾਨ ਮੰਤਰੀ ਸਾਹਿਬ ਇੰਡੋਨੇਸ਼ੀਆ ਦੇ ਦੌਰੇ ਤੇ ਜਾ ਰਹੇ ਹੈ ਤੇ ਉੱਥੇ ਉਹਨਾਂ ਦਾ ਜਿਹੜਾ ਇਨਵੀਟੇਸ਼ਨ ਉਹਦੇ ਵਿੱਚ ਪ੍ਰਾਈਮ ਮਿਨਿਸਟਰ ਆਫ ਭਾਰਤ ਲਿਖਿਆ। ਇਹਦਾ ਮਤਲਬ ਹੈ ਕਿ ਕੰਮ ਸ਼ੁਰੂ ਹੋ ਗਿਆ। ਆਪਾਂ ਗਲਤ ਇਹਨੂੰ ਵੀ ਨਹੀਂ ਕਹਿ ਸਕਦੇ। ਹੁਣ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਇੱਕ ਸਪੋਕਸ ਪਰਸਨ ਨੇ ਸੰਬਿਤ ਪਾਤਰਾ ਸਾਹਿਬ, ਉਹ ਉਸ ਕਾਰਡ ਨੂੰ ਸ਼ੇਅਰ ਕਰਦੇ ਆ ਜਿਹਦੇ ਉੱਤੇ ਪ੍ਰਾਈਮ ਮਿਨਿਸਟਰ ਆਫ ਭਾਰਤ ਲਿਖਿਆ। ਤੇ ਉਹਦੇ ਤੋਂ ਬਾਅਦ ਫਿਰ ਇਧਰਲੇ ਪਾਸੇ ਉਹ ਕਾਂਗਰਸ ਪਾਰਟੀ ਵਾਲੇ ਪਾਸਿਓਂ ਪ੍ਰਤੀਕਿਰਿਆ ਆਉਂਦੀ ਹੈ। ਤੇ ਜਦੋਂ ਕਾਂਗਰਸ ਪਾਰਟੀ ਵਾਲੇ ਪਾਸਿਓਂ ਪ੍ਰਤੀਕਿਰਿਆ ਆਉਂਦੀ ਹੈ, ਐਸ ਜੈ ਸ਼ੰਕਰ ਵਿਦੇਸ਼ ਮੰਤਰੀ ਨੇ, ਉਹ ਕਹਿੰਦੇ ਜੀ ਭਾਰਤ ਨਾਂ ਦੇ ਵਿੱਚ ਕਿਸੇ ਨੂੰ ਇਤਰਾਜ਼ ਕੀ ਹੈ ਤੇ ਇਤਰਾਜ਼ ਹੋਣਾ ਵੀ ਨਹੀਂ ਚਾਹੀਦਾ। ਤੇ ਉਧਰਲੇ ਪਾਸੇ ਧੀਰ ਰੰਜਨ ਚੌਧਰੀ ਕਾਂਗਰਸ ਪਾਰਟੀ ਦੇ ਲੀਡਰ ਨੇ, ਉਹ ਕਹਿੰਦੇ ਜੇ ਬ੍ਰਿਟਿਸ਼ ਰੂਲ ਦੀਆਂ ਚੀਜ਼ਾਂ ਤੋਂ, ਕਿਉਂਕਿ ਇਹ ਕਿਹਾ ਗਿਆ ਸੀ ਨਾ ਕਿ ਬ੍ਰਿਟਿਸ਼ ਲੋਕਾਂ ਨੇ ਭਾਰਤ ਦੇ ਲੋਕਾਂ ਤੇ ਸ਼ੋਸ਼ਣ ਕਰਨ ਦੇ ਲਈ ਇਹ ਨਾਂ ਰੱਖਿਆ, ਬੀਜੇਪੀ ਦੀ ਲੀਡਰਸ਼ਿਪ ਕਹਿ ਰਹੀ ਹੈ ਕੁਝ ਹੱਦ ਤੱਕ। ਧੀਰ ਰੰਜਨ ਚੌਧਰੀ ਸਾਹਿਬ ਪਤਾ ਕਹਿੰਦੇ, ਉਹ ਕਹਿੰਦੇ ਜੇ ਬ੍ਰਿਟਿਸ਼ ਕਾਲ ਦੀਆਂ ਚੀਜ਼ਾਂ ਤੋਂ ਇੰਨੀ ਜ਼ਿਆਦਾ ਨਫ਼ਰਤ ਹੈ ਜਾਂ ਇਸ ਤਰੀਕੇ ਹੈ ਤਾਂ ਫਿਰ ਰਾਸ਼ਟਰਪਤੀ ਭਵਨ ਵੀ ਸਾਨੂੰ ਖਾਲੀ ਕਰ ਦੇਣਾ ਚਾਹੀਦਾ। ਉਹ ਵੀ ਤਾਂ ਉਹਨਾਂ ਨੇ ਬਣਾਇਆ ਸੀ, ਫਿਰ ਤਾਂ ਰਾਸ਼ਟਰਪਤੀ ਭਵਨ ਤੋਪਾਂ ਚਲਾ ਦਿਓ ਕਹਿੰਦੇ ਉਧਰਲੇ ਪਾਸੇ ਨੂੰ। ਨਹੀਂ, ਇਹ ਡਿਬੇਟ ਬਹੁਤ ਚੱਲਣੀ ਆ ਹੁਣ। ਤੁਸੀਂ ਦੇਖੋ ਸੰਜੇ ਸਿੰਘ ਹੋਰਾਂ ਦੀ ਇੱਕ ਗੱਲ ਆ ਜੀ, ਉਹ ਕਹਿੰਦੇ ਵੀ ਇੱਕ ਗੱਲ ਤੇ ਕਲੀਅਰ ਹੋ ਗਈ ਵੀ ਜੇ ਆਪਾਂ ਹੁਣ ਇੰਡੀਆ ਨਾਂ ਨਹੀਂ ਵਰਤਣਾ, ਉਹ ਕਹਿੰਦੇ ਵੀ ਨੋਟ ਹੋ ਸਕਦਾ ਜਿਹੜੀ ਜੇਬ 'ਚ ਤੁਸੀਂ ਪਾਈ ਫਿਰਦੇ ਹੋ ਸਾਰੇ ਨਵੇਂ ਬਣਨ, ਕਿਉਂਕਿ ਉਹਦੇ 'ਤੇ ਵੀ ਲਿਖਿਆ ਹੁੰਦਾ ਰਿਜ਼ਰਵ ਬੈਂਕ ਆਫ ਇੰਡੀਆ। ਜੇ ਰਿਜ਼ਰਵ ਬੈਂਕ ਆਫ ਇੰਡੀਆ ਨੇ ਜਾਰੀ ਕੀਤਾ ਤੇ ਹੁਣ ਤੇ ਭਾਰਤ ਆ ਨਾਮ ਤੇ, ਤਾਂ ਮਤਲਬ ਕੱਲੇ ਨੋਟ ਦੇ ਉੱਪਰ ਦੁਬਾਰਾ ਰਿਜ਼ਰਵ ਬੈਂਕ ਆਫ ਭਾਰਤ ਲਿਖਿਆ ਹੋਊਗਾ, ਹੈ ਨਾ। ਤੇ ਉਸ ਤੋਂ ਬਾਅਦ ਜਿਹੜਾ ਉਹ ਜਾ ਕੇ ਤੁਸੀਂ ਜਿਹੜਾ ਨੋਟ ਆ ਵਰਤ ਸਕਦੇ ਆ। ਫਿਰ ਦੂਜੀ ਗੱਲ ਇਹ ਕਿ ਜੇ ਨੋਟਾਂ ਦੀ ਗੱਲ ਆ ਤਾਂ ਹੋਰ ਬਹੁਤ ਸਾਰੀਆਂ ਥਾਵਾਂ, ਪਾਸਪੋਰਟ ਆਪਾਂ ਜੇਬ 'ਚ ਪਾਈ ਫਿਰਦੇ ਹਾਂ ਜਾਂ ਹੋਰ ਬੰਦੇ ਕੋਲ ਜਿਹਦੇ ਕੋਈ ਕਿਤੇ ਡਾਕੂਮੈਂਟ ਆ, ਜਿੱਥੇ ਵੀ ਲਿਖਿਆ ਹੁੰਦਾ ਇੰਡੀਆ, ਈਵਨ ਉੱਥੇ ਰਿਪਬਲਿਕ ਆਫ ਇੰਡੀਆ ਲਿਖਿਆ ਹੁੰਦਾ ਜੀ। ਹੁਣ ਤੁਸੀਂ ਦੇਖੋ ਵੀ ਰਿਪਬਲਿਕ ਆਫ ਇੰਡੀਆ ਦੀ ਜਗ੍ਹਾ 'ਤੇ ਰਿਪਬਲਿਕ ਆਫ ਭਾਰਤ ਜੇ ਲਿਖਿਆ ਜਾਣਾ ਉਹਨਾਂ ਸਾਰੇ ਡਾਕੂਮੈਂਟਸ 'ਤੇ, ਜਾਂ ਈਵਨ ਜਿੱਥੇ ਵੀ ਕਿਤੇ ਭਾਰਤ ਦਾ ਨਿਸ਼ਾਨ ਹੁੰਦਾ, ਦੇਸ਼ ਦਾ ਨਿਸ਼ਾਨ ਹੁੰਦਾ, ਉਹ ਸਾਰੇ ਜਿੱਥੇ ਵੀ ਕਿਤੇ ਇੰਡੀਆ ਲਿਖਿਆ ਉਹ ਸਾਰੀਆਂ ਥਾਵਾਂ ਦੇ ਉੱਪਰ ਭਾਰਤ ਕਰਨਾ ਪੈਣਾ। ਹੁਣ ਜਿੱਦਾਂ ਮੈਨੂੰ ਚੇਤੇ ਆਉਂਦਾ ਸੀ ਵੀ ਉਹ ਜਿੱਥੇ ਪਰੇਡ ਹੁੰਦੀ ਉਹਨੂੰ ਇੰਡੀਆ ਗੇਟ ਆਉਂਦੇ ਆ ਜੀ, ਉਹਨੂੰ ਫਿਰ ਭਾਰਤ ਗੇਟ ਕਰਨਾ ਹੀ ਪੈਣਾ। ਮਤਲਬ ਇਹ ਵੀ ਜੇ ਜਿਹੜੇ ਤੁਸੀਂ ਆਨੇ ਵੀ ਕੰਮ ਦੋ ਥਾਵਾਂ ਦੇ ਉੱਪਰ ਸ਼ੁਰੂ ਹੋਇਆ ਤੇ ਜੇ ਆਪਾਂ ਇਹਨੂੰ ਇਹ ਕਹੀਏ ਵੀ ਇਹ 15 ਕੁ ਦਿਨਾਂ ਤੱਕ ਜਾਂ ਮਹੀਨੇ ਕੁ ਦੇ ਵਿੱਚ ਹੀ ਸਾਰਾ ਕੁਝ ਚੇਂਜ ਹੈ ਨਾ, ਉਹ ਹੋਣਾ ਨਹੀਂ। ਹਾਂ, ਇੱਕ ਕਵਾਇਦ ਜ਼ਰੂਰ ਚੱਲ ਪਈ ਆ, ਇਸ ਚੀਜ਼ ਨੂੰ ਡਿਬੇਟ ਦਾ ਵਿਸ਼ਾ ਜ਼ਰੂਰ ਬਣਾਇਆ ਜਾ ਸਕਦਾ, ਪਰ ਇਹ ਸਾਰਾ ਕੁਛ ਕਰਦਿਆਂ ਕਤਰਦਿਆਂ ਇਲੈਕਸ਼ਨਾਂ ਲੰਘ ਜਾਣੀਆਂ, ਇਹ ਗੱਲ ਪੱਕੀ ਹੈ। ਤੇ ਇਲੈਕਸ਼ਨ ਤੋਂ ਬਾਅਦ ਵੀ ਕੀ ਇਸ ਚੀਜ਼ ਨੂੰ ਓਨੀ ਕਹਿ ਲਓ ਕਿ ਸ਼ਿੱਦਤ ਦੇ ਨਾਲ ਬੀਜੇਪੀ ਜਾਰੀ ਰੱਖੂਗੀ ਕਿ ਨਹੀਂ ਰੱਖੂਗੀ, ਇਹਦਾ ਟਾਈਮ ਦੱਸੂ। ਇਹ ਤੁਸੀਂ ਜੇ ਬੀਤੇ 2 ਦਿਨਾਂ ਦੇ ਵਿੱਚ ਪੁੱਛੇ ਹੁੰਦੇ ਤਾਂ ਚੰਗਾ ਸੀ। ਬਾਕੀ ਸੰਧਾਲੀਆ ਸਾਹਿਬ ਗੱਲ ਪਤਾ ਕੀ ਹੈ, ਜੈਰਾਮ ਰਮੇਸ਼ ਕਾਂਗਰਸ ਦੇ ਲੀਡਰ ਨੇ, ਉਹਨਾਂ ਦੀ ਇੱਕ ਸਟੇਟਮੈਂਟ ਆਈ, ਉਹ ਕਹਿੰਦੇ ਜੀ ਸਰਕਾਰ ਕਨਫਿਊਜ਼ ਬਹੁਤ ਹੈ। ਜਦੋਂ ਉਹ ਕਾਰਡ ਜਾਰੀ ਹੋਇਆ ਨਾ ਇੰਡੋਨੇਸ਼ੀਆ ਵਾਲੇ ਦੌਰੇ ਵਾਲਾ ਕਿ ਪ੍ਰਾਈਮ ਮਿਨਿਸਟਰ ਆਫ ਭਾਰਤ ਵਾਲਾ, ਉਹ ਕਹਿੰਦੇ ਸਰਕਾਰ ਕਨਫਿਊਜ਼ ਬਹੁਤ ਹੈ। ਉਹ ਕਹਿੰਦੇ ਜੀ ਜਿਹੜਾ ਸੰਮੇਲਨ ਹੈ ਉਹ ਆਸੀਆਨ ਇੰਡੀਆ ਸੰਮੇਲਨ ਹੈ, ਆਸੀਆਨ ਇੰਡੀਆ, ਤੇ ਉਹਦੇ ਲਈ ਇਨਵੀਟੇਸ਼ਨ ਪ੍ਰਾਈਮ ਮਿਨਿਸਟਰ ਆਫ ਭਾਰਤ ਦਾ ਆਉਂਦਾ। ਕਹਿੰਦੇ ਜੀ ਅਸੀਂ ਗਲਤ ਸਹੀ ਨਹੀਂ ਕਹਿੰਦੇ, ਅਸੀਂ ਕਹਿੰਦੇ ਕਨਫਿਊਜ਼ ਕਿਉਂ ਆ ਕਿ ਉੱਥੇ ਇੰਡੀਆ ਲਿਖਿਆ ਉੱਥੇ ਪ੍ਰਾਈਮ ਮਿਨਿਸਟਰ ਆਫ ਭਾਰਤ ਲਿਖਿਆ। ਮੈਂ ਤਾਂ ਸੰਧਾਲੀਆ ਸਾਹਿਬ ਮੁੱਖ ਦੀ ਗੱਲ ਇੱਕੋ ਕਰਦਾ, ਦੋ ਧਿਰਾਂ ਦੀ ਲੜਾਈ ਹੈ ਨਾ। ਇੱਕ ਪਾਸੇ ਭਾਰਤੀ ਜਨਤਾ ਪਾਰਟੀ ਜਿਹਦੀ ਕੇਂਦਰ 'ਚ ਸਰਕਾਰ ਹੈ ਤੇ ਉਹਨਾਂ ਦੀ ਸਰਕਾਰ ਨੂੰ 9 ਸਾਲ ਦਾ ਸਮਾਂ ਹੋ ਚੁੱਕਾ। ਦੂਸਰੇ ਪਾਸੇ ਸਾਡੀ ਇੰਡੀਆ ਗਰੁੱਪ ਦੇ ਜਿਹੜੇ ਭਾਰਤ ਦੇ ਸਿਆਸੀ ਪਾਰਟੀਆਂ ਦੇ ਲੀਡਰ ਨੇ, ਉਹਦੇ ਵਿੱਚ ਕਾਂਗਰਸ ਹੈ ਉਹ ਸੱਤਾ 'ਚ ਰਹੀ ਹੈ, ਲਾਲੂ ਪ੍ਰਸਾਦ ਯਾਦਵ ਸੱਤਾ 'ਚ ਰਹੇ ਨੇ, ਜਿਹੜੇ ਨਿਤਿਸ਼ ਕੁਮਾਰ ਸੱਤਾ 'ਚ ਰਹੇ, ਕੇਂਦਰ ਦੀ ਸੱਤਾ ਦੀ ਗੱਲ ਕਰਦਾ, ਸ਼ਰਦ ਪਵਾਰ ਰਹੇ, ਸਾਰੇ ਲੀਡਰ ਸੱਤਾ 'ਚ ਰਹੇ, ਸਮਾਜਵਾਦੀ ਪਾਰਟੀ ਵਾਲੇ, ਫਾਰੂਕ ਅਬਦੁੱਲੇ ਹੋਣੇ, ਸਾਰੇ ਬੰਦੇ। ਇਹਦਾ ਮਤਲਬ ਹੈ ਕਿ ਦੋਨਾਂ ਦੇ ਕੋਲ, ਬੀਜੇਪੀ ਕੋਲ ਵੀ ਤੇ ਇੰਡੀਆ ਅਲਾਇੰਸ ਜਿਹੜਾ ਹੈ, ਦੋਨਾਂ ਦੇ ਕੋਲ ਭਾਰਤ ਦੇ ਵਿੱਚ ਸਰਕਾਰਾਂ ਰਹੀਆਂ, ਦੋਨਾਂ ਦੇ ਕੋਲੇ ਜਿਹੜਾ ਫੈਸਲਾ ਲੈਣ ਦੇ ਅਧਿਕਾਰ ਰਹੇ ਨੇ। ਅਸੀਂ ਤਾਂ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਇੰਡੀਆ ਨਾਲ ਮਨਫੀ ਕਰਨਾ ਕਰ ਦਿਓ, ਤੁਸੀਂ ਭਾਰਤ ਰੱਖਣਾ ਰੱਖ ਲਓ, ਤੁਸੀਂ ਦੋਏ ਨਾਂ ਰੱਖਣੇ ਰੱਖ ਲਓ, ਪਰ ਸਵਾਲ ਇਹ ਨਹੀਂ ਹੈ ਕਿ ਨਾਂ ਕੀ ਹੋਏਗਾ। ਸਵਾਲ ਇਹ ਹੈ ਕਿ ਇਸ ਇੰਡੀਆ ਦੈਟ ਇਜ਼ ਭਾਰਤ, ਤੁਹਾਨੂੰ ਸਭ ਕਹਿੰਦੇ ਹੁੰਦੇ ਬਾਰ-ਬਾਰ ਪਹਿਲੇ ਪ੍ਰੋਗਰਾਮਾਂ 'ਚ ਵੀ, ਇੰਡੀਆ ਜਾਣੀ ਕਿ ਭਾਰਤ ਦੇਸ਼ ਜਿਹੜਾ ਹੈ, ਇਹਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਪੱਧਰ ਕੀ ਹੈ, ਇਹਦੇ ਵਿੱਚ ਰਹਿਣ ਵਾਲੇ ਲੋਕ ਕਿਸ ਮਿਆਰ ਦਾ ਜੀਵਨ ਜਿਉਂਦੇ ਹੈ। ਅੱਜ ਦੁਨੀਆ ਕਿੱਥੇ ਅੱਪੜ ਚੁੱਕੀ ਹੈ। ਜੇ ਨਾਮ ਇੰਡੀਆ ਹੋਵੇ ਜਾਂ ਭਾਰਤ ਹੋਵੇ ਜਾਂ ਦੋਏ ਹੋਣ, ਜੇ ਉੱਥੇ ਜਿਵੇਂ ਆਪਾਂ ਪਿਛਲੇ ਦਿਨਾਂ 'ਚ ਵੀ ਗੱਲ ਕੀਤੀ ਸੀ ਕਿ ਤਕਰੀਬਨ ਸਾਰੇ ਹੀ ਸੂਬਿਆਂ ਦੇ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਨੇ, ਕੀ ਨਾਮ ਬਦਲਣ ਦੇ ਨਾਲ ਉਹ ਅਸਾਮੀਆਂ ਭਰ ਜਾਣਗੀਆਂ? ਹੜ੍ਹ ਆਏ ਨੇ, ਸਮੱਸਿਆ ਖੜੀ ਹੋਈ ਹੈ, ਸਾਡੇ ਪਹਾੜ ਗਰਕ ਰਹੇ ਨੇ, ਡਿੱਗ ਰਹੇ ਨੇ, ਢਿੱਗਾਂ ਡਿੱਗ ਰਹੀਆਂ। ਇੰਡੀਆ ਹੋਵੇ ਨਾ ਚਾਹੇ ਭਾਰਤ ਹੋਵੇ, ਚਾਹੇ ਹੁਣ ਦੋਏ, ਕੀ ਅਸੀਂ ਉਹ ਸਮੱਸਿਆ ਹੱਲ ਕਰਨ ਦੇ ਲਈ ਇੰਨੇ ਹੀ ਸੰਜੀਦਾ ਜਾਂ ਇੰਨੇ ਹੀ ਗੰਭੀਰ ਹੈਗੇ ਆ? ਮੈਂ ਦੋਏ ਧਿਰਾਂ ਨੂੰ ਕਹਿਣਾ, ਸੰਧਾਲੀਆ ਸਾਹਿਬ, ਅਜੇ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਲੋਕਾਂ ਦੇ ਵਿੱਚ ਆਪਸ ਵਿੱਚ ਬਖਰੇਵੇਂ ਬੜੇ ਨੇ, ਅਜੇ ਵੀ ਨਸ਼ੇ ਦੀ ਸਮੱਸਿਆ ਵੱਡੀ ਹੈ,
ਅਜੇ ਵੀ ਰੌਲਾ ਰੱਪਾ ਪੈਂਦਾ ਕਿ ਗੁਆਂਢੀ ਚੰਦਰੇ ਨੇ, ਅਜੇ ਵੀ ਪੀਣ ਵਾਲਾ ਪਾਣੀ ਲੋਕਾਂ ਨੂੰ ਚਾਹੀਦਾ, ਅਜੇ ਵੀ ਬਹੁਤ ਸਾਰੇ ਲੋਕ ਬੇਘਰੇ ਨੇ, ਲੋਕ ਅਜੇ ਵੀ ਤੀਜੇ ਦਿਨ ਖਬਰ ਆਉਂਦੀ ਹੈ, ਤੁਸੀਂ ਨਾਮ ਇੰਡੀਆ ਰੱਖ ਲਓ, ਚਾਹੇ ਭਾਰਤ ਚਾਹੇ ਦੋਵੇਂ, ਜਦੋਂ ਖਬਰ ਆਉਂਦੀ ਨਾ ਕਿ ਐਂਬੂਲੈਂਸ ਚਾਹੀਦੀ ਸੀ, ਲੱਭੀ ਨਹੀਂ, ਚਾਹੇ ਉਹ ਸੂਬੇ 'ਚ ਕਿਸੇ ਦੀ ਵੀ ਸਰਕਾਰ ਹੋਵੇ, ਜਦੋਂ ਐ ਰੌਲਾ ਪੈਂਦਾ ਨਾ ਕਿ ਲਾਸ਼ ਹਸਪੀਟਲ ਦੇ ਵਿੱਚ ਪਈ, ਅਗਲੇ ਕਹਿੰਦੇ ਬਿੱਲ ਦੇ ਕੇ ਜਾਓ, ਲਾਸ਼ ਅਸੀਂ ਫੇਰ ਦੇਣੀ ਹੈ, ਤੇ ਲਾਸ਼ ਅਗਲਾ ਮੋਢੇ ਤੇ ਚੱਕ ਕੇ 25 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ। ਪਾਰਟੀ ਕੋਈ ਹੈ ਭਾਵੇਂ ਸਰਕਾਰ ਕੋਈ ਹੈ, ਲੋਕਾਂ ਦੀ ਸਥਿਤੀ ਬਦਲਣ ਦੀ ਲੋੜ ਹੈ। ਲੋਕਾਂ ਦੀ ਸਥਿਤੀ ਤਬਦੀਲ ਹੋਵੇ, ਤੁਸੀਂ ਨਾ ਜਿਹੜਾ ਮਰਜ਼ੀ ਰੱਖ ਲਓ, ਲੋਕਾਂ ਨੂੰ ਮਨਜ਼ੂਰ ਹੋਏਗਾ, ਪਰ ਜੇ ਇਕੱਲੇ ਬੋਰਡ ਬਦਲਣੇ ਆ, ਨਾ ਬਦਲਣੇ ਆ, ਜਾਂ ਉਹੀ ਰਹਿਣੇ ਆ, ਜੇ ਲੋਕਾਂ ਦੀ ਸਥਿਤੀ ਤਬਦੀਲ ਨਹੀਂ ਹੋਣੀ ਤਾਂ ਫਰਕ ਕੀ ਹੈ? ਫਰਕ ਬਸ ਸਲਾਹਕਾਰਾਂ ਦਾ। ਹੁਣ ਤੁਸੀਂ ਦੇਖੋ ਵੀ ਜੇ ਸਲਾਹਕਾਰ ਇੰਡੀਆ ਅਲਾਇੰਸ ਵਾਲਿਆਂ ਨੂੰ ਮਿਲ ਗਿਆ ਵੀ ਉਹਨੇ ਆਖਣਾ ਵੀ ਨਾ ਇਦਾਂ ਦਾ ਰੱਖੋ ਜਿਹੜਾ ਮੂੰਹ ਤੇ ਚੜੇ, ਤੇ ਹੋ ਸਕਦਾ ਜਿਹੜਾ ਕੋਈ ਇੱਧਰ ਸਲਾਹਕਾਰ ਹੋਏ ਵੀ ਆਪਾਂ ਮਹਾਰਾਜ ਇਹਦਾ ਕਾਊਂਟਰ ਜਵਾਬ ਕਰੇ ਵੀ ਇੰਡੀਆ ਨਾ ਹੀ ਖਤਮ ਕਰ ਦੇ, ਲੋਕਾਂ ਨੂੰ ਜਦੋਂ ਤੱਕ ਲੱਗੇ ਵੀ ਦੇਸ਼ ਤੇ ਭਾਰਤ ਇਹ ਪਤਾ ਨਹੀਂ ਕਿਹੜੇ ਇੰਡੀਆ ਵਾਲੇ ਆ, ਤੇ ਹੌਲੀ ਹੌਲੀ ਇੰਡੀਆ ਨੂੰ ਆਪਾਂ ਈਸਟ ਇੰਡੀਆ ਕੰਪਨੀ ਵਾਲੇ ਨਾਲ ਧਾੜਦੀਆਂ ਨਾਲ ਜੋੜ ਕੇ ਕੁਛ ਉਸ ਤਰ੍ਹਾਂ ਦੀ ਕੈਂਪੇਨ ਚਲਾਵਾਂਗੇ। ਦੇਖੋ ਜੇ ਤੇ ਕੈਂਪੇਨਾਂ ਦੇ ਹਿਸਾਬ ਨਾਲ ਕੰਮ ਚੱਲਣਾ, ਜੇ ਤੇ ਉਹ ਏਸੀ ਰੂਮਸ 'ਚ ਬਹਿ ਕੇ ਸਲਾਹਕਾਰਾਂ ਦੇ ਹਿਸਾਬ ਨਾਲ ਕੰਮ ਚੱਲਣਾ, ਫਿਰ ਹੋ ਸਕਦਾ ਜਿੰਨੀਆਂ ਤਕਲੀਫਾਂ ਤੁਸੀਂ ਦੱਸੀਆਂ, ਇਹ ਤਾਂ ਬੜੀਆਂ ਥੋੜ੍ਹੀਆਂ ਦੱਸੀਆਂ, ਜਿਹੜੀਆਂ ਕਿ ਦੇਸ਼ ਦੇ ਹਰੇਕ ਆਮ ਨਾਗਰਿਕ ਨੂੰ ਹੋ ਸਕਦੀਆਂ, ਉਹਨਾਂ ਦਾ ਨਿਵਾਰਨ ਨਹੀਂ ਇਹਨਾਂ ਚੀਜ਼ਾਂ ਦੇ ਵਿੱਚ ਹੈਗਾ। ਪਰ ਇੱਕ ਗੱਲ ਇਹ ਵੀ ਹੈਗੀ ਆ ਵੀ ਜੇ ਡਿਬੇਟ ਦਾ ਵਿਸ਼ਾ ਆਮ ਲੋਕਾਂ ਦੀ ਜ਼ਿੰਦਗੀ 'ਚ ਬਣ ਜਾਵੇ, ਹੁਣ ਤੁਸੀਂ ਦੇਖੋ ਕਿਸਾਨ ਅੰਦੋਲਨ ਨੂੰ ਹੋਇਆ ਵਾਹਵਾ ਟਾਈਮ ਹੋ ਗਿਆ, ਹੁਣ ਹੌਲੀ ਹੌਲੀ ਉਹਦੀ ਚਰਚਾ ਵੀ ਘਟ ਗਈ, ਪਰ ਜਦੋਂ ਕਿਸਾਨ ਅੰਦੋਲਨ ਦਾ ਕਰਕੇ ਖੇਤੀ ਜਾਂ ਖੇਤੀ ਦਾ ਵਿਸ਼ਾ ਮੁੱਖ ਬਿਲਕੁਲ ਕੇਂਦਰ ਬਿੰਦੂ ਸੀਗਾ ਵੀ ਯਾਰ ਗੱਲ ਖੇਤੀ ਦੀ ਹੋਣੀ ਹੈ, ਤੁਸੀਂ ਕਿੰਨੀਆਂ ਪਾਲਿਸੀਆਂ, ਕਿੰਨੀਆਂ ਗੱਲਾਂ ਕੇਂਦਰ ਵਾਲੇ ਪਾਸਿਓਂ ਜਾਂ ਹੋਰ ਥਾਵਾਂ ਦੇ ਲੀਡਰਾਂ ਦੇ ਮੂੰਹੋਂ ਸੁਣੀਆਂ ਜਿਹਦੇ 'ਚ ਘੁਮਾ ਫਿਰਾ ਕੇ ਗੱਲ ਖੇਤੀ ਦੀ ਹੁੰਦੀ, ਚਾਹੇ ਉਹ ਮਿਲਟਸ ਦੀ ਗੱਲ ਹੋਈ, ਚਾਹੇ ਔਰਗੈਨਿਕ ਫਾਰਮਿੰਗ ਦੀ ਗੱਲ ਹੋਈ, ਚਾਹੇ ਕਿਸਾਨਾਂ ਨੂੰ ਕੁਛ ਪੈਸੇ ਤੱਕ ਦੇਣ ਦੀ ਗੱਲ ਹੋਈ, ਚਾਹੇ ਸਬਸਿਡੀ ਖਾਦਾਂ ਦੇ ਉੱਪਰ ਕੀ ਕਰਨੀ ਕੀ ਨਹੀਂ ਕਰਨੀ ਉਹਦੀ ਗੱਲ ਹੋਈ, ਕਿੰਨਾ ਕੁਛ ਹੋਇਆ। ਜਿਵੇਂ ਉਹ ਪ੍ਰੈਸ਼ਰ ਵਾਲਾ ਕੰਮ ਥੋੜ੍ਹਾ ਜਿਹਾ ਘਟਿਆ, ਅੱਜ ਦੀ ਡੇਟ ਦੇ ਵਿੱਚ ਆਪਾਂ ਕਿੰਨੀ ਕੁ ਵਾਰ ਸੁਣਦੇ ਹਾਂ ਦੁਬਾਰਾ ਵੀ ਹਾਂ ਯਾਰ ਕੋਈ ਖੇਤੀ ਬਾਰੇ ਕੋਈ ਦੁਬਾਰਾ ਗੱਲ ਚੱਲ ਰਹੀ, ਕਿਉਂਕਿ ਉਹ ਚੀਜ਼ ਹੁਣ ਸੈਂਟਰ 'ਚ ਵਿਸ਼ਾ ਨਹੀਂ ਹੈਗਾ। ਹੁਣ ਵੀ ਜੇ ਮੈਂ ਤਾਂ ਬੇਨਤੀ ਇਹ ਕਰਦਾ ਵੀ ਜਿਹੜਾ ਕਾਂਗਰਸ ਪਾਰਟੀ ਜਾਂ ਹੋਰ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ, ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਬੀਜੇਪੀ ਨੂੰ ਹਰਾਉਣਾ, ਫਿਲਹਾਲ ਏਜੰਡਾ ਉਹਨਾਂ ਦਾ ਇਹੀ ਹੈ ਵੀ ਅਸੀਂ ਬੀਜੇਪੀ ਨੂੰ ਹਰਾਉਣਾ, ਸਾਡਾ ਕੁਛ ਬਣੇ ਨਾ ਬਣੇ ਅਸੀਂ ਬਾਅਦ 'ਚ ਨਜਿੱਠ ਲਾਂਗੇ। ਉਹਦੇ ਨਾਲੋਂ ਚੰਗਾ ਵੀ ਗਰੁੱਪ ਉਹਨਾਂ ਦਾ ਬਣ ਗਿਆ, ਬੰਦੇ ਉਹ ਇਕੱਠੇ ਹੋ ਗਏ, ਹੁਣ ਸਗੋਂ ਉਹ ਵਿਸ਼ੇ ਉਹਨਾਂ ਨੂੰ ਕੇਂਦਰ ਬਿੰਦੂ 'ਚ ਲੈ ਕੇ ਆਉਣ, ਬਜਾਏ ਇਹਦੇ ਕਿ ਅਗਲਾ ਬੰਦਾ ਤੁਹਾਨੂੰ ਪਿੱਚ ਤਿਆਰ ਕਰਕੇ ਦੇਵੇ ਵੀ ਖੇਡਣਾ ਕਿੱਥੇ ਆ। ਪਿੱਚ ਤੁਸੀਂ ਰੱਖੋ ਵੀ ਆਹ ਪਿੱਚ ਹੈ ਜੀ, ਖੇਡਣਾ ਇਸ ਚੀਜ਼ ਦੇ ਉੱਪਰ ਆ। ਉਹਦੇ 'ਚ ਜੇ ਤਾਂ ਅਜੇ ਵੀ ਉਹ ਪੁਰਾਣੇ ਜਿਹੜੇ ਘਿਸੇ ਪਿੱਟੇ ਨਾਅਰੇ ਲਾਉਣੇ ਵੀ ਗਰੀਬੀ ਹਟਾਉਣੀ ਹੈ ਜੀ ਦੇਸ਼ ਦੇ ਵਿੱਚ, ਇਹਦਾ ਨਹੀਂ। ਇਹ ਗੱਲ ਪ੍ਰੈਕਟੀਕਲ ਗੱਲ ਹੋਵੇ ਜੀ, ਜੇ ਤੁਸੀਂ ਪ੍ਰੈਕਟੀਕਲ ਗੱਲਾਂ ਰੱਖੋਗੇ, 5 7 10 ਵਿਸ਼ੇ ਕੋਈ ਐਸੇ ਉਭਾਰ ਦਿਓ ਵੀ ਆਹ 5 ਚੀਜ਼ਾਂ ਯਾਰ ਇਹ ਅਸੀਂ ਖਤਮ ਕਰਨੀਆਂ, ਸਾਡੇ ਨਾਲ ਆਓ, ਹੋ ਸਕਦਾ ਉਹਨਾਂ ਦੇ ਉੱਪਰ ਗੱਲ ਚੱਲਣ ਲੱਗ ਪਵੇ। ਇਹ ਜ਼ਰੂਰੀ ਹੈ। ਸੰਧਾਲੀਆ ਸਾਹਿਬ, ਕਈ ਪਰਿਵਾਰ ਦੇ ਮੈਂਬਰ ਟਿੱਪਣੀਆਂ ਕਰਦੇ ਸੀ, ਅਸੀਂ ਉਹਨਾਂ ਦੀਆਂ ਟਿੱਪਣੀਆਂ ਸਿਰ ਮੱਥੇ ਲੈਂਦੇ ਹਾਂ। ਉਹ ਕਹਿੰਦੇ ਸੀ ਤੁਸੀਂ ਇਸ ਗੱਠਜੋੜ ਨੂੰ ਇੱਦਾਂ ਕਿੱਦਾਂ ਕਹਿ ਸਕਦੇ ਹੋ, ਜਿਹੜਾ ਪੰਜਾਬ ਦੇ ਵਿੱਚ ਵੀ ਹੋ ਰਿਹਾ, ਇਹ ਲੋਕਤੰਤਰ ਬਚਾਉਣ ਵਾਲਾ। ਕਰੋ ਭਾਈ, ਅਧਿਕਾਰ ਹੈ ਤੁਹਾਡਾ, ਪਰ ਉਹ ਗੱਠਜੋੜ ਤੋਂ ਬਾਅਦ 'ਚ ਕੀ ਕਰਨਾ ਉਹ ਵੀ ਮਾੜਾ ਮੋਟਾ ਦੱਸ ਦਿਓ। ਯਾਨੀ ਜੇ ਇੰਡੀਆ ਗੱਠਜੋੜ ਦਾ ਨਾਮ ਰੱਖ ਲਿਆ, ਉਸ ਇੰਡੀਆ ਦੇ ਲੋਕਾਂ ਦੀ ਜੂਨ ਸੁਧਾਰਨ ਲਈ ਤੁਸੀਂ ਕੀ ਕਰਨਾ, ਇੱਕ ਕਮੇਟੀ ਉਹਦੀ ਵੀ ਬਣਾ ਦਿਓ। ਤੁਸੀਂ ਤਾਲਮੇਲ ਕਮੇਟੀ ਬਣਾ ਲਈ, ਸੀਟਾਂ ਵੰਡਣ ਵਾਲੀ ਕਮੇਟੀ ਬਣਾ ਲਈ, 20 ਕਮੇਟੀਆਂ ਹੋਰ ਬਣਾ ਲਈਆਂ, ਇੱਕ 5 7 ਬੰਦੇ ਇੱਧਰ ਵੀ ਸਿਰ ਜੋੜ ਕੇ ਭਾਈ ਮਾੜਾ ਮੋਟਾ ਕੋਈ ਲੋਕਾਂ ਨੂੰ ਦੱਸਣਾ ਵੀ ਇੱਕ ਅੱਧਾ ਸਫਾ ਸੁਫਾ ਲਿਖੋ। ਨਹੀਂ, ਉਹ ਅਸਲ ਤੇ ਉਹੀ ਕਹੀ ਚਾਹੀਦਾ। ਹਾਂ, ਉਹ ਹੈ ਹੀ ਨਹੀਂ। ਹੁਣ ਇਹਨਾਂ ਦੀ ਜਿੰਨੀ ਮਿਹਨਤ ਆ ਉਹ ਇਸ ਚੀਜ਼ ਤੇ ਆ ਵੀ ਇੱਕ ਬੰਦਾ ਜਾਂ ਇੱਕ ਧਿਰ ਆ ਉਹ ਕੁਰਸੀ ਤੇ ਬੈਠਾ ਲਾਉਣਾ, ਤੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਕੁਰਸੀ ਤੇ ਬਹਿਣਾ, ਪਹਿਲਾਂ ਉਹਨੂੰ ਲਾ ਲਈਏ ਕੁਰਸੀ ਤੇ ਕਿੰਨੇ ਬਹਿਣਾ ਇਹ ਫੇਰ ਡਿਸਾਈਡ ਕਰ ਲਾਂਗੇ। ਹੁਣ ਬੰਦਾ ਪੁੱਛੇ ਵੀ ਚਲੋ ਇਹ ਸਾਰੀ ਕਵਾਇਦ ਨੂੰ ਵੱਧ ਤੋਂ ਵੱਧ 6 ਜਾਂ 8 ਮਹੀਨੇ ਲੱਗ ਜਾਣਗੇ, ਪਰ ਉਸ ਕੁਰਸੀ ਤੇ ਜਿਹੜਾ ਵੀ ਬੰਦਾ ਬੈਠੂਗਾ, ਜੇ ਇਹਨਾਂ ਦਾ ਕੋਈ ਬਹਿ ਜਾਂਦਾ ਜਿਹਦੀ ਕਿਆਸ ਘੱਟ ਆ, ਉਹਨੇ 5 ਸਾਲ ਕੀ ਕਰਨਾ, ਉਹਦੀ ਕੋਈ ਪਾਲਿਸੀ ਨਹੀਂ। ਸੰਧਾਲੀਆ ਸਾਹਿਬ ਇਹ ਕਹਿੰਦੇ ਜੀ ਟਰੈਕਟਰ ਤੋਂ ਬੰਦਾ ਲਾ ਦਈਏ, ਸੀਟ ਤੋਂ ਆਪ ਬੈਠੀਏ, ਫਿਰ ਮੁੜ ਕੇ ਪੁੱਛਾਂਗੇ ਸੈਲਫ ਕਿੱਥੋਂ ਮਾਰਨੀ ਹੈ। ਉਹ ਇੱਕ ਟਰੈਕਟਰ ਹੁੰਦੇ ਜਿਹਦੇ ਇੱਥੋਂ ਗੇਅਰ ਹੁੰਦੇ ਐਂ ਕਰਕੇ, ਜੀਟਰ ਹੁੰਦਾ ਨਾ ਉਹ, ਉਹਦੇ ਗੇਅਰ ਹੀ ਨਹੀਂ ਪੈਂਦੇ ਹੁੰਦੇ ਮੁੜ ਕੇ, ਉਹ ਪਹਿਲਾਂ ਪਤਾ ਲੱਗਣਾ ਚਾਹੀਦਾ। ਬਾਕੀ ਸੰਧਾਲੀਆ ਸਾਹਿਬ, ਪੰਜਾਬ ਦੇ ਵਿੱਚ ਜਿਹਨਾਂ ਗੱਠਜੋੜ ਕਰਨਾ ਸਾਨੂੰ ਕੋਈ ਇਤਰਾਜ਼ ਨਹੀਂ, ਕਰੀ ਜਾਓ ਭਾਈ, ਪਰ ਨਸ਼ੇ ਦਾ ਮੁੱਦਾ ਵੱਡਾ, ਰੋਜ਼ ਗੱਲ ਕਰਦੇ ਹਾਂ ਆਪਾਂ। ਮਾਨਸਾ ਦੇ ਵਿੱਚ ਪ੍ਰਵਿੰਦਰ ਸਿੰਘ ਝੋਟੇ ਦਾ ਮਸਲਾ ਬੜਾ ਇੰਪੋਰਟੈਂਟ ਰਿਹਾ, ਉਹਨੂੰ ਫੜ ਕੇ ਅੰਦਰ ਦਿੱਤਾ ਗਿਆ। ਫਿਰ ਉਹਨਾਂ ਦੇ ਸਮਰਥਕਾਂ ਦਾ ਕਹਿਣਾ ਸੀ ਕਿ ਭਾਈ ਉਹ ਤਾਂ ਨਸ਼ਾ ਰੋਕਦੇ ਸੀ, ਤੇ ਸਰਕਾਰਾਂ ਤੋਂ ਆਪ ਤਾਂ ਰੁਕਦਾ ਨਹੀਂ ਬੰਦਾ, ਜਿਹੜਾ ਨਸ਼ਾ ਰੋਕਦਾ ਚੱਕ ਕੇ ਅੰਦਰ ਦੇ ਦਿੱਤਾ। 2 ਮਹੀਨੇ ਹੋ ਗਿਆ ਧਰਨਾ ਲੱਗਾ। ਹੁਣ ਗੱਲ ਐਕਸ਼ਨ ਕਮੇਟੀ ਬਣ ਗਈ, ਨਸ਼ਾ ਵਿਰੋਧੀ ਐਕਸ਼ਨ ਕਮੇਟੀ, ਕਿ ਉਹਨਾਂ ਦੀ ਪ੍ਰਵਿੰਦਰ ਸਿੰਘ ਝੋਟੇ ਦੀ ਰਿਹਾਈ ਮੰਗੀ ਜਾ ਰਹੀ ਸੀ, ਤੇ ਨਾਲ ਬਹੁਤ ਸਾਰੀਆਂ ਹੋਰ ਮੰਗਾਂ ਸੀ। ਚੰਗਾ ਹੋਇਆ ਕਿ ਗੱਲ ਟੇਬਲ ਦੇ ਉੱਤੇ ਆਈ ਹੈ, ਕਿਉਂਕਿ ਆਖਿਰਕਾਰ ਉੱਥੇ ਮੁੱਕਣੀ ਹੈ, ਗੰਭੀਰਤਾ ਦੀ ਲੋੜ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਾਹਿਬ ਦੀ OSD ਨੇ ਮਨਜੀਤ ਸਿੰਘ ਸਿੱਧੂ, ਉਹ ਗਏ। ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ, ਦੂਸਰੀ ਵਾਰ ਦੇ MLA ਨੇ ਬੁਢਲਾਡੇ ਤੋਂ ਪ੍ਰਿੰਸੀਪਲ ਬੁੱਧਰਾਮ ਸਾਹਿਬ ਗਏ।
MLA ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾ ਵਾਲੀ ਗਏ, ਹੋਰ ਕਿੰਨੇ ਲੀਡਰ, SSP ਨਾਨਕ ਸਿੰਘ, ਡਾਕਟਰ ਨਾਨਕ ਸਿੰਘ, ਉਹ ਵੀ ਉੱਥੇ ਮੀਟਿੰਗ ਹੁੰਦੀ ਹੈ। ਉਧਰਲੇ ਪਾਸੇ ਐਕਸ਼ਨ ਕਮੇਟੀ ਬੈਠੀ ਹੈ, ਜਿਹੜੇ ਧਰਨਾ ਲਾ ਕੇ ਬੈਠੇ, ਜਿਹੜੇ ਲੀਡ ਕਰਦੇ ਆ ਇਸ ਮਸਲੇ ਦੇ ਉੱਤੇ। ਕਹਿੰਦੇ ਆ ਕਿ ਸਹਿਮਤੀ ਕਾਫੀ ਹੱਦ ਤੱਕ ਬਣ ਗਈ ਹੈ, ਤੇ ਉਹਦੇ ਵਿੱਚ ਸਹਿਮਤੀ ਇਹ ਵੀ ਬਣੀ ਹੈ ਕਿ ਭਾਈ ਕਾਨੂੰਨੀ ਪ੍ਰਕਿਰਿਆ ਦੇ ਰਾਹੀਂ ਪਰਵਿੰਦਰ ਸਿੰਘ ਹੋਰਾਂ ਦੀ ਰਿਹਾਈ ਹੋਊਗੀ, ਕੇਸ ਵਾਪਸ ਹੋਣਗੇ। ਤੇ ਇਹ ਵੀ ਕਿਹਾ ਗਿਆ ਕਿ ਉਹਦੇ ਵਿੱਚ ਕਿ ਜੇ ਕੋਈ ਪੁਲਿਸ ਅਧਿਕਾਰੀ ਲੱਗਦਾ ਕਿ ਭਾਈ ਸਲਾਹ ਦਿੰਦਾ ਹੈ ਤਸਕਰਾਂ ਨੂੰ ਜਾਂ ਉਹਨਾਂ ਨੂੰ ਰੱਖਿਆ ਕਰਦਾ ਹੈ, ਉਹਨਾਂ ਦੇ ਨਾਲ ਰਲਿਆ, ਉਹਦੇ ਉੱਤੇ ਕਾਰਵਾਈ ਹੋਊਗੀ। ਇਸ ਸਾਰੇ ਕੇਸ ਬਣਨ ਦੀ ਪ੍ਰਕਿਰਿਆ ਦੇ ਵਿੱਚ ਵੀ ਜੇ ਕੋਈ ਪੁਲਿਸ ਕਰਮਚਾਰੀ ਦੋਸ਼ੀ ਪਾਇਆ ਗਿਆ ਤਾਂ ਉਹਦੇ ਖਿਲਾਫ ਵੀ ਕਾਰਵਾਈ ਹੋਊਗੀ। ਤੇ ਬਾਅਦ ਵਿੱਚ ਜਦੋਂ ਇਹ ਸਰਕਾਰ ਵਾਲੇ ਪਾਸੇ ਜਿਹੜੇ ਬੰਦੇ ਗਏ ਸੀ, ਉਹਨਾਂ ਨੇ ਪੁੱਛਿਆ, ਉਹ ਕਹਿੰਦੇ ਜੀ ਦੇਖੋ ਕੰਮ ਨਹੀਂ ਸੀ ਮਾੜਾ ਬੰਦੇ ਦਾ, ਕਹਿੰਦੇ ਪਰ ਕਾਨੂੰਨ ਨੂੰ ਹੱਥ 'ਚ ਲੈਣਾ ਗਲਤ ਹੈ, ਤੇ ਅਸੀਂ ਕਹਿੰਦੇ ਜੀ ਉਮੀਦ ਕਰਦੇ ਹਾਂ ਕਿ ਇਦਾਂ ਕੁਛ ਨਾ ਹੋਵੇ। ਹਾਂ, ਉੱਥੇ ਇੱਕ ਜਿਹੜੀ ਬੜੀ ਇੰਪੋਰਟੈਂਟ ਗੱਲ ਸੀ ਉਹ ਇਹ ਕਹੀ ਗਈ, ਉਹ ਕਹਿੰਦੇ ਜੀ ਅਸੀਂ ਤਾਂ ਬੇਨਤੀ ਕਰਕੇ ਆਏ ਐਕਸ਼ਨ ਕਮੇਟੀ ਵਾਲਿਆਂ ਨੂੰ ਕਿ ਜੇ ਤੁਹਾਨੂੰ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਲੱਗਦਾ ਹੈ ਪਤਾ ਕਿ ਉਹ ਨਸ਼ਿਆਂ ਵਾਲੇ ਕੰਮ 'ਚ ਫਸਿਆ, ਉਹ ਨਸ਼ਾ ਵਿਕਵਾਉਂਦਾ ਹੈ ਜਾਂ ਨਸ਼ਾ ਵੇਚਣ ਵਾਲੇ ਦੇ ਨਾਲ ਤੁਰਿਆ ਫਿਰਦਾ, ਸਾਨੂੰ ਦੱਸੋ, ਅਸੀਂ ਪਾਰਟੀ 'ਚੋਂ ਤੁਰੰਤ ਬਾਹਰ ਕੱਢਾਂਗੇ। ਚੰਗੀ ਗੱਲ ਹੈ, ਤੇ ਅਸੀਂ ਉਮੀਦ ਕਰਦੇ ਹਾਂ ਕਿ ਭਾਈ ਜਿਹੜਾ ਬੰਦਾ ਨਸ਼ਿਆਂ ਦੇ ਖਿਲਾਫ ਤੁਰਦਾ ਹੈ ਉਸ ਬੰਦੇ ਦੀ ਲੋਕ ਵੀ ਸਪੋਰਟ ਕਰਨ। ਹਾਂ, ਕਾਨੂੰਨ ਨੂੰ ਜ਼ਰੂਰ ਧਿਆਨ 'ਚ ਰੱਖਿਆ ਜਾਵੇ ਕਿ ਭਾਈ ਕਾਨੂੰਨ ਨੂੰ ਆਪਾਂ ਹੱਥ ਦੇ ਵਿੱਚ ਨਹੀਂ ਲੈਣਾ, ਪਰ ਸਮੇਂ ਦੀ ਲੋੜ ਹੈ। ਉਹਦਾ ਇੱਕ ਕਾਰਨ ਇਹ ਵੀ ਦੱਸਦਾ, ਖੰਨੇ ਦੇ ਵਿੱਚੋਂ ਇੱਕ ਬੀਬੀ ਦੀ ਵੀਡੀਓ ਵਾਇਰਲ ਹੋਈ, ਉਹ ਬੀਬੀ ਨਾ ਤਾਂ ਐਕਸ਼ਨ ਕਮੇਟੀ 'ਚ ਨਾ ਉਹਨੂੰ ਕੁਛ ਹੋਰ ਹੁੰਦਾ, ਉਹ ਰੌਲਾ ਕੀ ਪਾਇਆ ਉਸ ਵੀਡੀਓ ਦੇ ਵਿੱਚੋਂ, ਇੱਕ ਸਮਾਜ ਸੇਵੀ ਨੇ ਉਹ ਪੋਸਟ ਕੀਤੀ ਹੈ। ਉਹ ਬੀਬੀ ਕਹਿੰਦੀ ਜੀ ਮੇਰਾ ਮੁੰਡਾ ਨਸ਼ੇ ਕਰਦਾ ਹੈ। ਪਹਿਲੀ ਗੱਲ ਹੈ ਕਿ ਪੰਜਾਬੀ ਮੰਨਦੇ ਬਹੁਤ ਘੱਟ ਨੇ, ਉਹ ਬੀਬੀ ਮੰਨੀ ਹੈ ਕਿਉਂਕਿ ਹੱਥ ਖੜੇ ਹੋ ਗਏ ਉਹਦੇ। ਮੇਰਾ ਜਵਾਨ ਪੁੱਤ ਹੈ, ਨਸ਼ੇ ਕਰਦਾ, ਬਾਹਰੋਂ ਵੀ ਨਸ਼ਾ ਕਰਕੇ ਆਉਂਦਾ ਹੈ, ਮੁੜ ਕੇ ਉਹਨੂੰ ਘਰੇ ਵੀ ਟੈਲੀਫੋਨ ਕਰਨ ਵਾਲੇ ਕਹਿੰਦੇ ਜੀ ਤੈਨੂੰ ਘਰੇ ਪਹੁੰਚਾ ਦੇਣੇ, ਪੈਸਿਆਂ ਦਾ ਇੰਤਜ਼ਾਮ ਕਰਕੇ ਰੱਖ। ਉਹ ਕਹਿੰਦੀ ਜੀ ਤੰਗ ਬਹੁਤ ਆ। ਉਹ ਕਹਿੰਦੀ ਮੈਂ ਪ੍ਰਸ਼ਾਸਨ ਨੂੰ ਕਈ ਵਾਰੀ ਜਾ ਕੇ ਸ਼ਿਕਾਇਤਾਂ ਕੀਤੀਆਂ, ਤਸਕਰਾਂ ਦੇ ਟੈਲੀਫੋਨ ਨੰਬਰ ਤੱਕ ਪੁਲਿਸ ਪ੍ਰਸ਼ਾਸਨ ਨੂੰ ਦਿੱਤੇ, ਪਰ ਕਾਰਵਾਈ ਕੋਈ ਨਹੀਂ ਹੋਈ। ਤੇ ਮੈਂ ਤਾਂ ਇਹ ਚਾਹੁੰਦੀ ਹਾਂ ਕਿ ਬਾਕੀਆਂ ਦੇ ਨਿਆਣੇ ਵੀ ਬਚਣ, ਤਾਂ ਮੇਰਾ ਨਿਆਣਾ ਵੀ ਬਚਿਆ, ਨਸ਼ਾ ਤਸਕਰਾਂ ਨੂੰ ਨੱਥ ਪਾਓ। ਹੁਣ ਉਹਦੇ ਤੋਂ ਬਾਅਦ ਉਹ ਕਹਿੰਦੀ ਮੈਨੂੰ ਪੁਲਿਸ ਵਾਲੇ ਜਦੋਂ ਮੈਂ ਜਾਣੀ ਹੈ ਕਿ ਮੁੰਡੇ ਆਪਣੇ ਨੂੰ ਸਮਝਾ ਲਾ ਬੀਬੀ, ਵੀ ਜਾਣੀ ਆਪ ਕਾਰਵਾਈ ਨਹੀਂ ਕਰਦੇ ਤਾਂ ਮੁੰਡੇ ਨੂੰ ਸਮਝਾਉਣ ਦੀ ਸਲਾਹ ਦੇ ਦਿੰਦੇ ਆ। ਹੁਣ ਸੰਧਾਲੀਆ ਸਾਹਿਬ, ਜਿੱਥੇ ਏਡੀ ਵੱਡੀ ਸਮੱਸਿਆ ਹੋਵੇ, ਜਿੱਥੇ ਸਾਡੇ ਪੰਜਾਬੀਆਂ ਦੀਆਂ ਬੀਬੀ ਕਹਿੰਦੇ ਨਾ ਆਪਾਂ, ਬੀਬੀਆਂ ਜਿਹੜੀਆਂ ਪੰਜਾਬੀ ਦੀਆਂ ਵੱਡੀ ਉਮਰ ਦੀਆਂ, ਪੁੱਤ ਹੌਲੀ ਹੌਲੀ ਕਰਕੇ ਧੀਆਂ ਪੁੱਤ ਜਵਾਨ ਕੀਤੇ ਹੁੰਦੇ ਆ, ਸਾਹਮਣੇ ਨਸ਼ਾ ਕਰਕੇ ਮੂੰਹ 'ਚੋਂ ਝੱਗਾਂ ਜਾਂਦੀਆਂ ਹੋਣ, ਤੇ ਫਿਰ ਬੰਦਾ ਵੀਡੀਓ 'ਚ ਹੀ ਆਉਂਦਾ ਹੈ। ਤੇ ਇਸ ਕਰਕੇ ਚਾਹੇ ਇਹ ਪਰਵਿੰਦਰ ਸਿੰਘ ਵਾਲਾ ਮਸਲਾ ਹੈ, ਚਾਹੇ ਖੰਨੇ ਵਾਲੀ ਸਾਡੀ ਬਜ਼ੁਰਗ ਬੀਬੀ ਦਾ ਮਸਲਾ ਹੈ, ਇਸ ਮੁੱਦੇ ਦੇ ਉੱਤੇ ਤਾਂ ਚਾਹੇ ਸੱਤਾਧਾਰੀ ਧਿਰ, ਚਾਹੇ ਵਿਰੋਧੀ ਧਿਰਾਂ, ਅਸੀਂ ਬੇਨਤੀ ਕਰਦੇ ਹਾਂ ਹੱਥ ਜੋੜਦੇ ਕਿ ਸਿਰ ਜੋੜ ਲਓ ਭਾਈ। ਉਹ ਬੜਾ ਜ਼ਰੂਰੀ ਹੈ, ਜੇ ਨਾ ਕੀਤਾ ਗਿਆ ਤਾਂ ਫਿਰ ਤੇ ਔਖਾ ਜੀ। ਪਰ ਮੈਨੂੰ ਲੱਗਦਾ WhatsApp ਕਿ ਜਿੱਦਾਂ ਇਹ ਹੌਲੀ ਹੌਲੀ ਆਪਾਂ ਨੂੰ ਅਜੇ ਤਾਂ ਬਹੁਤ ਥੋੜ੍ਹੇ ਥਾਂ, ਕਿਉਂਕਿ ਖਬਰ ਜਦੋਂ ਆਉਂਦੀ ਉਦੋਂ ਇਹ ਲੱਗਦਾ ਵੀ ਪਤਾ ਨਹੀਂ ਕਿੰਨੀਆਂ ਕਮੇਟੀਆਂ ਬਣ ਗਈਆਂ, ਕਿੰਨੇ ਕੁ ਲੋਕ ਉੱਠ ਖੜੇ। ਪਰ ਜੇ ਪ੍ਰੈਕਟੀਕਲੀ ਵੇਖਿਆ ਜਾਵੇ ਤਾਂ ਜੇ ਬਹੁਤ ਥੋੜ੍ਹੇ ਥਾਵਾਂ ਦੇ ਉੱਪਰ ਜਾਂ ਥੋੜ੍ਹੇ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਹੋਈਆਂ, ਪਰ ਮੈਨੂੰ ਲੱਗਦਾ ਵੀ ਇਹ ਸ਼ੁਰੂਆਤ ਆ। ਜੇ ਹੋ ਸਕਦਾ ਕੋਈ ਇਹਨੂੰ ਥੋੜ੍ਹੇ 'ਚ ਹਲਕੇ 'ਚ ਲੈ ਰਿਹਾ ਹੋਵੇ, ਇਹ ਸ਼ੁਰੂਆਤ ਹੈ। ਜਦੋਂ ਵੇਖੀ ਇੱਕ ਥਾਂ ਦੇ ਉੱਪਰ ਕੋਈ ਚੀਜ਼ ਬਣਦੀ ਹੈ, ਫਿਰ ਉਹਦੇ ਮਗਰ ਦੂਸਰੀ ਬਣਦੀ ਹੈ, ਫਿਰ ਤੀਸਰੀ ਬਣਦੀ, ਉਹਦੇ ਨਾਲ ਗੱਡੀ ਚੱਲਦੀ। ਹੁਣ ਪਰਵਿੰਦਰ ਸਿੰਘ ਝੋਟੇ ਵਾਲੀ ਗੱਲ ਜਿੱਥੋਂ ਤੱਕ ਕਿਹਾ ਤੁਸੀਂ, ਇਹ ਦੇਖੋ ਵੀ ਉਸ ਕੇਸ ਦੇ ਵਿੱਚ ਇੱਕ ਗੱਲ ਜਿਹੜੀ ਸਭ ਤੋਂ ਵਧੀਆ ਉਹ ਇਹ ਹੈ ਕਿ ਲੋਕ ਉਹਦੇ ਨਾਲ ਖੜੇ ਜੀ। ਉਹ ਪਹਿਲਾਂ ਸੀ ਇਸ ਕੰਮ 'ਚ, ਕੀ ਨਹੀਂ ਸੀ, ਉਹਨੇ ਕੀ ਕੀਤਾ ਕੀ ਨਹੀਂ ਕੀਤਾ, ਉਹ ਗੱਲ ਵੱਖਰੀ ਹੈ। ਪਰ ਹਾਂ, ਉਹ ਜਿਸ ਚੀਜ਼ ਦੇ ਖਿਲਾਫ ਗੱਲ ਕਰਦਾ ਸੀ ਉਹਦਾ ਕਰਕੇ ਬੰਦੇ ਨੇ ਆਖਿਆ ਯਾਰ ਤੇਰਾ ਸਾਥ ਦਿੰਦੇ। ਇੰਨੀ ਕੀ ਗੱਲ ਹੁੰਦੀ ਹੈ ਵੀ ਜੇ ਕੋਈ ਬੰਦਾ ਕਿਸੇ ਐਸੀ ਚੀਜ਼ ਦੇ ਖਿਲਾਫ ਖੜਦਾ ਜਿਹੜੀ ਕਿ ਸਮਾਜ ਲਈ ਠੀਕ ਨਹੀਂ, ਉਹਦਾ ਹੌਸਲਾ ਇੰਨੇ 'ਚ ਹੀ ਵੱਧ ਜਾਂਦਾ ਵੀ ਯਾਰ ਜਦ 10 ਬੰਦੇ ਮੇਰੇ ਨਾਲ ਖਲੋਤੇ ਦੇ ਹੈਗੇ। ਮੈਨੂੰ ਲੱਗਦਾ ਹੁੰਦਾ ਵੀ ਜੇ ਇਹ ਕੰਮ ਪੰਜਾਬੀ ਰੱਖ ਲੈਣ ਤਾਂ ਇਹਦੇ ਨਾਲ ਬਹੁਤ ਫਰਕ ਪੈ ਸਕਦਾ, ਕਿਉਂਕਿ ਕਿਸੇ ਵੇਲੇ ਕੋਈ ਬੰਦਾ ਕਈ ਵਾਰ ਅੱਗੇ ਲੱਗਣ ਨੂੰ ਤਿਆਰ ਤੇ ਹੁੰਦਾ, ਉਹਨੂੰ ਜਾਪਦਾ ਵੀ ਹੁੰਦਾ ਮੈਂ ਕਰਦਾ ਕੁਛ। ਜਦੋਂ ਉਹਨੂੰ ਜਾਪਦਾ ਵੀ ਯਾਰ ਨਾਲ ਕੋਈ ਹੈ ਨਹੀਂ, ਅਗਲੇ ਧਮਕੀਆਂ ਦੇਣ ਵਾਲੇ ਜਾਂ ਅਗਲੇ ਛੱਤਰ ਦੇ ਜਿਹੜੇ ਕੈਮ ਨੇ ਜਿਨ੍ਹਾਂ ਦੇ, ਉਹ ਅਗਲੇ ਆਖਣ ਵੀ ਯਾਰ ਤੈਨੂੰ ਦਬਲਾਂਗੇ, ਉਹ ਵਿਚਾਰਾ ਮੁੜ ਕੇ ਘਰ ਬਹਿ ਜੇ, ਲੋਕ ਵੀ ਸਾਥ ਨਾ ਦੇਣ, ਤੇ ਫਿਰ ਉਹ ਮੁਹਿੰਮ ਠੁੱਸ ਹੋ ਜਾਂਦੀ ਹੈ। ਦੂਜੀ ਗੱਲ, ਮੇਰਾ ਖਿਆਲ ਹੁਣ DGP ਸਾਹਿਬ ਆਉਂਦੇ ਆ ਵੀ ਕੈਮਰੇ ਲਾ ਦੇਣੇ ਆ ਸਰਹੱਦ 'ਤੇ। ਹੁਣ ਮੈਂ ਸੋਚਦਾ ਸੀ ਵੀ ਜੇ CCTV ਕੈਮਰੇ ਸਰਹੱਦ ਦੇ ਨਾਲ ਹੋਣਗੇ ਤੇ ਹੋ ਸਕਦਾ ਵੀ ਉਹਦੇ ਨਾਲ ਵੀ ਫਰਕ ਪਵੇ, ਕਿਉਂਕਿ ਜਿਹੜਾ ਉਧਰੋਂ ਕੰਮ ਚੱਲਦਾ ਹੋਵੇ, ਪੈਕਟ ਸੁੱਟਿਆ ਤੇ ਉਦੋਂ ਬਾਅਦ ਤੂੰ ਕੌਣ ਤੇ ਮੈਂ ਕੌਣ ਤੇ ਚੱਕ ਲਈ ਤੇ ਵਰਤਾ ਦੀ, ਕੁਛ ਨਾ ਕੁਛ ਤੇ ਘਟੂਗੇ ਕੰਮ। ਸੰਧਾਲੀਆ ਸਾਹਿਬ, ਬਾਰਡਰ ਵਾਲੇ ਪਿੰਡਾਂ ਦੇ ਵਿੱਚ ਰਾਜਪਾਲ ਸਾਹਿਬ ਵੀ ਗਏ ਸੀ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਨਸ਼ਿਆਂ ਦਾ ਮੁੱਦਾ ਤੁਸੀਂ ਵੀ ਚੁੱਕਿਆ, ਸਰਕਾਰ ਦੇ ਬੰਦੇ ਵੀ ਜਾਂਦੇ, ਵਿਰੋਧੀ ਧਿਰਾਂ ਵੀ ਜਾਂਦੀਆਂ। ਇੱਕ ਨਾ ਪਿਛਲੇ ਸਮੇਂ ਦੇ ਵਿੱਚ ਬਾਰਡਰ ਦੇ ਨੇੜੇ ਜਿਹੜੀ ਸੈਕੰਡ ਲਾਈਨ ਹੈ, ਫਰੰਟ ਲਾਈਨ ਦੇ ਉੱਤੇ ਤਾਂ BSF ਹੁੰਦੀ ਹੈ ਆਪਣੀ ਬਾਰਡਰ ਸਿਕਿਉਰਿਟੀ ਫੋਰਸ, ਉਹਦੇ ਜਵਾਨ। ਸੈਕੰਡ ਲਾਈਨ ਦੇ ਉੱਤੇ ਡਿਫੈਂਸ ਲਾਈਨ ਜਿਹੜੀ ਹੈ, ਉੱਥੇ ਸਰਹੱਦੀ ਪਿੰਡਾਂ ਦੇ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਸੀ ਜਿਹੜੀਆਂ ਪਿੰਡਾਂ ਦੀਆਂ। DGP ਗੌਰਵ ਯਾਦਵ ਸਾਹਿਬ ਉੱਥੇ ਗਏ, ਵਿਲੇਜ ਡਿਫੈਂਸ ਕਮੇਟੀਆਂ ਜਿਹੜੀਆਂ ਉਹਨਾਂ ਦੇ ਸਾਰੇ ਮੈਂਬਰ ਇਕੱਠੇ ਕੀਤੇ, ਉਹਨਾਂ ਨੂੰ ਕਿਹਾ ਕਿ ਤੁਸੀਂ ਚੰਗੇ ਤਰੀਕੇ ਕੰਮ ਕਰੋ, ਉਹਨਾਂ ਨੂੰ ਪਹਿਚਾਣ ਪੱਤਰ ਆਇਡੈਂਟੀ ਕਾਰਡ ਦਿੱਤੇ ਕਿ ਇਹ ਸਾਡੀ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਨੇ। ਕੱਲ੍ਹ ਨੂੰ BSF ਵਾਲੇ ਆਉਂਦੇ ਆ, ਕੋਈ ਆਉਂਦੇ ਆ, ਉਹਨਾਂ ਦੀ ਇੱਕ ਮਾਨਤਾ ਹੁੰਦੀ ਹੈ ਫਿਰ ਕਿ ਭਾਈ ਇਸ ਪਿੰਡ ਦੇ ਵਿੱਚ ਇਹ ਬੰਦਾ ਜਿਹੜਾ ਕੰਮ ਦਾ, ਉਹਨਾਂ ਨੂੰ ਜੈਕਟਾਂ ਦਿੱਤੀਆਂ ਸਪੈਸ਼ਲ ਕਿ ਤੁਸੀਂ ਆਹ ਵੀ ਜੈਕਟਾਂ ਪਾ ਸਕਦੇ ਹੋ, ਵਿਲੇਜ ਡਿਫੈਂਸ ਕਮੇਟੀ ਉੱਪਰ ਲਿਖਿਆ ਹੋਊਗਾ ਜਾਂ ਕੁਛ ਵੀ।
1-1 ਲੱਖ ਰੁਪਈਆ ਉਹ ਕਹਿੰਦੇ ਜੀ ਇਨਾਮ ਦੇਣਾ ਜੇ ਕੋਈ ਡਰੋਨ ਦੀ ਜਾਣਕਾਰੀ ਦੇਊਗਾ, ਕਿਉਂਕਿ BSF ਹਰ ਇੰਚ ਤੇ ਨਹੀਂ ਬੈਠੀ। ਕਈ ਵਾਰੀ ਡਰੋਨ ਉੱਥੇ ਕਾਉਂਦਾ ਕਿ ਭਾਈ ਪਤਾ ਹੀ ਨਹੀਂ ਲੱਗਦਾ, ਪਰ ਜੇ ਕੋਈ ਪਿੰਡ ਵਾਲਾ ਦੇਖ ਲੈ, ਅਗਲਾ ਬੰਦਾ ਟੈਲੀਫੋਨ ਕਰੂਗਾ ਜੇ ਇੱਥੇ ਡਰੋਨ ਆਇਆ, ਆਹ ਚੀਜ਼ ਹੋਈ, ਇੱਥੇ ਕੱਢੇ ਗਿਆ, ਇੱਥੇ ਇੱਕ ਸੌਦਾ, ਲੱਖ ਰੁਪਈਆ ਉਹਦਾ ਇਨਾਮ ਹੈ। ਹੁਣ ਉੱਥੇ DGP ਸਾਹਿਬ ਨੇ ਜਿਹੜੀ ਗੱਲ ਕਹੀ, ਉਹ ਕਹਿੰਦੇ ਜੀ ਤੁਸੀਂ ਕਾਇਮ ਹੋ ਕੇ ਗੱਲਾਂ ਕਰੋ, ਅਸੀਂ 20 ਕਰੋੜ ਰੁਪਈਏ ਦਾ ਬਜਟ ਰੱਖਿਆ, 3200 CCTV ਕੈਮਰੇ ਲਾਵਾਂਗੇ ਬਾਰਡਰ ਦੇ ਉੱਤੇ, 3200। ਹੁਣ ਇੱਕ CCTV ਕੈਮਰਾ ਆਪਾਂ ਨੂੰ ਪਤਾ ਕਿ ਬਹੁਤ ਦੂਰ ਤੱਕ ਮਾਰ ਕਰਦਾ, ਤੇ ਉਹ ਕੈਮਰੇ ਵੀ ਵਧੀਆ ਹੋਣਗੇ। ਚੰਗੀ ਗੱਲ ਹੈ ਕਿ ਜੇ ਉੱਥੇ ਬੰਦਾ ਨਾ ਵੀ ਹੋਊਗਾ, ਘੱਟੋ ਘੱਟ CCTV ਕੈਮਰੇ ਦੇ ਰਾਹੀਂ ਪਤਾ ਲੱਗ ਜੂਗਾ ਕਿ ਇੱਥੋਂ ਕੋਈ ਘੁਸਪੈਠ ਹੁੰਦੀ ਹੈ, ਇੱਥੋਂ ਕੋ ਨਸ਼ਾ ਸਿੱਟਿਆ ਜਾਂਦਾ, ਇੱਥੋਂ ਕੋ ਮਨੁੱਖੀ ਜਾਂ ਕਿਸੇ ਚੀਜ਼ ਦੀ ਸਮਗਲਿੰਗ ਕਰਨ ਦਾ ਯਤਨ ਕੀਤਾ ਜਾਂਦਾ। ਸੋ ਪਿੰਡਾਂ ਵਾਲੇ ਪਿੰਡਾਂ 'ਚ ਮੁਸਤੈਦ ਹੋਣ, ਪੁਲਿਸ ਆਪਣੇ ਥਾਂ ਤੇ ਮੁਸਤੈਦ ਹੋਵੇ, BSF ਤੇ ਆ ਜਿਹੜੀਆਂ ਵਿਲੀ ਡਿਫੈਂਸ ਕਮੇਟੀਆਂ ਆਪਣੀ ਥਾਂ ਤੇ ਮੁਸਤੈਦ ਹੋਵੇ, ਤਕਨੀਕੀ ਯੰਤਰਾਂ ਦਾ ਜੇ ਸਹਾਰਾ ਲਿਆ ਜਾਵੇ ਤਾਂ ਕੰਟਰੋਲ ਕੀਤਾ ਜਾ ਸਕਦਾ, ਐਸੀ ਗੱਲ ਕੋਈ ਨਹੀਂ ਜੀ। ਬਿਲਕੁਲ, ਇਹ ਦੇਖੋ ਕਰਨਾ ਵੀ ਪੈਣਾ। ਹੁਣ ਕਿਸੇ ਨੂੰ ਹੋ ਸਕਦਾ ਇਹ ਗੱਲ ਲੱਗਦੀ ਹੋਵੇ ਵੀ ਯਾਰ CCTV ਕੈਮਰੇ ਸਰਹੱਦ ਤੇ ਇਹਨਾਂ ਨਾਲ ਕੀ ਫਰਕ ਪੈਣਾ। ਹੁਣ ਤੁਸੀਂ ਇਹ ਦੇਖੋ ਕਿ ਪਹਿਲਾਂ ਜਦੋਂ ਖਬਰਾਂ ਆਉਂਦੀਆਂ ਹੁੰਦੀਆਂ ਹਨ, ਉਦੋਂ ਹੁੰਦਾ ਹੈ ਵੀ ਸੁਰੰਗ ਪੁੱਟ ਕੇ ਜੀ ਤੇ ਉਹਦੇ ਵਿੱਚ ਦੀ ਸੌਦਾ ਲਿਆਂਦਾ ਤੇ ਬੰਦੇ ਜਾਂ ਇੱਧਰੋਂ ਉੱਧਰ ਗਏ ਤੇ ਸਮਾਨ ਛੱਡ ਗਏ। ਫਿਰ ਆਉਣ ਲੱਗਿਆ ਜੀ ਕਿ ਉਹ ਕੋਈ 4-6 ਇੰਚ ਵਾਲਾ ਪੈਪ ਲਿਆਉਂਦੇ ਨੇ, ਉਹਦੇ ਵਿੱਚ ਦੀ ਉਹ ਲੰਮੀ ਜੀ ਸੰਗਲੀ ਜੀ ਬਣਾ ਕੇ ਲਿਫਾਫਿਆਂ ਦੀ, ਉਹ ਵਾਂਸਨਾ ਜਾਂ ਵਾਂਝਣਾ ਧੱਕ ਜਾਂਦੇ ਨੇ, ਤੇ ਉਸ ਤੋਂ ਬਾਅਦ ਬੰਦਾ ਨਿਕਲ ਜਾਂਦਾ। ਫਿਰ ਚੱਕਰ ਚੱਲਣ ਲੱਗ ਪਿਆ ਜੀ। ਉਹ ਕਹਿੰਦਾ ਵੀ ਬਸ ਬੰਦੇ ਆਉਂਦੇ ਨੇ, ਉਦੋਂ ਬਾਅਦ ਚਲਾ ਕੇ ਮਾਰਦੇ ਨੇ, ਤਾਰੋਂ ਪਾਰ ਜਗ੍ਹਾ ਦੱਸਦੇ ਨੇ, ਚਲੇ ਜਾਂਦੇ। ਉਹ ਕੰਮ ਮੈਨੂਅਲ ਹੋਣ ਲੱਗ ਪਿਆ ਨਾ ਸਾਰਾ ਕੁਛ, ਤੇ ਉਹਨੂੰ ਫੜੋ ਫੜਾਈ ਵੀ ਮੈਨੂਅਲ ਹੋ ਸਕਦੀ ਹੈ। ਹੁਣ ਜਦੋਂ ਗੱਲ ਇਹ ਆ ਵੀ ਡਰੋਨ ਵਾਲਾ ਪਤਾ ਨਹੀਂ ਕਿੱਥੇ ਬੈਠਾ, ਸਮਾਨ ਉਹਨੇ ਪਤਾ ਨਹੀਂ ਕਿੱਥੋਂ ਬੰਨਿਆ, ਡਰੋਨ ਪਤਾ ਨਹੀਂ ਕਿੰਨੇ 100 ਮੀਟਰ ਉੱਪਰ ਚੱਕ ਲਿਆ, ਉਦੋਂ ਬਾਅਦ ਡਰੋਨ ਨੂੰ ਪਤਾ ਨਹੀਂ ਵੀ ਕਿੰਨੇ 100 ਮੀਟਰ ਗਾਂਹ ਖੜ ਕੇ ਤੇ ਕਿੱਥੇ ਜਾ ਕੇ ਲਾਉਣਾ। ਕੰਮ ਟੈਕਨੀਕ ਦਾ ਬੰਦਾ ਕਿਤੇ ਹੈ ਨਹੀਂ, ਬਾਅਦ ਤੋਂ ਮੰਨ ਲਓ ਗੋਲੀ ਵੀ ਚੱਲੀ ਤੇ ਡਰੋਨ ਦੇ ਵਿੱਚ ਨਹੀਂ ਬੰਦੇ ਨੂੰ, ਫਿਰ ਉਹਨੂੰ ਕੁਛ ਹੋਣਾ। ਉਹਦੇ ਹੱਲ ਦੇ ਲਈ ਜੇ ਮੰਨ ਲਓ ਤਕਨੀਕ ਦਾ ਸਹਾਰਾ ਲੈ ਲਿਆ ਜਾਵੇ, ਇਹਦੇ 'ਚ ਹਰਜ ਕੋਈ ਨਹੀਂ। ਬਾਕੀ ਜੇ ਇਹਦੇ ਨਾਲ ਫਰਕ ਪੈ ਜੇ ਤੇ ਚੰਗੀ ਗੱਲ ਹੈ, ਪਰ ਸਭ ਤੋਂ ਵੱਧ ਫਰਕ ਉਸ ਚੀਜ਼ ਨਾਲ ਪੈਣਾ ਵੀ ਆਪਣੇ ਆਸੇ-ਪਾਸੇ ਜਿਹੜਾ ਭਾਈਚਾਰਾ ਨੂੰ ਥੋੜ੍ਹਾ ਜਿਹਾ ਮਜ਼ਬੂਤ ਕੀਤਾ ਜਾਵੇ। ਜੇ ਕਿਸੇ ਦਾ ਧੀ ਪੁੱਤ ਉਸ ਪਾਸੇ ਜਾਂਦਾ, ਉਹਨੂੰ ਅਵੇਅਰ ਕੀਤਾ ਜਾਵੇ। ਪਲੱਸ ਜੇ ਕੋਈ ਆ ਕੇ ਦੱਸਦਾ ਵੀ ਯਾਰ ਇੱਥੇ ਆ ਕੰਮ ਹੁੰਦਾ, ਤੇ 2 ਬੰਦੇ ਸਗੋਂ ਮੁਹੱਲੇ ਦੇ ਪਿੰਡ ਦੇ ਉਹਦੇ ਨਾਲ ਹੋਣ ਵੀ ਯਾਰ ਆਪਾਂ ਨੂੰ ਰੋਕਣਾ। ਅੱਖਾਂ ਜੇ ਮੀਟਾਂਗੇ ਨਾ ਤੇ ਉਹਦੇ ਨਾਲ ਬਿੱਲੀ ਨਹੀਂ ਜਾਣੀ, ਉਹ ਉੱਥੇ ਰਹਿਣੀ ਇਹ ਤੁਹਾਡੀ ਗੱਲ ਠੀਕ ਹੈ। ਬਾਕੀ ਸੰਧਾਲੀਆ ਸਾਹਿਬ ਪਿਛਲੇ ਨਾ 1 ਹਫ਼ਤੇ ਤੋਂ ਲਗਾਤਾਰ ਸੁਨੇਹੇ ਫੋਨ ਵੀ ਆ ਰਹੇ ਸੀ ਕਿ ਭਾਈ ਬਿਜਲੀ ਦੀ ਸਪਲਾਈ ਦੇ ਵਿੱਚ ਥੋੜ੍ਹੀ ਜਿਹੀ ਕਮੀ ਹੈ ਪੰਜਾਬ 'ਚ, ਖਾਸ ਤੌਰ ਦੇ ਉੱਤੇ ਖੇਤੀਬਾੜੀ ਦੇ ਲਈ। ਨਰਮੇ ਨੂੰ ਵੀ ਇਸ ਵੇਲੇ ਪਾਣੀ ਦੀ ਲੋੜ ਹੈ, ਝੋਨੇ ਦੀ ਫਸਲ ਨੂੰ ਵੀ ਪਾਣੀ ਦੀ ਲੋੜ ਹੈ, ਗੰਨੇ ਨੂੰ ਵੀ ਪਾਣੀ ਦੀ ਲੋੜ ਹੈ, ਆਲੂ ਨੂੰ ਵੀ ਪਾਣੀ ਦੀ ਲੋੜ ਹੈ। ਜਾਣੀ ਤਕਰੀਬਨ ਸਾਰੀਆਂ ਫਸਲਾਂ, ਕਿਉਂਕਿ ਗਰਮੀ ਬਹੁਤ ਹੈ, ਮੀਂਹ ਮੂੰਹ ਪੈਣੋਂ ਹਟ ਗਏ ਆ, ਇਸ ਕਰਕੇ ਹੁਣ ਹਾਲਾਂਕਿ ਆਉਣ ਵਾਲੇ ਦਿਨਾਂ 'ਚ ਦੱਸਿਆ ਮੀਂਹ ਦੁਬਾਰਾ, ਪਰ ਇਸ ਸਮੇਂ ਜਿਹੜਾ ਫਸਲ ਦਾ ਫਿਰ ਘੱਟ ਪਾਣੀ ਕਰਕੇ ਨੁਕਸਾਨ ਹੋਊਗਾ। ਹੁਣ ਫਿਰ ਹਿਸਾਬ ਕਿਤਾਬ ਜਿਹਾ ਲੱਭਣ ਦੀ ਕੋਸ਼ਿਸ਼ ਕੀਤੀ ਗਈ, ਫਿਰ ਪਤਾ ਲੱਗਾ ਕਿ 2 ਪਲਾਂਟ ਜਿਹੜੇ ਹੈ ਉਹਨਾਂ ਦੇ ਵਿੱਚ ਥੋੜ੍ਹੀ ਜਿਹੀ ਸਮੱਸਿਆ ਆਈ ਸੀ, ਇਸ ਕਰਕੇ ਬਿਜਲੀ ਦੀ ਸਪਲਾਈ ਸੱਚੀ ਘਟੀ। ਹਾਂ, ਜਿੰਨੇ ਬੰਦੇ ਸੁਨੇਹਾ ਭੇਜਦੇ ਸੀ ਉਹ ਕਹਿੰਦੇ ਜੀ ਸ਼ੁਰੂ 'ਚ ਬੱਤੀ ਬਹੁਤ ਆਈ ਹੈ, ਝੋਨਾ ਲਾਉਣਾ ਸੀ, ਕੋਈ ਬਿਜਾਈ ਕਰਨੀ ਸੀ, ਕਿ ਸਾਨੂੰ ਬਿਜਲੀ ਦੀ ਐਤਕੀ ਕਮੀ ਕੋਈ ਨਹੀਂ ਆਈ ਜਿੱਦਾਂ ਪਹਿਲਾਂ ਰੌਲਾ ਪੈਂਦਾ ਸੀ, ਪਰ ਹੁਣ ਸਮੱਸਿਆ। ਫਿਰ ਪਾਵਰਕਾਮ ਵਾਲਿਆਂ ਨੂੰ ਘੰਟੀਆਂ ਖੜਕੀਆਂ, ਉਹ ਕਹਿੰਦੇ ਜੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸਾਡੇ 2 ਪਲਾਂਟ ਥੋੜ੍ਹੀ ਜਿਹੀ ਸਮੱਸਿਆ ਦੇ ਵਿੱਚ ਆਏ ਸੀ, ਲੀਕੇਜ ਸੀ, ਤੇ ਅਸੀਂ ਹੁਣ ਉਹ ਸਾਰਾ ਕੁਝ ਹੱਲ ਕਰ ਲਿਆ, ਤੇ 1-2 ਦਿਨਾਂ ਦੇ ਵਿੱਚ ਬਿਜਲੀ ਦੀ ਸਪਲਾਈ ਜਿਹੜੀ ਹੈ ਉਹ ਨਿਰਵਿਘਨ ਨਾਰਮਲ ਹੋ ਜੂ। ਹੁਣ ਤੁਸੀਂ ਦੇਖੋ, ਜੇ ਲੋਕਾਂ ਨੂੰ ਤੁਸੀਂ ਕੰਮ ਦਿੰਦੇ ਹੋ, ਜੇ ਬਿਜਲੀ ਦੀ ਸਪਲਾਈ ਪਹਿਲਾਂ ਠੀਕ ਰਹੀ, ਲੋਕ ਕਹਿੰਦੇ ਜੀ ਪਹਿਲਾਂ ਬਹੁਤ ਵਧੀਆ ਸੀ। ਇਹ ਨਹੀਂ ਕਿ ਲੋਕ ਭੁੱਲ ਜਾਂਦੇ ਆ, ਕਿਉਂਕਿ 3 ਮਹੀਨੇ ਹੋ ਗਏ ਉਸ ਗੱਲ ਨੂੰ ਤਾਂ। ਤੇ ਦੂਸਰੇ ਪਾਸੇ ਜੇ ਹੁਣ ਘੱਟ ਹੈ, ਲੋਕ ਤਾਂ ਵੀ ਰਿਐਕਟ ਕਰਦੇ ਆ ਕਿ ਭਾਈ ਨਹੀਂ ਆਉਂਦੀ। ਯਾਨੀ ਜੇ ਤੁਸੀਂ ਕੰਮ ਕਰੋਗੇ, ਲੋਕ ਤੁਹਾਨੂੰ ਮਾਨਤਾ ਦੇਣਗੇ, ਜੇ ਕੰਮ ਦੇ ਵਿੱਚ ਕਮਜ਼ੋਰੀ ਹੋਊਗੀ ਤੇ ਲੋਕ ਫਿਰ ਕਮਜ਼ੋਰੀ ਦੂਰ ਕਰ ਦਿੰਦੇ ਆ। ਮੈਨੂੰ ਲੱਗਦਾ ਇਸੇ ਚੀਜ਼ ਦਾ ਫਿਕਰ ਮੁੱਖ ਮੰਤਰੀ ਸਾਹਿਬ ਨੇ ਵੀ ਕੀਤਾ ਹੋਣੇ, ਬਾਕਾਇਦਾ ਉਹਨਾਂ ਨੇ ਟਵੀਟ ਕੀਤਾ, ਕਿਉਂਕਿ ਪਿਛਲੇ ਦਿਨੀ ਜਿਹੜਾ ਪਟਵਾਰੀਆਂ ਵਾਲਾ ਮਸਲਾ ਵਿਗੜਿਆ ਸੀਗਾ, ਉਹਦੇ ਚੱਕਰ ਦੇ ਵਿੱਚ ਉਹਨਾਂ ਨੇ ਕਲਮ ਛੋੜ ਦਿੱਤੀ ਸੀ, ਪਰ ਅੱਧੀ ਪਚੱਧੀ ਜੀ। ਉਹ ਕਹਿੰਦੇ ਵੀ ਜਿਹੜਾ ਸਾਡਾ ਸਰਕਲ ਉੱਥੇ ਦੇ ਕੰਮ ਕਰ ਦਿਆਂਗੇ, ਤੇ ਵਾਧੂ ਸਰਕਲ ਦਾ ਕੰਮ ਆਪਾਂ ਕਰਨਾ ਨਹੀਂ, ਮਿੱਤਰੋ ਤੁਸੀਂ ਸਾਂਭ ਲਓ। ਹੁਣ ਉਦੋਂ ਆਸ ਤੇ ਇਹ ਜਾਪਦੀ ਸੀ ਵੀ ਸ਼ਾਇਦ ਸਰਕਾਰ ਬੈਕਫੁੱਟ ਤੇ ਚੱਲ ਜੇ, ਵੀ ਯਾਰ ਟਾਈਮ ਤੇ ਕੰਮ ਕਿੱਦਾਂ ਕਰਾਉਣਾ। ਔਰ ਮੁੱਖ ਮੰਤਰੀ ਸਾਹਿਬ ਨੇ ਉਦੋਂ ਮੇਰਾ ਖਿਆਲ ਇੱਕ ਵੀਡੀਓ 'ਚ ਕਿਹਾ ਸੀ ਵੀ ਅਸੀਂ ਬੰਦਿਆਂ ਦਾ ਪ੍ਰਬੰਧ ਕਰ ਲਿਆ, 700 ਕੁਛ ਇੱਕ, 700 ਕੁਛ ਇੱਕ, 500 ਕੁਛ ਇੱਕ ਕਰਕੇ, ਕੋਈ ਜਿਹੜੇ ਪੁਰਾਣੇ ਨੇ ਉਹਨਾਂ ਨੂੰ ਫਿੱਟ ਕਰਕੇ ਵੀ ਅਸੀਂ 3500-3600 ਜਿੰਨੇ ਵੀ ਸਰਕਲ ਬਣਦੇ ਸਾਰਿਆਂ 'ਚ ਬੰਦੇ ਪੂਰੇ ਕਰ ਦਿਆਂਗੇ। ਹੁਣ ਕਹਿੰਦੇ ਆ ਵੀ 8 ਤਰੀਕ ਨੂੰ ਆ ਜਿਹੜੀ 8 ਆ ਗਈ ਜੀ, ਉਦੋਂ 710 ਦੇ ਕਰੀਬ ਜਿਹੜੇ ਨਵੇਂ ਪਟਵਾਰੀ ਉਹਨਾਂ ਨੂੰ ਨਿਯੁਕਤੀ ਪੱਤਰ ਦੇ ਦੇਣੇ ਆ, ਨਾਲ ਨਵਿਆਂ ਦੇ ਲਈ ਕਹਿੰਦੇ ਵੀ ਉਹ ਇਸ਼ਤਿਹਾਰ ਕੱਢ ਦੇਣਾ ਜਿਹੜੇ ਬਾਕੀ ਦੇ ਚਾਹੀਦੇ 500 ਕੁਛ। ਇਹਦਾ ਮਤਲਬ ਇਹ ਹੋ ਗਿਆ ਕਿ ਵੀ ਜੇ ਉਦੋਂ ਕਹੀ ਗਈ ਸੀ ਗੱਲ ਤੇ ਸਰਕਾਰ ਉਧਰ ਤੁਰ ਪਈ ਹੈ। ਨਹੀਂ, ਸੰਧਾਲੀਆ ਸਾਹਿਬ ਤੁਰਨਾ ਹੈ ਵੀ ਜ਼ਰੂਰੀ। ਅਸੀਂ ਤਾਂ ਕਹਿੰਦੇ ਜਿਹੜੇ ਪੁਰਾਣੇ ਪਟਵਾਰੀ ਸਾਹਿਬ ਨੇ ਉਹ ਬੜੇ ਵਧੀਆ ਕੰਮ ਕਰਨ, ਇਮਾਨਦਾਰੀ ਨਾਲ ਕੰਮ ਕਰਨ। ਜਿੰਨੇ ਵੀ 1400-1500 ਪਟਵਾਰੀ ਪੰਜਾਬ 'ਚ ਹੈਗੇ ਆ, ਇਹ 700 ਮੇਰੇ ਖਿਆਲ 40-45 ਬੰਦੇ ਜਿਹੜੇ
ਟ੍ਰੇਨਿੰਗ ਦੇ ਵਿੱਚ ਸੀ ਉਹ ਹੁਣ ਇਧਰਲੇ ਪਾਸੇ ਆਣਗੇ, ਉਹਨਾਂ ਨੂੰ ਪੂਰੀ ਤਨਖਾਹ ਦੇ ਦਿਓ। 1500 ਚ 700 ਪਾ ਲਓ, 2200 ਬੰਦਾ ਹੋ ਗਿਆ। ਇਹ 710 ਕੁ ਬੰਦੇ ਆ ਜਿਨ੍ਹਾਂ ਨੂੰ ਹੁਣ ਜੋਬ ਲੈਟਰ ਦੇ ਦੇਣੇ, ਅਪਾਇੰਟਮੈਂਟ ਲੈਟਰ ਦੇ ਦੇਣੇ ਆ। ਛੇਤੀ ਛੇਤੀ ਉਹਨਾਂ ਦੀ ਟ੍ਰੇਨਿੰਗ ਕਰਾਓ, ਟ੍ਰੇਨਿੰਗ ਦੇ ਵਿੱਚ ਵੀ ਵਧੀਆ ਪੈਸੇ ਦਿਓ ਤੇ ਉਹਨਾਂ ਨੂੰ ਕਹੋ ਕਿ ਭਾਈ ਟ੍ਰੇਨਿੰਗ 7 ਘੰਟੇ ਜਗ੍ਹਾ 14 ਘੰਟੇ ਕਰੋ, ਬੇਸ਼ੱਕ ਅਗਲੇ ਕਰਨਗੇ। ਆਹੋ, ਨਿਬੇੜ ਲਓ ਛੇਤੀ, ਛੇਤੀ ਨਿਬੇੜ ਲਓ। ਤੇ ਜੇ ਉਹ ਨਿਬੜ ਜਾਂਦੀ ਹੈ ਤੇ 2200 ਦੇ ਵਿੱਚ 700 ਹੋਰ ਪਾ ਦਿਓ, 2900 3000 ਬੰਦਾ ਹੋ ਗਿਆ। 580 82 ਬੰਦਿਆਂ ਦਾ ਤੁਸੀਂ ਭਰਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿਓ। ਭਰਤੀ ਦੀ ਪ੍ਰਕਿਰਿਆ ਮਹੀਨੇ 'ਚ ਨਿਬੇੜ ਦਿਓ, ਉਹ ਵੀ ਟ੍ਰੇਨਿੰਗ ਚਲਾ ਦਿਓ। ਤੇ ਜੇ ਟ੍ਰੇਨਿੰਗ ਦੇ ਵਿੱਚ ਉਹ ਵੀ ਲੱਗ ਜਾਊਗਾ ਤੇ ਬੰਦਾ ਆਪੇ 3500 ਹੋ ਗਿਆ। ਹਾਲਾਂਕਿ ਯੂਨੀਅਨ ਨੇ ਵੀ ਕਿਹਾ ਜੀ ਆਬਾਦੀ ਵੱਧ ਗਈ ਹੈ ਜੀ, ਪਿੰਡ ਵੱਧ ਗਏ ਆ ਜੀ, 7500 ਪਟਵਾਰੀਆਂ ਦੀਆਂ ਅਸਾਮੀਆਂ ਚਾਹੀਦੀਆਂ। ਉਹ ਤਾਂ ਚਲੋ ਬਾਅਦ ਦੀਆਂ ਗੱਲਾਂ ਨੇ, ਪਰ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਕੰਮ ਸਮੂਥ ਚੱਲੇ, ਚੰਗੇ ਤਰੀਕੇ ਦੇ ਨਾਲ ਚੱਲੇ। ਬਹੁਤ ਸਾਰੀਆਂ ਕਮਜ਼ੋਰੀਆਂ ਨੇ। ਇੱਕ ਨਾ ਸੰਧਾਲੀਆ ਸਾਹਿਬ, ਇੱਥੇ ਇੱਕ ਮਨੁੱਖਤਾ ਦਾ ਖਾਨਾ ਹੋਣਾ ਜਿਹੜਾ ਬਹੁਤ ਜ਼ਰੂਰੀ ਆ, ਉਹਨੂੰ ਜਿੰਦਰਾ ਲਾ ਕੇ ਚਾਬੀ ਛੱਪੜ 'ਚ ਨਾ ਸੁੱਟਿਆ ਕਰੋ। ਉਹ ਮਨੁੱਖਤਾ ਵਾਲਾ ਖਾਨਾ ਇਹ ਕਹਿੰਦਾ ਕਿ ਭਾਈ ਕੋਈ ਬੰਦਾ ਚੱਲ ਕੇ ਆਇਆ ਤੁਹਾਡੇ ਕੋਲੇ, ਜਾਣੀ ਬੱਸ ਤੇ ਆਇਆ, ਟੈਂਪੂ ਤੇ ਆਇਆ ਤੇ ਆਣ ਕੇ ਕਹਿੰਦਾ ਜੀ ਮੈਨੂੰ ਆਹ ਸਮੱਸਿਆ, ਉਹਦੀ ਉੱਠ ਕੇ ਸਮੱਸਿਆ ਹੱਲ ਕਰੋ। ਜੇ ਕੋਈ ਤੁਸੀਂ ਕੁਰਸੀ ਤੇ ਬੈਠੇ ਹੋ, ਤੁਹਾਡੇ ਉੱਪਰ ਪੱਖਾ ਲੱਗਾ, 40-45 ਡਿਗਰੀ ਟੈਂਪਰੇਚਰ ਦੇ ਵਿੱਚ ਕੋਈ ਬੰਦਾ ਬਾਹਰੋਂ ਆਇਆ, ਪਾਣੀ ਦਾ ਪ੍ਰਬੰਧ ਆਮ ਤੌਰ ਤੇ ਪਟਵਾਰਖਾਨੇ 'ਚ ਘੱਟੇ ਹੁੰਦਾ, ਮੈਂ ਨਹੀਂ ਕਹਿੰਦਾ ਨਹੀਂ ਹੁੰਦਾ, ਪਰ ਕਈ ਵਾਰੀ ਲੱਭਦੇ ਨਹੀਂ ਬੰਦੇ ਨੂੰ ਕਿ ਭਾਈ ਵਾਟਰ ਕੂਲਰ ਕਿੱਧਰ ਹੈ, ਕਿਹੜਾ ਰੋਜ਼ ਜਾਣਾ ਲੋਕਾਂ ਨੇ। ਜੇ ਕੋਈ ਬੰਦਾ ਆਇਆ ਤੇ ਇੱਕ ਵਾਰੀ ਅੱਖ ਚੱਕ, ਠੀਕ ਹੈ ਤੁਹਾਡੇ ਨਕਸ਼ੇ ਬਣਾਉਣੇ ਹੁੰਦੇ ਆ, ਤੁਸੀਂ ਉਹ ਕਲੰਦਰਾ ਜਿਹਾ ਸਾਹਮਣੇ ਰੱਖਿਆ ਹੁੰਦਾ ਹੈ, 4 ਰਜਿਸਟਰ ਵੱਡੇ ਵੱਡੇ ਫੋਲੇ ਹੁੰਦੇ ਆ, ਵੱਡੀ ਸਮੱਸਿਆ ਹੁੰਦੀ ਹੈ। ਉੱਪਰੋਂ ਪੱਖੇ ਦੇ ਨਾਲ ਕਦੇ ਕਦੇ ਰਜਿਸਟਰਾਂ ਦੇ ਸਫ਼ੇ ਵੀ ਇੱਧਰ ਉੱਧਰ ਹੁੰਦੇ ਆ, ਪਰ ਕੋਈ ਗੱਲ ਨਹੀਂ, 1 ਸਕਿੰਟ ਦੇ ਲਈ ਅੱਖ ਚੱਕ ਕੇ ਦੇਖ ਲਓ। ਤੁਹਾਨੂੰ ਕਹੋ ਬੈਠੋ ਅੰਕਲ ਜੀ ਕਿੱਧਰ ਸਰਦਾਰ ਸਾਹਿਬ, ਬਾਊ ਜੀ ਕੀ ਦੱਸੋ ਮੇਰੇ ਨਾਲ ਕੰਮ ਹੈ। ਤੇ ਕਈ ਵਾਰੀ ਲਿਖਿਆ ਨਹੀਂ ਹੁੰਦਾ ਕਿ ਇਹ ਪਟਵਾਰੀ ਸਾਹਿਬ ਕਿਹੜੇ ਕਿਹੜੇ ਪਿੰਡ ਨੂੰ ਡੀਲ ਕਰਦੇ ਆ, ਦੱਸ ਦਿਓ ਕਿ ਭਾਈ ਪਰਲੇ ਪਾਸੇ ਚਲੇ ਜਾਓ, ਕੋਈ ਫਰਕ ਨਹੀਂ ਪੈਂਦਾ। ਤੇ ਅਗਲੇ ਨੂੰ ਜੇ ਬਿਠਾ ਲਓਗੇ 5-10 ਮਿੰਟਾਂ ਦੇ ਵਿੱਚ ਆਪਣਾ ਕੰਮ ਨਿਬੇੜੋ, ਰਜਿਸਟਰ ਸਾਰੇ ਇਕੱਠੇ ਕਰੋ, ਸਾਨੂੰ ਪਤਾ ਕਿ ਤੁਹਾਡੀ ਸਮੱਸਿਆ ਹੈਗੀ ਹੈ, ਉਹ ਤੋਂ ਬਾਅਦ ਪੁੱਛੋ ਦੱਸੋ ਜੀ ਕੀ ਗੱਲ ਹੈ। ਗੱਲ ਤਾਂ ਇੰਨੀ ਕੀ ਹੈ। ਤਾਂ ਚਲੋ ਆਸ ਕਰਦੇ ਹਾਂ ਵੀ ਇਹ ਵੀ ਕੰਮ ਹੁਣ ਨਿਬੜ ਜੇ। ਦੂਜੀ ਗੱਲ ਇਹ ਆ ਵੀ ਜੇ ਹੁਣ ਸਰਕਾਰ ਦਾ ਵੀ ਧਿਆਨ ਹੋਇਆ ਵੀ ਆਪਾਂ ਲੋਕਾਂ ਨੂੰ ਸਹੀ ਫੈਸਿਲਿਟੀਆਂ ਦੇਣੀਆਂ, ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਦੇਣਾ, ਸ਼ਾਸਨ ਪ੍ਰਸ਼ਾਸਨ, ਸੋ ਉਸ ਵਾਲੇ ਪਾਸੇ ਤੁਰ ਪੈਣਾ। ਪਰ ਬਾਕੀ ਅਜੇ ਵਿੱਚ ਆਵਾਜ਼ ਤੇ ਕਈ ਵਾਰ ਆ ਜਾਂਦੀ ਹੁੰਦੀ ਵੀ ਉਹ ਸ਼ਾਸਨ ਪ੍ਰਸ਼ਾਸਨ ਤੁਸੀਂ ਤੇ ਕਹਿੰਦੇ ਭ੍ਰਿਸ਼ਟਾਚਾਰ ਮੁਕਤ ਦੇਣਾ, ਤੇ ਜਿਹੜੇ ਬੰਦੇ ਨੂੰ ਹੁਣ ਇੰਨੇ ਸਾਲਾਂ ਦਾ ਲੱਗਾ ਵੀ ਯਾਰ ਇਹ ਤੇ ਮੇਰਾ ਹੁਣ ਅਧਿਕਾਰ ਬਣਦਾ, ਤੇ ਜਾਂਦੇ ਤੂੰ ਤਨਖਾਹ ਤੇ ਕੰਮ ਕਰੀ ਆ। ਇਕੱਲੇ ਮੈਂ ਇੱਕ ਮਹਿਕਮੇ ਦੀ ਨਹੀਂ ਗੱਲ ਕਰਦਾ, ਸਾਰਿਆਂ 'ਚ ਕੰਮ। ਕਿਉਂਕਿ ਜਿਹਦੀ ਮੰਨ ਲਓ ਵੀ ਕੁਰਸੀ ਆ ਤੇ ਕੁਰਸੀ ਤੇ ਪਹਿਲਾਂ ਮਲਾਈ ਆਉਂਦੀ ਹੋਵੇ ਜੀ, ਤੇ ਅਚਾਨਕ ਤੁਸੀਂ ਆਖਿਆ ਯਾਰ ਇਕੱਲੀ ਕੁਰਸੀ ਹੈ ਮਲਾਈ ਨਹੀਂ ਆਉਂਦੀ, ਤੇ ਫਿਰ ਬੰਦਾ ਰੱਖਦਾ। ਸੰਧਾਲੀਆ ਸਾਹਿਬ ਮਿੰਟ ਇੱਕ ਰਹਿ ਗਿਆ, ਤੇ ਬੇਰੁਜ਼ਗਾਰ ਲਾਈਨਮੈਨ ਜਿਹੜੇ ਅਪ੍ਰੈਂਟਿਸਸ਼ਿਪ ਵਾਲੇ, ਉਹ ਪਟਿਆਲੇ ਪੱਕੇ ਧਰਨੇ ਤੇ ਬੈਠੇ ਸੀ, ਮੁੜ ਕੇ ਮੇਰੇ ਖਿਆਲ ਸੜਕ ਵਾਲੇ ਪਾਸੇ ਨੂੰ ਆਏ, ਪੁਲਿਸ ਵਾਲੇ ਨਾਲ ਝੜਪਾਂ ਹੋਈਆਂ, ਗਰਮੀ ਬੜੀ ਹੈ ਤੇ ਉੱਥੇ ਵੀ ਲਾਠੀਚਾਰਜ ਛਲਕਾ ਹੋਇਆ। ਫਿਰ ਸੰਗਰੂਰ ਮੁੱਖ ਮੰਤਰੀ ਸਾਹਿਬ ਦੀ ਕੋਠੀ ਵਾਲੇ ਪਾਸੇ ਨੂੰ ਬੇਰੁਜ਼ਗਾਰੀ TT ਅਧਿਆਪਕ ਤੁਰੇ ਸੀ, ਉੱਥੇ ਵੀ ਲਾਠੀਚਾਰਜ ਹੋਇਆ, ਗਰਮੀ ਬੜੀ ਹੈ। ਇਸੇ ਤਰੀਕੇ ਜਿਹੜੇ ਲੈਕਚਰਾਰ ਨੇ, ਜਿਹੜੇ ਉਹ ਮੇਰੇ ਖਿਆਲ 1100 ਕੁਛ ਪੋਸਟਾਂ ਨੇ, ਉਹ ਸਿੱਖਿਆ ਮੰਤਰੀ ਸਾਹਿਬ ਦੇ ਘਰ ਮੂਹਰੇ ਜਾ ਕੇ ਬੈਠੇ ਆ, ਉਚੇਰੀ ਸਿੱਖਿਆ ਮੰਤਰੀ ਸਾਹਿਬ ਦੇ ਘਰ ਮੂਹਰੇ। ਅਸੀਂ ਚਾਹੁੰਦੇ ਹਾਂ ਕਿ ਜੇ ਕਾਨੂੰਨੀ ਤੌਰ ਦੇ ਉੱਤੇ ਕੋਈ ਰਾਹ ਨਿਕਲਦਾ, ਜਿੱਦਾਂ ਬਹੁਤ ਸਾਰਿਆਂ ਦੇ ਕੱਢੇ ਆ, ਇਹਨਾਂ ਦਾ ਵੀ ਰਾਹ ਕੱਢੋ। ਜੇ ਰਾਹ ਕੱਢ ਲਵਾਂਗੇ, ਕਿਉਂਕਿ ਗੈਸਟ ਲੈਕਚਰਾਰ ਜਿਹੜੇ ਹੈਗੇ ਉਹਨਾਂ ਦੀ ਕਿਤੇ ਨਾ ਕਿਤੇ ਸੁਣਵਾਈ ਹੋਣੀ ਚਾਹੀਦੀ ਹੈ। ਚਲੋ ਆਸ ਕਰਦੇ ਹਾਂ ਵੀ ਹੋ ਜੇ ਤੇ ਚੰਗੀ ਗੱਲ ਹੀ ਆ। ਐਵੇਂ ਜਿਹੜਾ ਆਪਸ ਦੇ ਵਿੱਚ ਖਿੱਚੋ ਤਾਣ, ਉਹ ਤੇ ਹਰੇਕ ਤਰ੍ਹਾਂ ਦੀ ਮਾੜੀ ਹੈ ਜੀ। ਆਪਣੇ ਵੀ ਜਾਣ ਦਾ ਵਕਤ ਹੋ ਗਿਆ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਕੱਲ੍ਹ ਨੂੰ ਆਇਓ ਜ਼ਰੂਰ। ਹਾਂਜੀ ਨਹੀਂ ਹੁਣ ਆਵਾਂਗੇ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ। ਆਪਣੀ ਫੀਡਬੈਕ ਭੇਜਦੇ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।